हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 9ਵੇਂ ਚੈਪਟਰ ਗੋਲਡ ਇਨ ਦਾ ਨਾਰਥ, ਜਿਸ ਨੂੰ ਕਿ ਡੌਮ ਮੋਰੇਜ਼ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਅੱਜ ਅਸੀਂ ਕੰਪਰੀਹੈਂਸਿਵ ਐਨਾਲਿਸਿਸ ਐਂਡ ਐਕਸਪਲੇਨੇਸ਼ਨ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਸਟੂਡੈਂਟਸ, ਇਸ ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਰਾਈਟਰ ਡੌਮ ਮੋਰੇਜ਼ ਦੇ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਡਿਸਕਸ ਕੀਤਾ ਹੈ, ਅਤੇ ਇਸੇ ਤਰ੍ਹਾਂ ਇਸ ਚੈਪਟਰ ਦੇ ਪਹਿਲੇ 5 ਪੈਰਾਗ੍ਰਾਫ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਹ ਤੁਹਾਨੂੰ ਐਕਸਪਲੇਨ ਕੀਤੇ ਨੇ। ਇਹਦੇ ਵਿੱਚ ਜਿੰਨੇ ਵੀ ਡਿਫਿਕਲਟ ਵਰਡਸ ਆਏ ਨੇ ਬੱਚਿਓ, ਮੈਂ ਤੁਹਾਨੂੰ ਨਾਲੋਂ ਨਾਲ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਚੈਪਟਰ 'ਚ ਬਹੁਤ ਸਾਰੇ ਇਡੀਅਮਸ ਵੀ ਆਏ ਨੇ ਬੱਚਿਓ, ਮੈਂ ਉਹ ਵੀ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤੇ ਨੇ, ਅਤੇ ਹਰ ਇੱਕ ਪੈਰਾਗ੍ਰਾਫ ਦਾ ਮੈਂ ਹੈਡਿੰਗ ਵੀ ਤੁਹਾਨੂੰ ਦੱਸਿਆ ਹੈ, ਬਿਕੋਜ਼ ਇਹ ਤੁਹਾਡੇ ਟੈਕਸਟ ਬੁੱਕ ਦੇ ਕੁਐਸਚਨ ਆਨਸਰਸ ਦੇ ਵਿੱਚ ਸ਼ਾਮਿਲ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਜੋ ਤੁਸੀਂ ਇਸ ਤੋਂ ਅੱਗੇ ਵਾਲੇ ਚੈਪਟਰ ਨੂੰ ਕੰਟੀਨਿਊ ਕਰ ਸਕੋ। ਤਾਂ 5th ਪੈਰਾਗ੍ਰਾਫ ਦੇ ਵਿੱਚ ਅਸੀਂ ਦੇਖਿਆ ਕਿ ਡਰਾਈਵ ਥਰੂ ਥਾਰ ਡੈਜ਼ਰਟ ਦੇ ਵਿੱਚੋਂ ਦੀ ਉਹ ਡਰਾਈਵ ਕਰਦੇ ਜਾ ਰਹੇ ਨੇ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਪ੍ਰੋਬਲਮਸ ਆਈਆਂ, ਕਿਸ ਤਰ੍ਹਾਂ ਦੇ ਸੀਨ ਦਿਖੇ, ਇਹ ਸਾਰੇ ਦੀ ਡਿਸਕ੍ਰਿਪਸ਼ਨ 5th ਪੈਰੇ 'ਚ ਸੀ। 6th ਦੇ ਵਿੱਚ ਉਸਨੇ ਵਿਲੇਜ ਲਾਈਫ ਇਨ ਰਾਜਸਥਾਨ ਦਾ ਜ਼ਿਕਰ ਕੀਤਾ। ਵਿਲੇਜ ਕਿੱਦਾਂ ਦੇ ਹੈ, ਤਾਂ ਅਸੀਂ ਇਹਦਾ ਹੈਡਿੰਗ ਇਹ ਬਣਾ ਸਕਦੇ ਹਾਂ ਕਿ ਵਿਲੇजेस ਇਨ ਰਾਜਸਥਾਨ, ਇਹ ਇਸ ਦਾ ਹੈਡਿੰਗ ਬਣਦਾ ਹੈ ਜੀ। ਤਾਂ ਡਿਊਰਿੰਗ ਥੀਸ ਪ੍ਰੋਲੋਂਗਡ ਐਂਡ ਸਵੈਟੀ ਇੰਟਰਵੈਲਸ ਬਾय ਦ ਰੋਡ ਸਾਈਡ, ਪ੍ਰੋਲੋਂਗ ਮਤਲਬ ਹੁੰਦਾ ਬੇਟਾ ਲੈਂਥੀ, ਲੰਬੀਆਂ, ਲੈਂਥੀ ਚੀਜ਼ ਨੂੰ ਅਸੀਂ ਪ੍ਰੋਲੋਂਗ ਕਹਿੰਦੇ ਹਾਂ। ਸਵੈਟੀ ਸ਼ਬਦ ਸਵੈਟ ਤੋਂ ਬਣਿਆ ਹੈ, ਪਹਿਲਾਂ ਧਿਆਨ ਨਾਲ ਦੇਖੋ ਕੀ ਹੈ ਇਹਦੇ, SWEAT, SWEET ਨਹੀਂ ਹੈ। ਉਹ ਕੀ ਹੁੰਦੇ ਹੈ? ਸਵੀਟ। ਸਵੀਟ ਕੀ ਹੁੰਦੀ ਹੈ? ਮਠਿਆਈ। ਸਵੈਟ ਕੀ ਹੁੰਦਾ? ਪਸੀਨਾ। ਤਾਂ ਸਵੈਟ ਤੋਂ ਸਵੈਟੀ ਬਣਦਾ। ਸਵੈਟ ਇਜ਼ ਅ ਨਾਊਨ, ਸਵੈਟ ਇਜ਼ ਐਨ ਐਡਜੈਕਟਿਵ। ਕਹਿੰਦੇ ਜਿਹੜੀਆਂ ਸਾਡੀਆਂ ਲੰਬੀਆਂ ਤੇ ਪਸੀਨੇ ਵਰਗੀਆਂ, ਪਸੀਨੇ ਨਾਲ ਭਰੀਆਂ ਹੋਈਆਂ ਸਾਡੀਆਂ ਇੰਟਰਵਲ ਸੀਗੀਆਂ। ਇੰਟਰਵਲ ਦਾ ਮਤਲਬ ਸ਼ਾਰਟ ਡਿਊਰੇਸ਼ਨਸ, ਥੋੜਾ ਸਮਾਂ। ਉਹ ਥੋੜੇ ਸਮੇਂ ਲਈ ਰੁਕਦੇ ਸੀ ਨਾ, ਜਦੋਂ ਦੋ ਢੰਗ ਨਾਲ ਰੁਕਦੇ ਸੀ, ਜਾਂ ਤਾਂ ਜਿਹੜੇ ਡਿਊਨਸ ਆ ਜਾਂਦੇ ਸੀਗੇ, ਬੁਲਵਾਕਸ ਬਣਾ ਦਿੰਦੇ ਸੀ ਰੋਡ ਤੇ, ਹੈ ਨਾ, ਉਹਨਾਂ ਨੂੰ ਹਟਾਉਂਦੇ ਹੋਏ ਉਹਨਾਂ ਨੂੰ ਰੁਕਣਾ ਪੈਂਦਾ ਸੀ ਕਾਰ ਦੀ ਜਗ੍ਹਾ ਕਰਨ ਦੇ ਲਈ, ਜਾਂ ਫਿਰ ਕਾਰ ਦਾ ਟਾਇਰ ਬਸਟ ਹੋ ਗਿਆ, ਪੈਂਚਰ ਹੋ ਗਿਆ, ਉਹਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਰੁਕਣਾ ਪੈਂਦਾ ਸੀ। ਤਾਂ ਹੁਣ ਜਦੋਂ ਰੁਕਦੇ ਆ ਤਾਂ ਨੈਚੁਰਲੀ ਫਿਰ ਹੁਣ ਧੁੱਪ 'ਚ ਖੜੇ ਹੋ ਤੁਸੀਂ, ਕੋਈ ਛਾਂ ਤਾਂ ਹੈ ਨਹੀਂ, ਤਾਂ ਫਿਰ ਸਵੈਟ ਤਾਂ ਆਉਣੀ ਆਉਣਾ। ਤਾਂ ਕਈ ਵਾਰੀ ਉਹ ਟਾਈਮ ਵੀ ਲੱਗ ਜਾਂਦਾ ਸੀ, ਤਾਂ ਪ੍ਰਲੋਂਗ ਹੋ ਜਾਂਦੀਆਂ ਸੀ ਇਹਨਾਂ ਦੀ ਇੰਟਰਵੈਲਸ। ਕਿੱਥੇ ਖੜਦੇ ਸੀ? ਬਾਏ ਦਾ ਰੋਡ ਸਾਈਡ, ਸੜਕ ਦੇ ਕਿਨਾਰੇ ਖੜਦੇ ਸੀਗੇ ਉਹ। ਤਾਂ ਫਿਰ ਕੀ ਹੁੰਦਾ ਸੀ? We were passed sometimes by the ghostly herds of livestock moving south. ਕਈ ਵਾਰੀ ਨਾ ਸਾਡੇ ਕੋਲੋਂ ਦੀ ਗੁਜ਼ਰ ਜਾਂਦੇ, ਕੀ ਗੁਜ਼ਰ ਜਾਂਦੇ? ghostly herds। herds ਪਹਿਲਾਂ ਸ਼ਬਦ ਆ ਚੁੱਕਿਆ, ਇਹਦਾ ਮਤਲਬ ਹੈ ਝੁੰਡ। ghostly ਕੀ ਹੈ? ghost ਸ਼ਬਦ ਤੋਂ ghostly ਬਣਦਾ ਹੈ ਜੀ। ghost ਕੀ ਹੁੰਦਾ ਹੈ? ਭੂਤ। ਭੂਤ ਨੂੰ ਆਪਾਂ ਇੰਗਲਿਸ਼ 'ਚ ghost ਕਹਿੰਦੇ ਹਾਂ। ਇਟਸ ਅ ਨਾਊਨ, ਤੇ ਜੇ ਆਪਾਂ ਉਹਦਾ ਪਿੱਛੇ ly ਪਾ ਦਈਏ ਤਾਂ ਇਹ ਐਡਜੈਕਟਿਵ ਬਣ ਗਿਆ। ਭੂਤਾਂ ਵਰਗੇ herds, ਝੁੰਡ ਸਾਨੂੰ ਨਜ਼ਰ ਆਉਂਦੇ। ਕਾਹਦੇ? ਲਾਈਵ ਸਟਾਕ ਦੇ। ਲਾਈਵ ਸਟਾਕ ਸ਼ਬਦ ਵੀ ਬੇਟਾ ਪਹਿਲਾਂ ਆਇਆ। ਲਾਈਵ ਸਟਾਕ ਸ਼ਬਦ ਨੂੰ ਅਸੀਂ ਕੈਟਲ ਕਹਿ ਸਕਦੇ ਹਾਂ, ਪਸ਼ੂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਜਾਂ ਆਪਾਂ ਇਹਨਾਂ ਨੂੰ ਫਾਰਮ ਐਨੀਮਲਸ ਵੀ ਕਹਿ ਸਕਦੇ ਹਾਂ। ਲਾਈਵ ਸਟਾਕ 'ਚ ਫਾਰਮ ਐਨੀਮਲਸ ਕੀ ਹੁੰਦੇ ਆ? ਜਿਹੜੇ ਪਸ਼ੂ ਆਪਾਂ ਫਾਰਮ 'ਚ ਰੱਖਦੇ ਹਾਂ, ਲਾਈਕ ਬਫਲੋਜ਼ ਰੱਖੀਆਂ ਜਾਂਦੀਆਂ, ਕਾਊਜ਼ ਰੱਖੇ ਜਾਂਦੇ ਆ, ਰਾਜਸਥਾਨ 'ਚ ਕੈਮਲਸ ਰੱਖੇ ਜਾਂਦੇ ਆ, ਗੋਟਸ ਰੱਖੀਆਂ ਜਾਂਦੀਆਂ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਕੱਠਿਆਂ ਨੂੰ ਕਰਕੇ ਕੀ ਕਹਿ ਦਿੰਦੇ ਆ ਜੀ? ਲਾਈਵ ਸਟਾਕ। ਤਾਂ ਇਹਨਾਂ ਦਾ ਜਿਹੜਾ ਝੁੰਡ ਸੀ, ਜਿਹੜਾ ਕਿ ਸਾਨੂੰ ਭੂਤਾਂ ਵਰਗਾ ਲੱਗਦਾ ਸੀ, ਘੋਸਟਲੀ, ਉਹ ਸਾਨੂੰ ਤੁਰਦਾ ਨਜ਼ਰ ਆਉਂਦਾ ਕਿਹਦੇ ਵੱਲ? ਮੂਵਿੰਗ ਸਾਊਥ, ਸਾਊਥ ਜਾਨਵਰ। ਯਾਦ ਕਰੋ ਜਿਹੜੇ ਆਪਾਂ ਪਹਿਲਾਂ ਪਹਿਰੇ ਪੜ੍ਹੇ ਹੈ, ਜਦੋਂ ਉਦੈਪੁਰ ਤੋਂ ਜੋਧਪੁਰ ਜਾ ਰਹੇ ਸੀ, ਉਹ ਵੀ ਨਾਰਥ ਤੋਂ ਸਾਊਥ ਵੱਲ ਜਾ ਰਹੇ ਸੀ। ਰੀਜ਼ਨ ਸੇਮ ਹੈ। ਇਹ ਕਿਉਂ ਜਾ ਰਹੇ ਨੇ ਵੀ? ਇਹ ਵੀ ਇਸੇ ਕਰਕੇ ਜਾ ਰਹੇ ਨੇ। ਦੇਰ ਇਜ਼ ਨੋ ਪੈਸਚਰ, ਦੇਰ ਇਜ਼ ਨੋ ਵਾਟਰ। ਤਾਂ ਵਾਟਰ ਐਂਡ ਪੈਸਚਰ, ਪੈਸਚਰ ਸ਼ਬਦ ਯਾਦ ਹੈ ਨਾ, ਤਾਂ ਨਾ ਤਾਂ ਉੱਥੇ ਘਾਹ ਦੇ ਮੈਦਾਨ ਨੇ, ਨਾ ਪਾਣੀ ਹੈ। ਉਹਦੀ ਤਲਾਸ਼ ਚੋਂ ਫਿਰ ਕਿੱਥੋਂ ਕਿੱਥੇ ਜਾ ਰਹੇ ਨੇ? ਫਰੋਮ ਨਾਰਥ ਟੂ ਸਾਊਥ। ਤਾਂ ਸਾਨੂੰ ਇਹਨਾਂ ਦੇ ਝੁੰਡ ਨਜ਼ਰ ਆਉਂਦੇ ਜੀ, ਦੱਖਣ ਵੱਲ ਜਾਂਦੇ। ਅੰਡਰ ਥੌਰਨ ਟਰੀਜ਼ ਇਨ ਪੂਲਸ ਆਫ ਸ਼ੈਡੋ ਬਾਈ ਰਿਮੋਟ ਰੇਲਵੇ ਹਾਲਟਸ ਦ ਬੀ ਹਾਈਵ ਹਟਸ ਆਫ ਦੀ ਸਮਾਲ ਐਬੰਡੈਂਟ ਵਿਲੇजेस ਸਟੂਡ। ਇਸ ਲਾਈਨ ਦੇ ਵਿੱਚ ਉਹ ਪਿੰਡਾਂ ਦੀ ਗੱਲ ਕਰ ਰਿਹਾ ਰਾਜਸਥਾਨ ਦੇ। ਅੰਡਰ ਥੌਰਨ ਟਰੀਜ਼, ਥੌਰਨ ਦਾ ਮਤਲਬ ਕੰਡਿਆਲੇ, ਕੰਡਿਆਂ ਵਾਲੇ ਥੌਰਨ। ਉੱਥੇ ਹਰੇ ਭਰੇ ਰੁੱਖ ਤਾਂ ਹੈ ਨਹੀਂ, ਕੰਡਿਆਂ ਵਾਲੇ ਦਰਖਤ ਨੇ ਜਿਨ੍ਹਾਂ ਦੀ ਛਾਂ ਬਹੁਤ ਘੱਟ ਹੈ। ਤਾਂ ਇਹਨਾਂ ਕੰਡਿਆਂ ਵਾਲੇ ਦਰਖਤਾਂ ਦੀ
ਥੱਲੇ। ਇਨ ਪੂਲਸ ਆਫ ਸ਼ੈਡੋ, ਸ਼ੈਡੋ ਦਾ ਮਤਲਬ ਛਾਇਆ। ਪੂਲਸ ਵੈਸੇ ਤਾਂ ਬੱਚਿਓ ਤਲਾਬ ਨੂੰ, ਟੋਬੇ ਨੂੰ ਕਿਹਾ ਜਾਂਦਾ, ਲੇਕਿਨ ਇੱਥੇ ਛਾਂ ਦੇ ਏਰੀਏ ਨੂੰ ਕਿਹਾ ਗਿਆ ਕਿ ਕੁਝ ਦਰਖਤ ਖੜੇ ਨੇ ਕੁਝ ਜਗ੍ਹਾ, ਉਹਨਾਂ ਦੀ ਛਾਂ ਨੀਚੇ ਬਣ ਰਹੀ ਹੈ, ਤਾਂ ਉਸ ਛਾਇਆ 'ਚ ਬਾਏ ਰਿਮੋਟ ਰੇਲਵੇ ਹਾਲਟਸ, ਉਹਦੇ ਨੇੜੇ ਤੇੜੇ ਰੇਲਵੇ ਦੇ ਸਟੇਸ਼ਨ ਹੋ ਸਕਦੇ ਨੇ। ਰੇਲਵੇ ਹਾਲਟਸ ਦਾ ਮਤਲਬ ਜਿੱਥੇ, ਹਾਲ ਦਾ ਮਤਲਬ ਹੁੰਦਾ ਬੇਟਾ ਸਟਾਪ, ਕਿ ਰੇਲਵੇ ਜਿੱਥੇ ਆ ਕੇ ਰੁਕਦੀ ਹੈ, ਰੇਲ ਗੱਡੀ ਜਿੱਥੇ ਰੁਕਦੀ ਹੈ ਉਹਨੂੰ ਆਪਾਂ ਰੇਲਵੇ ਹਾਲਟਸ ਕਹਿੰਦੇ ਆ। ਤਾਂ ਉਹਦੇ ਨੇੜੇ ਤੇੜੇ ਕੋਈ ਰੇਲਵੇ ਸਟੇਸ਼ਨ ਹੈ ਤਾਂ ਸਾਨੂੰ ਕੀ ਨਜ਼ਰ ਆਏ ਜੀ? ਬੀ ਹਾਈਵ ਹਟਸ। ਬੀ ਹਾਈਵ ਮਧੂ ਮੱਖੀਆਂ ਦੇ ਛੱਤੇ ਨੂੰ ਕਿਹਾ ਜਾਂਦਾ ਹੈ। ਬੀ ਹਾਈਵ, BEE ਵੈਸੇ ਮਧੂ ਮੱਖੀ ਨੂੰ ਕਿਹਾ ਜਾਂਦਾ ਹੈ, ਤੇ ਬੀ ਹਾਈਵ ਉਸਦੇ ਛੱਤੇ ਨੂੰ ਕਿਹਾ ਜਾਂਦਾ। ਤਾਂ ਸਾਨੂੰ ਨਾ ਸਮੌਲ, ਛੋਟੇ ਛੋਟੇ, ਐਬੰਡੈਂਟ ਦਾ ਮਤਲਬ ਹੁੰਦਾ ਬੇਟਾ ਡੈਜ਼ਰਟਿਡ। ਇਹ ਸ਼ਬਦ ਪਹਿਲਾਂ ਆਇਆ ਸੀ, ਡੈਜ਼ਰਟਿਡ, ਜਿਹੜੇ ਛੱਡ ਕੇ ਜਾ ਚੁੱਕੇ ਜਾਂ ਸੁਨਸਾਨ। ਡੈਜ਼ਰਟਿਡ ਜਿਸ ਨੂੰ ਛੱਡਿਆ ਜਾ ਚੁੱਕਿਆ। ਐਬੰਡੈਂਟ, ਡੈਜ਼ਰਟਿਡ ਸਿਨੋਨਿਮਸ ਹੈ। ਇਹਨਾਂ ਦਾ ਮਤਲਬ ਹੁੰਦਾ ਜਿੱਥੇ ਕੋਈ ਰਹਿੰਦਾ ਨਹੀਂ, ਜਿਸ ਨੂੰ ਤੁਸੀਂ ਖੰਡਰ ਕਹਿ ਸਕਦੇ ਪੰਜਾਬੀ 'ਚ। ਤਾਂ ਸਾਨੂੰ ਛੋਟੇ ਛੋਟੇ ਖੰਡਰਾਂ ਵਰਗੇ ਵਿਲੇਜਿਸ ਨਜ਼ਰ ਆਏ। ਵਿਲੇਜਿਸ ਟੁੱਡ ਮਤਲਬ ਉੱਥੇ ਵਿਲੇਜਿਸ ਸੀਗੇ, ਪਿੰਡ ਸੀਗੇ। ਉਹਨੇ ਪੂਰੀ ਲਾਈਨ 'ਚ ਕੀ ਕਿਹਾ ਗਿਆ ਕਿ ਸਾਨੂੰ ਪਿੰਡ ਨਜ਼ਰ ਆਏ ਜਿਹੜੇ ਕਿ ਛੱਡੇ ਜਾ ਚੁੱਕੇ ਨੇ ਲੋਕਾਂ ਦੁਆਰਾ। ਉਹਨਾਂ ਦੀਆਂ ਜਿਹੜੀਆਂ ਹਟਸ ਨੇ, ਪਿੰਡ ਦੇ ਅੰਦਰ ਜਿਹੜੀਆਂ ਹਟਸ, ਝੌਂਪੜੀਆਂ ਨੇ, ਦੇਖੋ ਉੱਥੇ ਘਰ ਤਾਂ ਹੈ ਨਹੀਂ, ਹਟਸ ਨੇ ਛੋਟੀਆਂ ਛੋਟੀਆਂ। ਤਾਂ ਉਹ ਸਾਨੂੰ ਹਟਸ ਉਹਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ? ਬੀ ਹਾਈਵਸ, ਮਧੂ ਮੱਖੀ ਦੀਆਂ ਛੱਤੇ ਵਰਗੀਆਂ, ਕੋਲੇ ਕੋਲੇ ਨੇ। ਤੇ ਉਹ ਸਾਨੂੰ ਪਿੰਡ, ਤੇ ਉਹਨਾਂ ਦੇ ਘਰ ਕਿੱਥੇ ਸਾਨੂੰ ਨਜ਼ਰ ਆਏ? ਰੇਲਵੇ ਟਰੈਕ ਦੇ ਕੋਲ ਸੀਗੇ, ਜਾਂ ਉਹ ਸ਼ੈਡੋ 'ਚ ਬਣੇ ਹੋਏ ਸੀ, ਥੌਰਨ ਟਰੀਜ਼ ਦੇ ਸ਼ੈਡੋ ਦੇ ਵਿੱਚ ਬਣੇ ਹੋਏ ਸੀ। ਤਾਂ ਇਹ ਲਾਈਨ ਹੈ ਜੀ ਇਹਦਾ ਮਤਲਬ। ਈਚ ਵਾਜ਼ ਆਈਸੋਲੇਟਿਡ ਫਰੋਮ ਦੀ ਅਦਰ, ਫਿਊ ਸਟਿਲ ਕੰਟੇਨ ਲਾਈਫ। ਈਚ ਦਾ ਮਤਲਬ ਇੱਥੇ ਉਸੇ ਵਿਲੇਜ ਨੂੰ ਕਿਹਾ ਗਿਆ, ਜਿਹੜੇ ਵਿਲੇਜਸ ਉਹਨਾਂ ਨੂੰ ਨਜ਼ਰ ਆਏ। ਉੱਥੇ ਪਿੰਡ ਬਹੁਤੇ ਵੱਡੇ ਵੱਡੇ ਨਹੀਂ ਹੈਗੇ, ਤੁਹਾਨੂੰ ਮੈਂ ਦੱਸਾਂ 8-8, 10-10 ਘਰਾਂ ਦੇ ਪਿੰਡ ਹੈ, ਕਿਉਂਕਿ ਛਾਇਆ ਜਿੱਥੇ ਮਿਲੂ ਉੱਥੇ ਹੀ ਘਰ ਹੋਊਗਾ ਨਾ। ਹੁਣ ਛਾਂ ਤਾਂ ਹੈ ਹੀ ਨਹੀਂ ਉੱਥੇ ਰਾਜਸਥਾਨ 'ਚ, ਦਰਖਤ ਤਾਂ ਹੈ ਹੀ ਨਹੀਂ। ਜਿੱਥੇ ਦਰਖਤ ਆਏ ਮਾੜੇ ਮੋਟੇ, ਉਹ ਵੀ ਥੌਰਨ ਟਰੀਜ਼ ਆਏ, ਉੱਥੇ ਪਿੰਡ ਬਣ ਗਿਆ। ਤਾਂ ਇਸ ਕਰਕੇ ਹਰ ਇੱਕ ਜਿਹੜਾ ਪਿੰਡ ਸੀ ਉਹ ਇੱਕ ਦੂਸਰੇ ਤੋਂ ਆਈਸੋਲੇਟਿਡ ਸੀਗਾ। ਈਚ ਵਾਜ਼ ਆਈਸੋਲੇਟਿਡ। ਆਈਸੋਲੇਟਿਡ ਦਾ ਮਤਲਬ ਹੁੰਦਾ ਬੇਟਾ ਸੈਪਰੇਟਿਡ, ਜਿਹਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਹੋ ਸੈਪਰੇਟਿਡ, ਅਲੱਗ, ਇੱਕ ਦੂਜੇ ਤੋਂ ਅਲੱਗ ਸੀ। ਕੋਈ ਕਿਤੇ ਸੀ, ਕੋਈ ਕਿਤੇ ਸੀ। ਫਿਊ ਸਟਿਲ ਕੰਟੇਨਡ ਲਾਈਫ, ਇੱਥੇ ਦੇਖੋ ਫਿਊ ਲੱਗਿਆ ਹੋਇਆ ਹੈ, ਯਾਨੀ ਕਿ ਬਹੁਤ ਥੋੜੇ, ਨਾ ਮਾਤਰ। ਵੈਸੇ ਫਿਊ ਕਾਹਦੇ ਲਈ ਯੂਜ਼ ਹੁੰਦਾ ਹੈ? ਨਾ ਮਾਤਰ। ਆ ਫਿਊ ਪੋਜ਼ਿਟਿਵਲੀ ਯੂਜ਼ ਹੁੰਦਾ ਹੈ, ਫਿਊ ਨੈਗੇਟਿਵਲੀ ਯੂਜ਼ ਹੁੰਦਾ ਹੈ। ਇੱਥੇ ਨਾ ਮਾਤਰ ਪਿੰਡ ਸਾਨੂੰ ਨਜ਼ਰ ਆਏ ਜਿਨ੍ਹਾਂ 'ਚ ਕਿ ਹਜੇ ਲਾਈਫ ਸੀ। ਕੁਝ ਅਜਿਹੇ ਪਿੰਡ ਵੀ ਸੀ ਜਿਨ੍ਹਾਂ 'ਚ ਹਜੇ ਲਾਈਫ ਸੀ। ਦੇਖੋ ਦੋ ਤਰ੍ਹਾਂ ਦੇ ਪਿੰਡਾਂ ਦੀਆਂ ਗੱਲਾਂ ਹੋ ਗਈਆਂ। ਇੱਕ ਤਾਂ ਐਬੰਡੈਂਟ ਵਿਲੇਜ ਸੀਗੇ, ਇੱਕ ਫਿਊ ਕੰਟੇਨਡ ਲਾਈਫ। ਫਰਕ ਆ ਗਿਆ ਨਾ। ਜ਼ਿਆਦਾਤਰ ਪਿੰਡ ਕੀ ਸੀ ਜੀ? ਕੋਈ ਲਾਈਫ ਨਹੀਂ ਸੀ। ਕੋਈ ਲਾਈਫ ਦਾ ਮਤਲਬ ਕੀ ਹੈ ਕਿ ਕੋਈ ਉੱਥੇ ਰਹਿੰਦਾ ਨਹੀਂ ਸੀ। ਪਰ ਕੁਝ ਕੁ ਪਿੰਡ ਸਾਨੂੰ ਨਜ਼ਰ ਆਏ, ਕੁਝ ਕੀ ਨਾ ਮਾਤਰ ਪਿੰਡ ਸਾਨੂੰ ਨਜ਼ਰ ਆਏ ਜਿਨ੍ਹਾਂ 'ਚ ਲਾਈਫ ਹਜੇ ਵੀ ਸੀ, ਯਾਨੀ ਕਿ ਉੱਥੇ ਬੰਦੇ ਰਹਿੰਦੇ ਸੀ। Each had its mud tanks and wells laboriously and carefully built for the collection of rainwater, the only liquid in all those thirsty miles. ਕਹਿੰਦੇ ਹਰ ਇੱਕ ਪਿੰਡ 'ਚ ਈਚ, ਇੱਥੇ ਈਚ ਫੇਰ ਉਸ ਪਿੰਡ ਦੀ ਗੱਲ ਹੋ ਰਹੀ ਹੈ ਜਿੱਥੇ ਲਾਈਫ ਸੀ। ਉਸ ਪਿੰਡ 'ਚ ਹਰ ਇੱਕ ਪਿੰਡ ਦਾ ਆਪਣਾ ਇੱਕ ਮੱਡ ਟੈਂਕ ਸੀਗਾ। ਮੱਡ ਦਾ ਮਤਲਬ ਮਿੱਟੀ ਦਾ, ਟੈਂਕ ਦਾ ਮਤਲਬ ਪਾਣੀ ਦਾ ਭਰਿਆ ਹੋਇਆ ਕੋਈ ਟੋਬਾ ਲਾ ਲਓ ਛੋਟਾ ਮੋਟਾ। ਹਰ ਇੱਕ ਪਿੰਡ ਦਾ ਆਪਣਾ ਇੱਕ ਮੱਡ ਟੈਂਕ ਹੈ, ਵੈਲਸ ਹੈ, ਖੂਹ ਹੈ, ਜਿਹੜੇ ਕਿ ਬਹੁਤ ਹੀ ਮਿਹਨਤ ਨਾਲ ਲੈਬੋਰੀਅਸਲੀ, ਲੇਬਰ ਤੋਂ ਸ਼ਬਦ ਤੋਂ ਬਣਦਾ ਬੇਟਾ ਲੈਬੋਰੀਅਸ, ਲੈਬੋਰੀਅਸਲੀ ਐਂਡ ਕੇਅਰਫੁਲੀ, ਤੇ ਬਹੁਤ ਹੀ ਧਿਆਨ ਨਾਲ ਬਿਲਟ ਬਣਾਇਆ ਗਿਆ ਸੀ ਉਹਨਾਂ ਨੂੰ, ਮੱਡ ਟੈਂਕਸ ਨੂੰ, ਵੈਲਸ ਨੂੰ। ਕਾਹਦੇ ਲਈ? ਫॉर द ਕਲੈਕਸ਼ਨ ਆਫ ਰੇਨ ਵਾਟਰ, ਜਿਹੜਾ ਬਾਰਿਸ਼ ਤੋਂ ਪਾਣੀ ਆਊਗਾ ਉਸ ਨੂੰ ਕਲੈਕਟ ਕਰਨ ਦੇ ਲਈ ਉਹ ਮੱਡ ਟੈਂਕ ਬਣਾਏ ਗਏ ਸੀ। ਉਹ ਜਿਹੜਾ ਰੇਨ ਵਾਟਰ ਨੂੰ ਕਿਹਾ ਗਿਆ ਇਟ ਇਜ਼ ਦਾ ਓਨਲੀ ਲਿਕੁਇਡ ਇਨ ਆਲ ਦੋਜ਼ ਥਰਸਟੀ ਮਾਈਲਸ। ਕੇ ਇੱਥੇ ਦੇਖੋ ਮੈਨੂੰ ਇੱਕ ਵਾਰੀ ਲੱਗਿਆ ਕਿ 30 ਮਾਈਲਸ ਲਿਖਿਆ, ਇਟਸ ਨਾਟ 30 ਮਾਈਲਸ, ਇਟਸ ਥਰਸਟੀ ਮਾਈਲਸ, ਹੈ ਨਾ। ਥਰਸਟੀ ਦਾ ਮਤਲਬ ਕੀ ਹੁੰਦਾ? ਪਿਆਸੇ। ਮਾਈਲਸ ਦਾ ਮਤਲਬ ਮੀਲ। ਮੀਲਾਂ ਤੱਕ ਕੋਈ ਪਾਣੀ ਨਹੀਂ ਹੈ। ਜੇ ਆਪਾਂ ਦੂਰ ਦੂਰ ਤੱਕ ਜਾਈਏ ਰਾਜਸਥਾਨ ਤੱਕ ਪਾਣੀ ਨਹੀਂ ਹੈ, ਇਸ ਕਰਕੇ ਮੀਲਾਂ ਤੱਕ ਜਿਹੜਾ ਪਾਣੀ ਨਾ ਹੋਵੇ ਉਹਨੂੰ ਰਾਈਟਰ ਨੇ ਕੀ ਕਹਤਾ ਵੀ? ਥਰਸਟੀ ਮਾਈਲਸ। ਕਹਿੰਦੇ ਸਿਰਫ ਇੱਕ ਰੇਨ ਵਾਟਰ ਸੀ ਜੋ ਕਿ ਇਕਮਾਤਰ ਲਿਕੁਇਡ ਮਿਲਿਆ ਸਾਨੂੰ। ਲਿਕੁਇਡ ਦਾ ਮਤਲਬ ਤਰਲ, ਲਿਕੁਇਡ ਦਾ ਮਤਲਬ ਇੱਥੇ ਤਰਲ, ਕੋਈ ਹੋਰ ਤਰਲ ਚੀਜ਼ ਮਿਲਿਓ ਨਹੀਂ।
ਸਿਰਫ ਇੱਕ ਰੇਨ ਵਾਟਰ ਕਲੈਕਟ ਕੀਤਾ ਹੋਇਆ ਮੱਡ ਟੈਂਕ 'ਚ ਮਿਲਿਆ ਉਹਨਾਂ ਥਰਸਟੀ ਮਾਈਲ 'ਚ, ਪਿਆਸੇ ਮੀਲਾਂ ਦੇ ਵਿੱਚ। ਦੇਖੋ ਕਿੰਨੇ ਵਧੀਆ ਵਰਡਸ ਰਾਈਟਰ ਨੇ ਯੂਜ਼ ਕੀਤੇ ਆ। With the stored water, the villagers kept patches of bajra and til alive and fed the cattle, their main source of livelihood। ਤਾਂ ਹੁਣ ਇਹ ਜਿਹੜਾ stored water ਹੈ, with the stored water ਸਮਝ ਗਏ ਕਿਹੜਾ? ਉਹੀ ਮੱਡ ਟੈਂਕ 'ਚ ਜਿਹੜਾ ਰੇਨ ਵਾਟਰ ਉਹਨਾਂ ਨੇ ਸਟੋਰ ਕੀਤਾ ਹੋਇਆ। ਉਸ ਸਟੋਰਡ ਵਾਟਰ ਦੇ ਨਾਲ ਜਿਹੜੇ ਵਿਲੇਜਰਸ ਨੇ, ਪਿੰਡ ਵਾਸੀ ਨੇ, ਉਹਨਾਂ ਨੇ ਬਾਜਰੇ ਤੇ ਤਿਲ ਨੂੰ ਅਲਾਈਵ ਰੱਖਿਆ ਹੋਇਆ ਹੈ। ਅਲਾਈਵ ਦਾ ਮਤਲਬ ਉਹਦੀ ਖੇਤੀ ਹਜੇ ਕਰ ਰਹੇ ਨੇ। ਉਹ ਰਾਜਸਥਾਨ 'ਚ ਕਾਹਦੀ ਖੇਤੀ ਹੁੰਦੀ ਹੈ? ਬਾਜਰਾ, ਤਿਲ, ਇਹਨਾਂ ਚੀਜ਼ਾਂ ਦੀ ਖੇਤੀ ਹੁੰਦੀ ਹੈ। ਤੇ ਬਾਜਰੇ ਤੇ ਤਿਲ ਦੀ ਖੇਤੀ ਕਰ ਰਹੇ ਨੇ ਜੀ ਸਿਰਫ ਉਸੇ ਸਟੋਰਡ ਵਾਟਰ ਦੇ ਜ਼ਰੀਏ। ਅਦਰਵਾਈਜ਼ ਉਹਨਾਂ ਕੋਲ ਤਾਂ ਹੋਰ ਕੋਈ ਜ਼ਰੀਆ ਹੀ ਨਹੀਂ ਹੈ। ਪਾਣੀ ਵੀ ਉਹਨਾਂ ਨੇ ਕਿਵੇਂ ਸਟੋਰ ਕਰਿਆ? ਰੇਨ ਤੋਂ। ਕੋਈ ਟਿਊਬਵੈਲ ਨਹੀਂ ਹੈਗੇ, ਕੋਈ ਨਦੀਆਂ ਨਹੀਂ ਹੈਗੀਆਂ। ਪਾਣੀ ਕਿੱਥੋਂ ਆਉਂਦਾ ਉਹਨਾਂ ਨੂੰ? ਮੀਂਹ ਤੋਂ। ਜਿਹੜਾ ਆ ਗਿਆ ਤਾਂ ਸਟੋਰ ਕਰ ਲਿਆ, ਨਹੀਂ ਆਇਆ ਤਾਂ ਬੈਠੇ ਆ। ਅਤੇ ਫਿਰ ਫੈਡ ਦਾ ਕੈਟਲ, ਉਸੇ ਪਾਣੀ ਨੂੰ ਉਹ ਆਪਣੇ ਪਸ਼ੂਆਂ ਨੂੰ ਦਿੰਦੇ ਆ। ਫਿਰ ਇਹਨਾਂ ਦਾ ਇਹ ਮੇਨ ਸੋਰਸ ਵੀ ਹੈ ਲਾਈਵਲੀਹੁੱਡ ਦਾ। ਲਾਈਵਲੀਹੁੱਡ ਦਾ ਮਤਲਬ ਹੁੰਦਾ ਬੇਟਾ ਜੀਵਿਕਾ, ਪੈਸਾ ਕਮਾਉਣਾ, ਘਰ ਚਲਾਉਣਾ, ਘਰ-ਬਾਰ ਚਲਾਉਣਾ, ਪਰਿਵਾਰ ਚਲਾਉਣਾ, ਇਹਨੂੰ ਆਪਾਂ ਲਾਈਵਲੀਹੁੱਡ ਕਹਿੰਦੇ। ਇਸ ਪੂਰੇ ਲਾਈਨ ਦੇ ਵਿੱਚ ਇਹ ਮਤਲਬ ਹੈ ਕਿ ਸਿਰਫ ਇਹੀ ਸਟੋਰਡ ਵਾਟਰ ਹੈ ਜਿਹੜਾ ਰੇਨ ਵਾਟਰ ਉਹਨੇ ਸਟੋਰ ਕਰਿਆ ਮੱਡ ਟੈਂਕ ਦੇ ਵਿੱਚ, ਜਿਹਦੇ ਆਸਰੇ ਉਹ ਖੇਤੀ ਚੱਲਦੀ ਉਹਨਾਂ ਦੀ ਬਾਜਰੇ ਤਿਲ ਦੀ, ਜਿਹਦੇ ਆਸਰੇ ਉਹਨਾਂ ਦੇ ਐਨੀਮਲਸ ਪਾਲੇ ਜਾ ਰਹੇ ਨੇ, ਜਿਹਦੇ ਆਸਰੇ ਉਹਨਾਂ ਦੀ ਆਜੀਵਿਕਾ ਚੱਲ ਰਹੀ ਹੈ। ਇਹਦਾ ਮਤਲਬ ਇਹ ਹੈ। ਬਟ ਫॉर 7 years ਨਾਓ ਦ ਰੇਨਸ ਹੈਡ ਫੇਲਡ ਐਂਡ ਆਲ ਦ ਵੈਲਸ ਵਰ ਡਰਾਈ। ਪਰ ਹੁਣ ਦੇਖੋ ਕਰੋਪੀ 7 ਸਾਲ ਹੋ ਗਏ ਕਹਿੰਦੇ, ਜਦੋਂ ਹੁਣ ਰਾਈਟਰ ਗਿਆ ਸੀ ਜਿਸ ਸਾਲ, ਉਸ ਤੋਂ ਪਿਛਲੇ 7 ਸਾਲਾਂ ਤੋਂ ਬਾਰਿਸ਼ ਹੀ ਨਹੀਂ ਹੋਈ। ਰੇਨਸ ਹੈਡ ਫੇਲਡ, ਬਾਰਿਸ਼ ਹੋਈ ਹੋ ਨਹੀਂ। ਤੇ ਜਿੰਨੇ ਵੀ ਸਾਨੂੰ ਵੈਲਸ ਮਿਲੇ, ਖੂਹ ਮਿਲੇ, ਉਹ ਕੀ ਮਿਲੇ ਜੀ? ਡਰਾਈ, ਸੁੱਕੇ ਮਿਲੇ। ਇਸੇ ਕਰਕੇ ਤਾਂ ਫਿਰ ਉਹ ਘਰ ਛੱਡ ਕੇ ਕਿੱਧਰ ਨੂੰ ਜਾ ਰਹੇ? ਸਾਊਥ ਵੱਲ ਜਾ ਰਹੇ। ਇਸੇ ਕਰਕੇ ਤਾਂ ਛੱਡ ਕੇ ਆਪਣੇ ਸਾਰੇ ਲਾਈਵ ਸਟਾਕ ਨੂੰ ਲੈ ਕੇ, ਪੱਡਾਂ ਬੰਨ ਕੇ, ਸਮਾਨ ਦੀਆਂ ਕਾਰਟਸ ਤੇ ਲੱਦ ਕੇ, ਵਿਮਨ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਜਾ ਰਹੀਆਂ। ਪੜਿਆ ਸੀ ਨਾ? ਦੈਟ ਇਜ਼ ਦ ਰੀਜ਼ਨ। 7 ਸਾਲਾਂ ਤੋਂ ਬਾਰਿਸ਼ ਨਹੀਂ ਹੋਈ। ਬੇਟਾ ਜ਼ਿੰਦਗੀ ਤਾਂ ਜਿਉਣੀ ਹੈ ਨਾ, ਜ਼ਿੰਦਗੀ ਕਿਵੇਂ ਕੱਟੂਗੀ? ਵਿਚਾਰੇ ਇੱਥੋਂ ਚੱਕਿਆ ਟੱਪਰੀ ਬਾਸ ਵਾਂਗੂ ਉਧਰ ਚੱਲ ਪਏ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਆਲਮੋਸਟ ਸਾਰੇ ਚੈਪਟਰਸ ਕਵਰ ਕਰ ਲਏ ਨੇ। ਤੁਹਾਡੀ ਪਹਿਲੀ ਬੁੱਕ ਹੈ ਡੀਅਰ ਟੂ ਆਲ ਦਾ ਮਿਊਜ਼ਿਸ, ਜਿਸ ਦੇ ਅਸੀਂ ਸਾਰੇ ਚੈਪਟਰਸ ਕਵਰ ਕਰ ਲਏ ਹਨ, ਜਿਨ੍ਹਾਂ ਵਿੱਚੋਂ ਤੁਹਾਡਾ ਫਸਟ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, fourth chapter A Tiny Century, fifth chapter Mano Majra, sixth chapter Jamaican Fragment ਅਤੇ 7ਵਾਂ ਚੈਪਟਰ The Heritage of India ਸ਼ਾਮਿਲ ਹਨ। ਇਸੇ ਤਰ੍ਹਾਂ ਬੱਚਿਓ ਤੁਹਾਡੀ ਸੈਕਿੰਡ ਬੁੱਕ ਹੈ The Literary Petals, ਜਿਸ ਦੇ ਆਲਮੋਸਟ ਅਸੀਂ ਸਾਰੇ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਵਿੱਚੋਂ ਤੁਹਾਡਾ ਫਸਟ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, fourth chapter The Gambling Match, seventh chapter The Eternal Void ਅਤੇ 9th ਚੈਪਟਰ After 20 Years ਸ਼ਾਮਿਲ ਨੇ। ਇਸ ਬੁੱਕ ਦੇ ਵਿੱਚ ਕਾਫੀ ਪੋਇਮਸ ਵੀ ਨੇ ਬੱਚਿਓ, ਅਤੇ ਇਹਨਾਂ ਪੋਇਮਸ ਦੇ ਵਿੱਚੋਂ ਅਸੀਂ ਸਾਡੀ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਵਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ, ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ ਅਤੇ ਪੰਜਵੀਂ ਪੋਇਮ ਦਾ ਸੌਂਗ ਆਫ ਇੰਡੀਆ ਕਵਰ ਕਰ ਲਈ ਹੈ। ਮੈਂ ਇਹਨਾਂ ਸਾਰੇ ਚੈਪਟਰਸ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਇਹਨਾਂ ਦੇ ਕੁਐਸਚਨ ਆਨਸਰ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। 7th ਪੈਰਾ ਹੈ ਜੀ, The villagers who remained had indomitable faces। ਤਾਂ ਬੇਟਾ ਜਿਹੜਾ 6th ਆਪਾਂ ਪੈਰਾ ਪੜਿਆ ਸੀ, ਜਿਸ ਦੇ ਵਿੱਚ ਰਾਜਸਥਾਨ ਦੇ ਵਿਲੇजेस ਬਾਰੇ ਦੱਸਿਆ ਗਿਆ ਸੀਗਾ ਕਿ ਬਹੁਤ ਘੱਟ ਵਿਲੇजेस ਰਹਿ ਗਏ ਸੀਗੇ ਜਿਨ੍ਹਾਂ ਦੇ ਵਿੱਚ ਕਿ ਲਾਈਫ ਸੀ, ਜਿੱਥੇ ਕਿ ਲੋਕ ਰਹਿੰਦੇ ਸੀ। ਜ਼ਿਆਦਾਤਰ ਤਾਂ ਜਿਹੜੇ ਵਿਲੇਜਰ ਸੀਗੇ ਉਹ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਸੀਗੇ ਸਾਊਥ ਵੱਲ। ਇੱਥੇ ਹੁਣ ਨਾ ਇਸ ਪੈਰੇ ਦੇ ਵਿੱਚ ਵਿਲੇजेस ਦੇ ਬਾਰੇ ਦੱਸਿਆ ਗਿਆ। ਇੱਕ ਤਾਂ ਵਿਲੇजेस ਬਾਰੇ ਦੱਸਿਆ ਗਿਆ, ਇੱਕ ਦੱਸਿਆ ਗਿਆ ਰਾਜਸਥਾਨ ਦਾ ਇੱਕ ਹੋਰ ਬਹੁਤ ਵਧੀਆ ਸ਼ਹਿਰ ਹੈ ਜੈਸਲਮੇਰ। ਤਾਂ ਜੇ ਆਪਾਂ ਇਸਦਾ ਹੈਡਿੰਗ ਬਣਾਉਣਾ ਹੋਵੇ ਤਾਂ ਆਪਾਂ ਇਹਦਾ ਹੈਡਿੰਗ ਬਣਾਵਾਂਗੇ ਵਿਲੇजेस ਐਂਡ ਜੈਸਲਮੇਰ ਸਿਟੀ। ਦੇਖੋ ਪਹਿਲੀਓ ਲਾਈਨ ਦੇ ਵਿੱਚ ਵਿਲੇजेस ਦੀ ਗੱਲ ਆ ਗਈ, ਪਿੰਡ ਵਾਲਿਆਂ ਦੀ ਗੱਲ ਆ ਗਈ। ਕਹਿੰਦੇ ਜਿਹੜੇ ਰਹਿ ਗਏ ਸੀਗੇ ਹੂ ਰਿਮੇਨ, ਜਿਹੜੇ ਉੱਥੇ ਰਹਿ ਗਏ, ਕਈ ਤਾਂ ਦੇਖੋ ਛੱਡ ਕੇ ਚਲੇ ਗਏ ਨਾ, ਤਾਂ ਜਿਹੜੇ ਵਿਲੇजेस ਰਹਿ ਗਏ ਹੂ ਰਿਮੇਨ, ਜੋ ਗਏ ਨਹੀਂ ਛੱਡ ਕੇ,
ਜੋ ਸਾਊਥ ਵੱਲ ਨਹੀਂ ਗਏ, ਨਾਰਥ ਵੱਲ ਹੀ ਰਹਿ ਗਏ। ਉਹਨਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਦੇ ਜਿਹੜੇ ਚਿਹਰੇ ਸੀਗੇ ਨਾ ਉਹ ਇਨਡੋਮੀਟੇਬਲ ਸੀ। ਇਨਡੋਮੀਟੇਬਲ ਜਿਹੜਾ ਸ਼ਬਦ ਹੈ ਬੇਟਾ, ਇਹ ਡੋਮੀਟੇਬਲ ਦਾ ਉਲਟ ਹੈ। ਇਨਡੋਮੀਟੇਬਲ, ਡੋਮੀਟੇਬਲ ਦਾ ਮਤਲਬ ਹੁੰਦਾ ਜਿਸ ਨੂੰ ਆਪਾਂ ਜਿੱਤ ਸਕਦੇ ਹਾਂ, ਇਨਡੋਮੀਟੇਬਲ ਜਿਸ ਨੂੰ ਆਪਾਂ ਜਿੱਤ ਨਹੀਂ ਸਕਦੇ, ਜਿਹੜਾ ਜਿੱਤਿਆ ਨਹੀਂ ਜਾ ਸਕਦਾ। ਅਨਯੀਲਡਿੰਗ ਕਹਿ ਸਕਦੇ ਹੋ ਇਹਨੂੰ, ਅਨਕੌਂਕਰਡ ਕਹਿ ਸਕਦੇ ਹੋ। ਇਨਡੋਮੀਟੇਬਲ ਜੋ ਜਿੱਤਿਆ ਨਹੀਂ ਜਾ ਸਕਦਾ। ਮਤਲਬ ਪਿੰਡ ਵਾਸੀਆਂ ਦੇ ਜੇ ਆਪਾਂ ਚਿਹਰੇ ਦੇਖੀਏ ਜਿਹੜੇ ਉੱਥੇ ਰਹਿ ਗਏ, ਐਂ ਲੱਗਦਾ ਸੀ ਲੈ ਵੀ ਕਿ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਇੱਥੇ ਹੁਣ ਕੋਈ ਲੜਾਈ ਦੀ ਗੱਲ ਨਹੀਂ ਹੋ ਰਹੀ ਕਿ ਉਹਨਾਂ ਨੂੰ ਕੋਈ ਹਰਾ ਦੂਗਾ ਲੜਾਈ 'ਚ। ਉਹਨਾਂ ਦਾ ਮਤਲਬ ਇਹ ਹੈ ਕਿ ਉਹ ਵਿਲੇजेस ਇੰਨੇ ਮਜ਼ਬੂਤ ਨੇ ਕਿ ਮੌਸਮ ਜਿਹੋ ਜਿਹਾ ਮਰਜ਼ੀ ਹੋ ਜੇ, ਇਹ ਹਾਰਨ ਵਾਲਿਆਂ 'ਚੋਂ ਨਹੀਂ ਹੈਗੇ। ਉਹ ਕਈ ਤਾਂ ਮੈਦਾਨ ਛੱਡ ਕੇ ਭੱਜ ਗਏ ਨਾ ਮੌਸਮ ਦੀ ਮਾਰ 'ਚ, ਇਹ ਉੱਥੇ ਹੀ ਸੀਗੇ। This was their land, they said, and they would not leave it. ਹੁਣ ਉਹ ਕਹਿੰਦੇ ਸੀ, ਦੇ ਦਾ ਮਤਲਬ ਇੱਥੇ ਇਹਨਾਂ ਵਿਲੇजेस ਨੂੰ ਹੀ ਕਿਹਾ ਗਿਆ। ਕਹਿੰਦੇ ਵਿਲੇजेस ਕਹਿੰਦੇ ਸੀ ਕਿ ਇਹ ਤਾਂ ਉਹਨਾਂ ਦੀ ਭੂਮੀ ਹੈ। This was their land and they would not leave it, ਅਤੇ ਉਹ ਇਸ ਨੂੰ ਨਹੀਂ ਛੱਡਣਗੇ। ਲੀਵ ਦਾ ਮਤਲਬ ਛੱਡਣਾ, ਅਤੇ ਵਾਕਈ ਉਹਨਾਂ ਨੇ ਛੱਡੀ ਵੀ ਨਹੀਂ ਸੀ। ਉੱਥੇ ਬੈਠੇ ਆ ਉਹ ਹਜੇ ਵੀ। ਮੌਸਮ ਜਿੰਨਾ ਮਰਜ਼ੀ ਖਰਾਬ ਹੈ, ਪਿਛਲੇ 7 ਸਾਲਾਂ ਤੋਂ ਬਾਰਿਸ਼ ਨਹੀਂ ਪਈ, ਆਪਾਂ ਪੜ੍ਹਿਆ ਹੈ ਪਿਛਲੇ ਪੈਰੇ 'ਚ, ਲੇਕਿਨ ਬੈਠੇ ਆ ਉਹ, ਕਹਿੰਦੇ ਅਸੀਂ ਨਹੀਂ ਇਹਨੂੰ ਛੱਡ ਕੇ ਜਾਣਾ। But even they had been defeated, their belief eroded by the sun. ਚਾਹੇ ਉਹ ਬੈਠੇ ਨੇ ਉੱਥੇ, ਲੇਕਿਨ ਉਹ ਡਿਫੀਟ ਤਾਂ ਹੋ ਗਏ ਨਾ। ਡਿਫੀਟ ਦਾ ਮਤਲਬ ਹਾਰਨਾ, ਹਾਰ ਤਾਂ ਗਏ ਉਹ ਮੌਸਮ ਤੋਂ। ਹਾਰਨ ਦੇ ਨਾਲ ਨਾਲ ਕੀ ਹੋਇਆ ਕਿ ਜਿਹੜੀ ਉਹਨਾਂ ਦੀ ਬਿਲੀਫ ਸੀਗੀ, ਬਿਲੀਫ ਦਾ ਮਤਲਬ ਹੁੰਦਾ ਬੇਟਾ ਵਿਸ਼ਵਾਸ। ਬਿਲੀਫ ਵਿਸ਼ਵਾਸ ਨੂੰ ਕਿਹਾ ਜਾਂਦਾ। ਜਿਹੜਾ ਉਹਨਾਂ ਦਾ ਵਿਸ਼ਵਾਸ ਸੀਗਾ ਉਹ ਸੂਰਜ ਨੇ ਇਰੋਡ ਕਰਤਾ ਸੀ। ਇਰੋਡ ਦਾ ਮਤਲਬ ਹੁੰਦਾ ਨਸ਼ਟ ਕਰਨਾ, ਡਿਸਟਰੋਏ। ਸੂਰਜ ਨੇ ਜੀ ਇਰੋਡ ਕਰਤਾ, ਖਤਮ ਕਰਤਾ, ਨਸ਼ਟ ਕਰਤਾ। ਬਿਲੀਫ ਕਿਹੜੀ ਸੀ ਉਹਨਾਂ ਦੀ? ਆਹੀ ਕਿ ਇਹ ਉਹਨਾਂ ਦੀ ਭੂਮੀ ਹੈ, ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ। ਇਹੀ ਬਿਲੀਫ ਸੀ। ਪਰ ਇਹ ਬਿਲੀਫ ਵੀ ਹੁਣ ਕੀ ਹੋ ਰਹੀ ਸੀ? ਖਤਮ ਹੋ ਰਹੀ ਸੀ। ਮੌਸਮ ਦੀ ਮਾਰ ਐਡੀ ਜ਼ਿਆਦਾ ਪੈ ਰਹੀ ਸੀ ਉਹਨਾਂ ਤੇ ਕਿ ਹੁਣ ਉਹ ਹਾਰਦੇ ਹੋਏ ਨਜ਼ਰ ਆ ਰਹੇ ਸੀ। ਹਾਲਾਂਕਿ ਉਹਨਾਂ ਦੇ ਚਿਹਰੇ ਇੰਡੋਮੀਟੇਬਲ ਸੀਗੇ, ਐਂ ਲੱਗਦਾ ਸੀ ਕਦੇ ਉਹ ਹਾਰਨਗੇ ਨਹੀਂ, ਪਰ ਮੌਸਮ ਦੀ ਮਾਰ ਅੱਗੇ ਐਂ ਲੱਗ ਰਿਹਾ ਸੀ ਕਿ ਉਹ ਹਾਰ ਗਏ। They seemed the survivors of a shipwreck stranded beyond reach of human hand. ਇੱਥੇ ਇਹ ਜਿਹੜੇ ਵਿਲੇजेस ਨੇ ਉਹਨਾਂ ਦੀ ਇੱਕ ਤੁਲਨਾ ਕੀਤੀ ਗਈ ਹੈ, ਇੱਕ ਤਰੀਕੇ ਨਾਲ ਇੱਥੇ ਮੈਟਾਫੋਰ ਯੂਜ਼ ਹੋਇਆ ਹੈ। ਉਹ ਕਿਵੇਂ ਤੁਲਨਾ ਕੀਤੀ ਗਈ ਹੈ? ਕਹਿੰਦੇ ਮੰਨ ਲਓ ਕੋਈ ਸ਼ਿਪਰੈਕ ਹੋ ਜਾਏ। ਸ਼ਿਪਰੈਕ ਸਮਝਦੇ ਹੋ? ਸ਼ਿਪਰੈਕ ਦਾ ਮਤਲਬ ਕਿ ਕੋਈ ਸਮੁੰਦਰੀ ਜਹਾਜ਼ ਜਾ ਰਿਹਾ ਹੈ ਯਾਤਰਾ ਤੇ ਸਮੁੰਦਰ ਦੇ ਵਿੱਚ, ਤੇ ਉਹ ਕਿਸੇ ਤੂਫਾਨ ਜਾਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਸਾਰਾ ਟੁੱਟ ਜਾਂਦਾ, ਉਹਨੂੰ ਆਪਾਂ ਸ਼ਿਪਰੈਕ ਕਹਿੰਦੇ ਹਾਂ। ਤਾਂ ਸ਼ਿਪਰੈਕ ਦੇ ਜਿਹੜੇ ਸਰਵਾਈਵਰਸ ਹੈ, ਸਰਵਾਈਵਰ ਦਾ ਮਤਲਬ ਜੋ ਸਰਵਾਈਵ ਕਰ ਜਾਂਦੇ, ਜੋ ਬਚ ਜਾਂਦੇ ਹੈ। ਤੁਹਾਨੂੰ ਪਤਾ ਨਾ ਜਦੋਂ ਸਮੁੰਦਰੀ ਜਹਾਜ਼ ਤਾਂ ਬਹੁਤ ਜਣੇ ਹੁੰਦੇ ਹੈ। ਮੰਨ ਲਓ ਸ਼ਿਪਰੈਕ ਹੋ ਜਾਏ, ਕੋਈ ਜਹਾਜ਼ ਟੁੱਟ ਜਾਏ, ਖਰਾਬ ਹੋ ਜਾਏ, ਜੋ ਮਰਜ਼ੀ ਹੋ ਜਾਏ, ਤੂਫਾਨ ਨਾਲ ਡੁੱਬ ਜਾਏ, ਕੁਝ ਬੰਦੇ ਬਚ ਜਾਂਦੇ ਹੈ, ਕੁਝ ਬੰਦੇ ਨਹੀਂ ਬਚਦੇ। ਤਾਂ ਜਿਹੜੇ ਬਚ ਜਾਂਦੇ ਆਪਾਂ ਉਹਨਾਂ ਨੂੰ ਕੀ ਕਹਿੰਦੇ ਆ? ਸਰਵਾਈਵਰਸ। ਸਰਵਾਈਵ ਕਰ ਗਏ ਜੀ, ਉਹ ਬਚ ਗਏ। ਤਾਂ ਕਹਿੰਦੇ ਉਹ ਸਾਨੂੰ ਇੱਕ ਸ਼ਿਪਰੈਕ ਦੇ ਸਰਵਾਈਵਰਸ ਵਰਗੇ ਲੱਗਦੇ ਆ। ਕੌਣ ਭਲਾ? ਦੇ ਇੱਥੇ ਕਿਹਨੂੰ ਕਿਹਾ ਗਿਆ? ਇਹਨਾਂ ਵਿਲੇजेस ਨੂੰ ਹੀ ਕਿਹਾ ਗਿਆ। ਇਹ ਵਿਲੇजेस ਇੱਕ ਅਜਿਹੇ ਸ਼ਿਪਰੈਕ ਦੇ ਸਰਵਾਈਵਰ ਵਰਗੇ ਲੱਗਦੇ ਨੇ ਜਿਹੜੇ ਕਿ ਇੱਕ ਅਜਿਹੀ ਜਗ੍ਹਾ ਸਟ੍ਰੈਂਡ ਹੋ ਗਏ। ਸਟ੍ਰੈਂਡ ਦਾ ਮਤਲਬ ਹੁਣ ਦੇਖੋ ਨਾ, ਸ਼ਿਪਰੈਕ ਜਦੋਂ ਹੁੰਦਾ ਹੈ ਤਾਂ ਹੁਣ ਸ਼ਿਪ ਤਾਂ ਟੁੱਟ ਗਿਆ, ਸ਼ਿਪ ਤਾਂ ਟੁੱਟ ਗਿਆ ਨਾ, ਤਾਂ ਉਹਦੇ ਤੋਂ ਇਹ ਬਚ ਕੇ ਕਿਤੇ ਸਮੁੰਦਰ ਦੇ ਵਿੱਚ ਕੋਈ ਮੰਨ ਲਓ ਕੋਈ ਜਗ੍ਹਾ ਹੋਊਗੀ, ਕੋਈ ਆਈਲੈਂਡ ਹੋਊਗਾ, ਉੱਥੇ ਖੜੇ ਨੇ, ਵਾਪਸ ਤਾਂ ਆਏ ਨਹੀਂ ਅਜੇ ਜ਼ਮੀਨ ਤੇ। ਤੇ ਹੁਣ ਉਹ ਜਿਹੜਾ ਟਾਪੂ ਤੇ ਖੜੇ ਨੇ ਉਹ ਇੱਕ ਅਜਿਹੀ ਜਗ੍ਹਾ ਹੈ, ਸਟ੍ਰੈਂਡ ਹੋ ਗਏ ਉੱਥੇ। ਸਟ੍ਰੈਂਡ ਦਾ ਮਤਲਬ ਹੁਣ ਉਹ ਫਸ ਗਏ ਉੱਥੇ, ਉੱਥੇ ਖੜੇ ਨੇ। ਅਜਿਹੀ ਜਗ੍ਹਾ ਉਹ ਸਟ੍ਰੈਂਡ ਹੋ ਗਏ ਜਿਹੜੇ ਸਾਡੇ ਹਿਊਮਨ ਹੈਂਡ ਦੀ ਰੀਚ ਤੋਂ ਬਹੁਤ ਦੂਰ ਹੈ। ਮਤਲਬ ਕਿ ਉੱਥੇ ਹਿਊਮਨ ਹੈਂਡ ਪਹੁੰਚ ਨਹੀਂ ਸਕਦਾ, ਬਾਕੀ ਮਨੁੱਖ ਪਹੁੰਚ ਨਹੀਂ ਸਕਦੇ, ਐਂ ਲੱਗਦਾ ਇਹਨਾਂ ਨੂੰ ਦੇਖ ਕੇ। ਹੁਣ ਇਸ ਲਾਈਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਵਿਲੇजेस ਹੈ ਰਾਜਸਥਾਨ ਦੇ, ਉਹਨਾਂ ਦੀ ਜਿਹੜੀ ਜਗ੍ਹਾ ਜਿੱਥੇ ਉਹ ਰਹਿ ਰਹੇ ਨੇ, ਉਸ ਜਗ੍ਹਾ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਬਚਾਉਣ ਦੇ ਲਈ ਹਿਊਮਨ ਹੈਂਡ ਨਹੀਂ ਪਹੁੰਚ ਸਕਦਾ। ਕਿੱਥੇ ਨੇ ਜੀ? ਥਾਰ ਡੈਜ਼ਰਟ। ਇੱਥੇ ਜਿਹੜੀ ਜਗ੍ਹਾ ਨੂੰ ਕਿਹਾ ਗਿਆ ਹੈ ਕਿ ਬਿਯਾਂਡ ਰੀਚ ਆਫ ਹਿਊਮਨ ਹੈਂਡ, ਇਹ ਕਿਸ ਨੂੰ ਕਿਹਾ ਗਿਆ? ਥਾਰ ਡੈਜ਼ਰਟ ਨੂੰ ਕਿਹਾ ਗਿਆ, ਜਿਸ ਮਾਰੂਥਲ ਦੇ ਵਿੱਚ ਉਹ ਰਹਿ ਰਹੇ ਨੇ। ਹਿਊਮਨ ਹੈਂਡ ਦੀ ਰੀਚ ਤੋਂ ਦੂਰ ਹੈ ਉਹ, ਤੇ ਉੱਥੇ ਉਹ ਵਿਚਾਰੇ ਰਹਿ ਰਹੇ ਨੇ। ਇਸ ਤਰ੍ਹਾਂ ਰਹਿ ਰਹੇ ਨੇ ਜਿਵੇਂ ਕਿਸੇ ਸ਼ਿਪਰੈਕ ਦੇ ਸਰਵਾਈਵਰਸ ਰਹਿੰਦੇ ਹੋਣ, ਜਿੱਥੇ ਕੋਈ ਹੋਰ ਬੰਦਾ ਪਹੁੰਚ ਨਹੀਂ ਸਕਦਾ। There was nothing at their feet but the desert, empty except for vultures, scorpions and the occasional foraging antelope.
nothing on the horizon but the same desert, silent except for the shift of wind in the dunes. ਕਹਿੰਦੇ ਕੁਛ ਨਹੀਂ ਸੀ ਉਹਨਾਂ ਦੇ ਪੈਰਾਂ ਦੇ ਥੱਲੇ, there was nothing at their feet, ਸਿਰਫ ਡੈਜ਼ਰਟ ਹੀ ਡੈਜ਼ਰਟ ਸੀ, ਮਾਰੂਥਲ ਹੀ ਮਾਰੂਥਲ ਸੀ, but the desert, ਜਿੱਥੇ ਦੇਖੋ ਮਾਰੂਥਲ। ਇੱਥੇ ਦੇਰ ਦਾ ਮਤਲਬ ਫਿਰ ਵਿਲੇजेस ਦੀ ਹੀ ਗੱਲ ਕੀਤੀ ਗਈ। ਉਹ ਡੈਜ਼ਰਟ ਐਮਪਟੀ ਪਿਆ, ਖਾਲੀ ਪਿਆ, ਹੈ ਹੀ ਨਹੀਂ ਕੋਈ। ਜੇ ਕੁਝ ਹੈਗਾ ਤਾਂ ਕੀ ਨੇ ਜੀ, ਵਲਚਰਸ ਨੇ। ਵਲਚਰਸ, ਹੁਣ ਇੱਥੇ ਕੁਝ ਐਨੀਮਲਸ ਦੱਸੇ ਗਏ ਨੇ ਜੋ, ਜਾਂ ਬਰਡ ਦੱਸੇ ਗਏ ਨੇ ਜੋ ਉੱਥੇ ਹੁਣ ਮਾਰੂਥਲ 'ਚ ਮਿਲਦੇ ਨੇ। ਉਹ ਜਿਹੜਾ ਐਮਪਟੀ ਡੈਜ਼ਰਟ ਹੈ, ਜਿੱਥੇ ਉਹ ਥੋੜੇ ਬਹੁਤੇ ਵਿਲੇजेस ਰਹਿ ਗਏ, ਉਹਨਾਂ ਦੇ ਨਾਲ ਸਾਨੂੰ ਹੋਰ ਕੀ ਦਿਖਦੇ ਨੇ ਜੀ, ਵਲਚਰਸ। ਵਲਚਰ ਕੀ ਹੁੰਦਾ ਜੀ, ਗਿੱਧ, ਪੰਜਾਬੀ 'ਚ ਆਪਾਂ ਜਿਹਨੂੰ ਕਹਿੰਦੇ ਗਿੱਧ, ਤਾਂ ਵਲਚਰਸ ਕਿਹਾ ਜਾਂਦਾ ਹੈ ਗਿੱਧ ਨੂੰ। ਸਕੋਰਪੀਅਨਸ ਕਿਹਾ ਜਾਂਦਾ ਹੈ ਬਿੱਛੂਆਂ ਨੂੰ। ਐਂਡ ਦਾ ਓਕੇਜ਼ਨਲ ਫੋਰਿਜਿੰਗ, ਓਕੇਜ਼ਨਲ ਮਤਲਬ ਕਦੇ ਕਦੇ, ਕਦੇ ਕਦੇ ਸਾਨੂੰ ਦਿਖ ਜਾਂਦੇ ਸੀ। ਫੋਰਿਜਿੰਗ, ਫੋਰਿਜਿੰਗ ਦਾ ਮਤਲਬ ਹੁੰਦਾ ਬੇਟਾ ਇਨ ਸਰਚ ਆਫ ਫੂਡ, ਭੋਜਨ ਦੀ ਭਾਲ 'ਚ, ਭੋਜਨ ਦੀ ਭਾਲ 'ਚ ਸਾਨੂੰ ਤੁਰੇ ਫਿਰਦੇ ਕਦੇ ਕਦੇ ਕੀ ਦਿਖ ਜਾਂਦੇ ਸੀ, ਐਂਟੀਲੋਪ। ਐਂਟੀਲੋਪ ਕਿਹਾ ਜਾਂਦਾ ਬੇਟਾ 12 ਸਿੰਘਾਂ ਨੂੰ, ਹਿਰਨ ਜਿਹਨੂੰ ਤੁਸੀਂ ਕਹਿੰਦੇ ਹੋ। ਤਾਂ ਤਿੰਨ ਤਰ੍ਹਾਂ ਦੇ ਸਾਨੂੰ ਉੱਥੇ ਐਨੀਮਲ ਦਿਖਦੇ ਆ ਡੈਜ਼ਰਟ 'ਚ। ਕਿਹੜੇ ਕਿਹੜੇ, ਵਲਚਰ, ਸਕੋਰਪੀਅਨਸ, ਐਂਟੀਲੋਪਸ। ਤੇ ਬਾਕੀ ਉਹ ਬੰਦੇ ਦਿਖਦੇ ਨੇ ਜਿਹੜੇ ਉੱਥੇ ਰਹਿ ਗਏ। ਹੋਰ ਸਾਨੂੰ ਕੁਛ ਨਹੀਂ ਦਿਖਦਾ ਹੋਰਾਈਜ਼ਨ। ਹੋਰਾਈਜ਼ਨ ਫੇਰ ਸ਼ਬਦ ਆ ਗਿਆ, ਕੱਲ ਵੀ ਆਇਆ ਸੀ ਹੋਰਾਈਜ਼ਨ। ਸਕਾਈਲਾਈਨ ਸ਼ਬਦ ਕੱਲ ਆਏ ਸੀਗੇ। ਹੋਰਾਈਜ਼ਨ ਤੇ ਸਕਾਈਲਾਈਨ ਦਾ ਮਤਲਬ ਇੱਕੋ ਹੀ ਹੁੰਦਾ, ਜਿੱਥੇ ਸਾਨੂੰ ਆਸਮਾਨ ਜ਼ਮੀਨ ਨਾਲ ਟੱਚ ਕਰਦਾ, ਉਹ ਲਾਈਨ ਜੀ ਬਣਦੀ ਹੈ, ਉਸਨੂੰ ਆਪਾਂ ਹੋਰਾਈਜ਼ਨ ਜਾਂ ਸਕਾਈਲਾਈਨ ਕਹਿੰਦੇ ਆ। ਕਹਿੰਦੇ ਸਾਨੂੰ ਹੋਰਾਈਜ਼ਨ 'ਚ ਹੋਰ ਕੁਝ ਨਹੀਂ ਦਿਖਦਾ, ਬਟ ਦਾ ਸੇਮ ਡੈਜ਼ਰਟ, ਇੱਕੋ ਹੀ ਡੈਜ਼ਰਟ ਦਿਖਦਾ ਸਾਨੂੰ, ਇੱਕੋ ਤਰ੍ਹਾਂ ਦਾ ਮਾਰੂਥਲ ਦਿਖਦਾ ਹੈ। ਸਾਇਲੈਂਟ, ਬਿਲਕੁਲ ਸਾਇਲੈਂਟ ਦਿਖਦਾ ਹੈ, ਐਕਸੈਪਟ ਫॉर ਦਾ ਸ਼ਿਫਟ ਆਫ ਵਿੰਡ ਇਨ ਦਾ ਡਿਊਨਸ। ਪਰ ਹਾਂ, ਕਦੇ ਕਦੇ ਜਿਹੜੇ ਉਹ ਟਿੱਬਿਆਂ ਦੇ ਵਿੱਚੋਂ ਦੀ ਹਵਾ ਜਿਹੜੀ ਲੰਘਦੀ ਹੈ, ਟਿੱਬਿਆਂ ਦੇ ਵਿੱਚੋਂ ਦੀ ਜਿਹੜੀ ਲੰਘਦੀ ਹੈ ਹਵਾ, ਉਸ ਦੀ ਆਵਾਜ਼ ਜ਼ਰੂਰ ਸੁਣਦੀ। ਤਾਂ ਇੱਥੇ ਡਿਊਨਸ ਦਾ ਮਤਲਬ ਟਿੱਬੇ ਬੇਟਾ, ਤੁਹਾਨੂੰ ਪਤਾ ਉਹ ਜਿਹੜੇ ਰੇਤ ਦੇ ਟਿੱਬੇ ਜੇ ਜਮਾ ਹੋ ਜਾਂਦੇ ਨੇ, ਜਿਨ੍ਹਾਂ ਦੇ ਬਾਰੇ ਕੱਲ ਵੀ ਪਹਿਰਾ ਆਇਆ ਸੀ ਕਿ ਹਵਾ ਚੱਕ ਕੇ ਕਦੇ ਇੱਧਰ ਫਾਰਮ ਕਰਦੀ ਹੈ, ਕਦੇ ਉੱਧਰ ਲੈ ਕੇ ਜਾਂਦੀ ਹੈ ਉਹਨੂੰ। ਤਾਂ ਡਿਊਨਸ ਦੇ ਵਿੱਚ ਜਦੋਂ ਵਿੰਡ ਚੱਲਦੀ ਹੈ ਤਾਂ ਉਹਦੀ ਜਿਹੜੀ ਆਵਾਜ਼ ਹੈ ਉਹ ਕਦੇ ਕਦੇ ਸਾਨੂੰ ਡੈਜ਼ਰਟ 'ਚ ਨਜ਼ਰ ਆਉਂਦੀ ਹੈ, ਸੁਣਦੀ ਹੈ। ਅਦਰਵਾਈਜ਼ ਹੋਰ ਕੁਛ ਨਹੀਂ ਸੁਣਦਾ, ਸਾਇਲੈਂਸ ਹੁੰਦੀ ਹੈ ਸਾਨੂੰ, ਚੁੱਪ, ਤੇ ਸਾਰੇ ਪਾਸੇ ਡੈਜ਼ਰਟ ਹੀ ਡੈਜ਼ਰਟ, ਮਾਰੂਥਲ ਹੀ ਮਾਰੂਥਲ। The villages were impermanent, and even Jaisalmer with its temples and tombs and forts, a hushed island of stone in the endless tawny waves of sand, seemed locked in a dream of defeat. ਹੁਣ ਜਿਹੜੇ ਪਿੰਡ ਨੇ ਵੀ ਇਹ ਤਾਂ ਵੀ impermanent ਨੇ। impermanent ਬੇਟਾ ਪਰਮਾਨੈਂਟ ਦਾ ਉਲਟ ਹੁੰਦਾ ਹੈ। ਪਰਮਾਨੈਂਟ ਮਤਲਬ ਪੱਕਾ, impermanent ਮਤਲਬ ਕੱਚਾ। ਜਿਹੜੇ ਵਿਲੇजेस ਨੇ ਇਹ ਪਰਮਾਨੈਂਟ ਤਾਂ ਹੈ ਨਹੀਂ। ਇੱਥੋਂ ਤੱਕ ਕਿ ਜਿਹੜਾ ਜੈਸਲਮੇਰ, ਹੁਣ ਇੱਥੇ ਜੈਸਲਮੇਰ ਸਿਟੀ ਦਾ ਨਾਮ ਹੈ। ਜੈਸਲਮੇਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਇਟਸ ਅ ਬਿਊਟੀਫੁਲ ਸਿਟੀ ਇਨ ਰਾਜਸਥਾਨ। ਹੁਣ ਇਹਦੇ ਚ ਟੈਂਪਲਸ ਨੇ ਜੀ, ਮੰਦਰ ਨੇ, ਟੂਮਸ ਨੇ, ਕਬਰਾਂ ਨੇ, ਐਂਡ ਫੋਰਟਸ ਨੇ ਅਤੇ ਕਿਲੇ ਨੇ। ਅਤੇ ਸਾਨੂੰ ਜੈਸਲਮੇਰ ਕਿੱਦਾਂ ਦਾ ਨਜ਼ਰ ਆਉਂਦਾ ਹੈ, ਇਦਾਂ ਦਾ ਨਜ਼ਰ ਆਉਂਦਾ ਹੈ ਜਿਵੇਂ ਕਹਿੰਦਾ ਰੇਤ ਦੀਆਂ ਐਂਡਲੈਸ ਟੌਨੀ ਵੇਵਸ ਨੇ। ਐਂਡਲੈਸ ਦਾ ਮਤਲਬ ਨਾ ਖਤਮ ਹੋਣ ਵਾਲੀਆਂ। ਟਾਨੀ ਸ਼ਬਦ ਪਹਿਲਾਂ ਵੀ ਆਇਆ ਸੀ, ਇਹਦਾ ਮਤਲਬ ਹੁੰਦਾ ਯੈਲੋਇਸ਼, ਬਰਾਊਨਿਸ਼ ਯੈਲੋ ਕਲਰ ਨੂੰ ਆਪਾਂ ਟਾਨੀ ਕਹਿੰਦੇ ਆ। ਤੁਹਾਨੂੰ ਪਤਾ ਨਾ ਡੈਜ਼ਰਟ ਇਦਾਂ ਦਾ ਹੀ ਹੁੰਦਾ, ਬਰਾਊਨ ਯੈਲੋ ਜਿਹੇ ਕਲਰ ਦਾ ਹੁੰਦਾ। ਉਹਦੇ ਤੇ ਜਿਹੜੀਆਂ ਵੇਵ ਚੱਲਦੀਆਂ ਨੇ ਹਵਾ ਦੇ ਨਾਲ ਨਾਲ, ਹੈ ਨਾ, ਰੇਤ ਦੇ ਉੱਪਰ ਵੇਵਸ ਦੀਆਂ ਚੱਲਦੀਆਂ ਨੇ, ਉਹਦੇ ਵਿੱਚ ਸਾਨੂੰ ਇੱਕ ਸਾਇਲੈਂਟ ਜਿਹਾ ਟਾਪੂ ਨਜ਼ਰ ਆਉਂਦਾ ਜਿਹੜਾ ਸਟੋਨ ਦਾ ਬਣਿਆ ਹੋਇਆ। ਹਸ਼ ਦਾ ਮਤਲਬ ਹੁੰਦਾ ਬੇਟਾ ਸਾਇਲੈਂਟ, ਜਿੱਥੇ ਕੁਝ ਹਲਚਲ ਨਹੀਂ ਹੈ, ਕੋਈ ਰੋਲਾ ਰੱਪਾ ਨਹੀਂ ਪੈ ਰਿਹਾ। ਇੱਕ ਅਜਿਹਾ ਆਈਲੈਂਡ, ਇੱਕ ਟਾਪੂ ਨਜ਼ਰ ਆਉਂਦਾ ਹੈ ਜਿਹੜਾ ਸਟੋਨ ਦਾ ਬਣਿਆ ਹੋਣਾ। ਉਹ ਸਟੋਨ ਕਿਹੜੇ ਨੇ ਬੇਟਾ, ਸਟੋਨ ਆਹੀ ਨੇ, ਕਿਉਂਕਿ ਉੱਥੇ ਟੈਂਪਲਸ ਨੇ। ਸਾਨੂੰ ਜੈਸਲਮੇਰ ਦੇ ਵਿੱਚ, ਮੈਂ ਗਿਆ ਹੋਇਆ ਜੈਸਲਮੇਰ, ਤਾਂ ਜੈਸਲਮੇਰ ਦੇ ਵਿੱਚ ਟੈਂਪਲਸ ਨੇ ਜੀ, ਫੋਰਟ ਹੈ, ਜੈਸਲਮੇਰ ਦਾ ਕਿਲਾ ਹੈ। ਅੱਛਾ, ਜੈਸਲਮੇਰ ਦੇ ਕਿਲੇ ਦੀ ਇੱਕ ਖਾਸੀਅਤ ਦੇਖੀ ਜੀ ਮੈਂ, ਉਹ ਜੈਸਲਮੇਰ ਦੇ ਕਿਲੇ ਦੇ ਵਿੱਚ ਲੋਕੀ ਵੀ ਰਹੀ ਜਾਂਦੇ ਨੇ, ਮਿਊਜ਼ੀਅਮ ਵੀ ਨੇ, ਬਾਜ਼ਾਰ ਵੀ ਨੇ, ਕਿਲਾ ਵੀ ਹੈ। ਦੇਖੋ ਕਮਾਲ ਹੋ ਗਿਆ। ਆਮ ਤੌਰ ਤੇ ਕਿਲੇ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ। ਜੇ ਤੁਸੀਂ ਮਹਿਰਾਨਗੜ੍ਹ ਦਾ ਜਿਹੜਾ ਮੈਂ ਕਿਲਾ ਦਿਖਾਇਆ ਸੀ ਤੁਹਾਨੂੰ, ਜੋਧਪੁਰ ਦਾ, ਉੱਥੇ ਸਿਰਫ ਕਿਲਾ ਹੈ, ਰਾਜੇ ਦਾ ਮਹਿਲ ਹੈ, ਰਾਣੀ ਦਾ ਮਹਿਲ ਹੈ, ਜਾਂ ਜਿੱਥੇ ਉਹ ਬਾਗ ਨੇ, ਇਹੋ ਜਿਹਾ ਕੁਝ ਹੈ। ਲੇਕਿਨ ਜੈਸਲਮੇਰ ਦੇ ਕਿਲੇ 'ਚ ਲੋਕੀ ਵੀ ਰਹੀ ਜਾਂਦੇ ਨੇ, ਅੰਦਰ ਬਾਜ਼ਾਰ ਵੀ ਹੈ, ਕੈਫੇ ਵੀ ਨੇ, ਦੁਕਾਨਾਂ ਵੀ ਨੇ, ਰਾਜੇ ਦਾ ਮਹਿਲ ਵੀ ਹੈ, ਰਾਣੀ ਦਾ ਮਹਿਲ ਵੀ ਹੈ, ਮਿਊਜ਼ੀਅਮ ਵੀ ਹੈ, ਸਾਰਾ ਕੁਝ ਹੈ, ਪਿੱਛੇ ਸਾਰਾ ਕੁਝ ਚੱਲੀ ਜਾਂਦਾ। ਕਮਾਲ ਦੀ ਗੱਲ ਜੈਸਲਮੇਰ ਦੇ ਕਿਲੇ 'ਚ। ਅੱਛਾ, ਉੱਥੇ ਟੂਮਸ ਨੇ ਜੀ, ਮੈਂ ਦੇਖ ਕੇ ਆਇਆ ਸੀ ਜੈਸਲਮੇਰ 'ਚ। ਇੱਕ ਲੇਕ ਵੀ ਹੈ ਜੈਸਲਮੇਰ ਦੀ, ਬੜੀ ਸੋਹਣੀ ਜੀ ਲੇਕ ਹੈ, ਛੋਟੀ ਜੀ। ਜੈਸਲਮੇਰ ਨੂੰ ਆਈਲੈਂਡ ਆਫ ਸਟੋਨ ਕਿਹਾ ਗਿਆ, ਹਸ਼ਡ ਆਈਲੈਂਡ ਆਫ ਸਟੋਨ। ਇੱਥੇ ਕੀ ਕਿਹਾ ਗਿਆ ਦੇਖੋ, ਹਸ਼ਡ ਆਈਲੈਂਡ ਆਫ ਸਟੋਨ, ਪੱਥਰਾਂ ਦਾ ਬਣਿਆ ਹੋਇਆ
ਇੱਕ ਹਸ਼ਡ ਸਾਇਲੈਂਟ ਆਈਲੈਂਡ ਕਿਹਨੂੰ ਕਿਹਾ ਗਿਆ? ਜੈਸਲਮੇਰ। ਤੇ ਉਹ ਕਿਹਦੇ ਵਿੱਚ ਬਣਿਆ ਹੋਇਆ ਹੈ? ਮਾਰੂਥਲ ਚ, ਜਿੱਥੇ ਐਂਡਲੈਸ ਟੌਨੀ ਵੇਵਸ ਚੱਲਦੀਆਂ ਨੇ, ਸੈਂਡ ਦੀਆਂ ਤਰੰਗਾਂ ਜੀਆਂ ਚੱਲਦੀਆਂ ਨੇ, ਲਹਿਰਾਂ ਜੀਆਂ ਚੱਲਦੀਆਂ ਨੇ। ਇੱਕ ਤਾਂ ਪਾਣੀ ਦੀਆਂ ਲਹਿਰਾਂ ਹੁੰਦੀਆਂ ਨੇ, ਇੱਥੇ ਸੈਂਡ ਦੀਆਂ ਲਹਿਰਾਂ ਚੱਲਦੀਆਂ ਨੇ ਹਵਾ ਦੇ ਨਾਲ ਨਾਲ। ਤੇ ਸਾਨੂੰ ਜੈਸਲਮੇਰ ਕਿਦਾਂ ਦਾ ਨਜ਼ਰ ਆਉਂਦਾ ਹੈ? ਸੀਮਡ ਲੌਕਡ ਇਨ ਅ ਡ੍ਰੀਮ ਆਫ ਡਿਫੀਟ, ਹਾਰਿਆ ਹੋਇਆ ਨਜ਼ਰ ਆਉਂਦਾ ਹੈ ਜੀ ਸਾਨੂੰ, ਡ੍ਰੀਮ ਆਫ ਡਿਫੀਟ। ਇੱਥੇ ਪੂਰੇ ਫਰੇਜ਼ ਦਾ ਮਤਲਬ ਸੀਮਡ ਲੌਕਡ ਇਨ ਡ੍ਰੀਮ ਆਫ ਡਿਫੀਟ ਦਾ ਮਤਲਬ ਹੈ ਕਿ ਸਾਨੂੰ ਜੈਸਲਮੇਰ ਡਿਫੀਟਡ ਨਜ਼ਰ ਆਉਂਦਾ ਹੈ, ਹਾਰਿਆ ਹੋਇਆ ਨਜ਼ਰ ਆਉਂਦਾ ਹੈ। ਕਿਹਦੇ ਤੋਂ? ਉਸੇ ਸੂਰਜ ਤੋਂ, ਗਰਮੀ ਤੋਂ, ਤਪਸ਼ ਤੋਂ। ਆਈਲੈਂਡ ਆਮ ਤੌਰ ਤੇ ਕਿੱਥੇ ਹੁੰਦਾ ਬੇਟਾ? ਸਮੁੰਦਰ ਦੇ ਵਿੱਚ ਹੁੰਦਾ ਨਾ, ਪਾਣੀ ਦੇ ਵਿੱਚ। ਜਿਹੜਾ ਇੱਕ ਜ਼ਮੀਨ ਦਾ ਟੁਕੜਾ ਚਾਰੇ ਪਾਸੇ ਉਹ ਪਾਣੀ ਨਾਲ ਘਿਰਿਆ ਹੋਇਆ, ਆਪਾਂ ਨੂੰ ਆਈਲੈਂਡ ਕਹਿੰਦੇ। ਲੇਕਿਨ ਦੇਖੋ ਇੱਥੇ ਰਾਈਟਰ ਨੇ ਕਿੰਨੇ ਸੋਹਣੇ ਵਰਡ ਯੂਜ਼ ਕੀਤੇ ਨੇ। ਉਹਨੇ ਇਹਨੂੰ ਕਿਹੜਾ ਕਿਹਾ? ਆਈਲੈਂਡ ਆਫ ਸਟੋਨ। ਤੇ ਆਮ ਤੌਰ ਤੇ ਆਈਲੈਂਡ ਪਾਣੀ ਦੇ ਵਿੱਚ ਹੁੰਦਾ ਹੈ, ਇਹ ਆਈਲੈਂਡ ਕਿਹਦੇ ਵਿੱਚ ਹੈ? ਸੈਂਡ ਦੇ। ਸੈਂਡ ਦੇ ਵਿੱਚ ਇੱਕ ਆਈਲੈਂਡ ਆਫ ਸਟੋਨ ਬਣਿਆ ਹੋਇਆ ਹੈ, ਜਿਹੜਾ ਹਾਰਿਆ ਹੋਇਆ ਸਾਨੂੰ ਨਜ਼ਰ ਆਉਂਦਾ ਹੈ। ਹਾਲਾਂਕਿ ਉਹ ਸਟੋਨ ਕਿਹੜੇ ਨੇ ਜੀ? ਉੱਥੇ ਟੈਂਪਲਸ ਨੇ, ਉੱਥੇ ਟੂਮਸ ਨੇ ਤੇ ਫੋਰਟਸ ਨੇ। 8th ਪੈਰਾਗ੍ਰਾਫ। ਪਤਾ ਹੈ ਨਾ ਆਪਾਂ ਨੂੰ ਕਿ ਜਿਹੜਾ ਰਾਈਟਰ ਹੈ ਉਹ ਡਰਾਈਵ ਕਰਦਾ ਹੋਇਆ ਜਾ ਰਿਹਾ। ਉਸਨੇ ਜਿਹੜੀ ਜੈਸਲਮੇਰ ਦੇ ਬਾਰੇ ਵੀ 7 ਪੈਰਾਗ੍ਰਾਫ 'ਚ ਲਿਖਿਆ ਹੈ, ਉਹ ਡਰਾਈਵ ਕਰਦੇ ਹੋਏ ਜਾਂਦੇ ਹੋਏ ਉਸਨੂੰ ਜੋ ਦਿਖਿਆ ਉਹ ਉਸਨੇ ਦੱਸਿਆ। ਉਹਦੀ ਡਰਾਈਵਿੰਗ ਜਿਹੜੀ ਹੈ ਜਾਰੀ ਹੈ ਹਜੇ। In the dunes by the road, on one of our forced halts, I came upon a pile of dry and unidentifiable bones with a lonely and heraldic vulture perched upon them. ਹੁਣ ਤੁਹਾਨੂੰ ਪਤਾ ਰੋਡ ਤੇ ਡਿਊਨਸ ਬਣ ਜਾਂਦੇ ਸੀਗੇ। ਆਪਾਂ ਪੜ੍ਹਿਆ ਪਹਿਲਾਂ ਪੈਰਿਆਂ 'ਚ ਕਿ ਹਵਾ ਡਿਊਨਸ ਨੂੰ ਬਣਾ ਦਿੰਦੀ ਆ, ਕਿ ਲੈ ਆਉਂਦੀ ਹੈ ਸੈਂਡ, ਫਿਰ ਜਮ੍ਹਾਂ ਕਰ ਦਿੰਦੀ ਹੈ, ਫਿਰ ਦੂਜੀ ਤਰਫ ਹਵਾ ਚੱਲਣ ਲੱਗਦੀ ਹੈ, ਫਿਰ ਡਿਊਨ ਉੱਧਰ ਲੈ ਜਾਂਦੀ ਹੈ, ਇੱਧਰ ਲੈ। ਤਾਂ ਆਪਾਂ ਇਹ ਸਾਰਾ ਪੜ੍ਹਿਆ। ਤਾਂ ਰੋਡ ਤੇ ਜਾਂਦੇ ਸਾਨੂੰ ਡਿਊਨਸ ਮਿਲੇ। ਕਈ ਵਾਰੀ ਉਹਨਾਂ ਨੂੰ ਉਹ ਡਿਊਨਸ ਹਟਾਣੇ ਵੀ ਪਏ। ਬੁਲਵਾਕਸ ਸ਼ਬਦ ਆਇਆ ਸੀ। ਡਿਊਨਸ ਕੀ ਹੈ? ਇੱਕ ਦੀਵਾਰ ਜੀ ਬਣਾ ਦਿੰਦੇ ਆ। ਤਾਂ ਫਿਰ ਨੈਚੁਰਲੀ ਜਦ ਤੱਕ ਉਹ ਆਪਾਂ ਰੇਤ ਹਟਾਵਾਂਗੇ ਨਹੀਂ ਤਾਂ ਗੱਡੀ ਕਿਵੇਂ ਅੱਗੇ ਜਾਊਗੀ। ਤਾਂ ਕਈ ਵਾਰੀ ਸਾਨੂੰ ਰੁਕਣਾ ਪੈਂਦਾ ਸੀ। ਤਾਂ ਉਹਦੀ ਇੱਕ ਹਾਲਟ ਦੀ ਗੱਲ ਕਰ ਰਿਹਾ, ਸਟਾਪ ਦੀ ਗੱਲ ਕਰ ਰਿਹਾ ਕਿ ਇੱਕ ਸਾਨੂੰ ਫੋਰਸਡ ਸਟਾਪ ਆਇਆ। ਹਾਲਟ ਦਾ ਮਤਲਬ ਸਟਾਪ। ਇੱਕ ਜਗ੍ਹਾ ਸਾਨੂੰ ਮਜਬੂਰੀ ਨਾਲ ਰੁਕਣਾ ਪਿਆ, ਧੱਕੇ ਨਾਲ ਰੁਕਣਾ ਪਿਆ। ਫੋਰਸਡ ਹਾਲਟ ਦਾ ਮਤਲਬ ਹੈ ਵੀ ਜਦੋਂ ਧੱਕੇ ਨਾਲ ਤੁਸੀਂ ਕਿਤੇ ਰੁਕਦੇ ਉਹਨੂੰ ਕਹਿੰਦੇ ਆ। ਕਿਉਂਕਿ ਰੋਡ ਸਾਈਡ ਤੇ ਡਿਊਨ ਬਣਿਆ ਹੋਇਆ ਸੀ ਤੇ ਇੱਕ ਡਿਊਨ ਮੈਂ ਦੇਖਿਆ, ਅ ਪਾਈਲ ਆਫ ਡਰਾਈ ਐਂਡ ਅਨਆਇਡੈਂਟੀਫਾਈਏਬਲ ਬੋਨਸ। ਤਾਂ ਜਦੋਂ ਉਹ ਰੁਕੇ ਤਾਂ ਉਹਨਾਂ ਨੂੰ ਕੀ ਚੀਜ਼ ਦਿਖੀ? ਤਾਂ ਇੱਥੇ ਆਏ ਦਾ ਮਤਲਬ ਰਾਈਟਰ ਤੋਂ ਹੈ। ਕਹਿੰਦੇ ਰਾਈਟਰ ਨੂੰ ਕੰਮ ਅਪੋਨ, ਦੇਖੋ ਇੱਥੇ ਇੱਕ ਵਰਡ ਆਇਆ ਕੇਮ ਅਪੋਨ, ਐਕਚੁਅਲੀ ਕੰਮ ਅਪੋਨ ਹੈ ਕਿਉਂਕਿ ਵਰਬ ਸੈਕਿੰਡ ਲੱਗੀ ਹੈ। ਤਾਂ ਕੰਮ ਅਪੋਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਚੀਜ਼ ਤੁਹਾਨੂੰ ਮਿਲਦੀ ਹੈ ਇੱਕਦਮ, ਉਹਨੂੰ ਕਹਿੰਦੇ ਨੇ। ਦੇਖੋ ਕੰਮ ਦਾ ਮਤਲਬ ਹੁੰਦਾ ਆਉਣਾ, ਹੈ ਨਾ। ਲੇਕਿਨ ਕੰਮ ਦੇ ਪਿੱਛੇ ਜੇ ਅਪੋਨ ਪ੍ਰੈਪੋਜੀਸ਼ਨ ਆ ਜੇ ਥੋੜਾ ਜਿਹਾ ਮਤਲਬ ਚੇਂਜ ਹੋ ਜਾਂਦਾ ਹੈ। ਕੰਮ ਅਪੋਨ ਦਾ ਮਤਲਬ ਇਹ ਵੀ ਹੋ ਜਾਂਦਾ ਹੈ ਕਿ ਕੋਈ ਚੀਜ਼ ਤੁਹਾਨੂੰ ਦਿਖਦੀ ਹੈ, ਮਿਲਦੀ ਹੈ। ਤਾਂ ਕਹਿੰਦੇ ਸਾਨੂੰ ਇੱਕ ਚੀਜ਼ ਮਿਲੀ। ਕੀ ਹੈ ਉਹ? ਅ ਪਾਇਲ, ਇੱਕ ਢੇਰ ਮਿਲਿਆ, ਡਰਾਈ ਖੁਸ਼ਕ ਅਤੇ ਅਨਆਇਡੈਂਟੀਫਾਈਏਬਲ ਬੋਨਸ ਦਾ, ਹੱਡੀਆਂ ਦਾ ਸਾਨੂੰ ਜਿਨ੍ਹਾਂ ਦੀ ਪਛਾਣ ਨਹੀਂ ਸੀ ਹੋ ਸਕਦੀ। ਦੇਖੋ ਅਨਆਇਡੈਂਟੀਫਾਈਏਬਲ ਸ਼ਬਦ ਆਇਡੈਂਟੀਫਾਈ ਤੋਂ ਬਣਿਆ। ਆਇਡੈਂਟੀਫਾਈ ਦਾ ਮਤਲਬ ਜਿਸ ਨੂੰ ਆਪਾਂ ਆਇਡੈਂਟੀ ਕਰ ਲਈਏ, ਪਛਾਣ ਕਰ ਲਈਏ। ਅਨਆਇਡੈਂਟੀਫਾਈਏਬਲ ਜਿਹਦੀ ਆਪਾਂ ਪਛਾਣ ਨਾ ਕਰ ਸਕੇ। ਤਾਂ ਇੱਕ ਸਾਨੂੰ ਅਜਿਹਾ ਢੇਰ ਮਿਲਿਆ ਬੋਨਸ ਦਾ, ਡਰਾਈ ਖੁਸ਼ਕ ਹੋਇਆ ਹੋਇਆ ਸੀ, ਜਿਸ ਦੀ ਸਾਡੇ ਤੋਂ ਪਛਾਣ ਨਹੀਂ ਹੋਈ। ਅਤੇ ਉਸ ਢੇਰ ਦੇ ਉੱਪਰ ਕੀ ਸੀਗਾ ਜੀ? ਆ ਲੋਨਲੀ, ਇੱਕ ਕੱਲਾ ਜਾ, ਐਂਡ ਹੈਰਾਲਡਿਕ ਵਲਚਰ। ਵਲਚਰ ਮੈਂ ਪਹਿਲਾਂ ਵੀ ਦੱਸਿਆ, ਵਲਚਰ ਗਿੱਧ ਨੂੰ ਕਿਹਾ ਜਾਂਦਾ। ਇੱਕ ਗਿੱਧ ਬੈਠਾ ਹੈ, ਵਲਚਰ ਬੈਠਾ ਹੈ ਜੀ। ਪਰਚ ਅਪੋਨ, ਪਰਚ ਅਪੋਨ ਦਾ ਮਤਲਬ ਹੁੰਦਾ ਉੱਪਰ ਬੈਠਣਾ। ਟਾਈਮ ਦਾ ਮਤਲਬ ਇੱਥੇ ਉਸੇ ਪਾਈਲ ਨੂੰ ਕਿਹਾ ਗਿਆ, ਢੇਰ ਦੇ ਉੱਪਰ ਬੈਠਾ ਜੀ ਉਹ, ਇੱਕ ਵਲਚਰ ਬੈਠਾ। ਉਹ ਢੇਰ ਕਾਹਦਾ ਹੈ? ਇਟਸ ਅ ਪਾਈਲ ਆਫ ਡਰਾਈ ਬੋਨਸ, ਤੇ ਇੱਕ ਵਲਚਰ ਬੈਠਾ। ਹੈਰਾਲਡਿਕ ਸ਼ਬਦ ਆਇਆ ਹੈ। ਹੈਰਾਲਡਿਕ ਦਾ ਮਤਲਬ ਹੁੰਦਾ ਬੇਟਾ ਜਦੋਂ ਨਾ ਕੋਈ ਸਾਨੂੰ ਪਹਿਲਾਂ ਹੀ ਅਲਾਰਮ ਹੋ ਜਾਏ ਵੀ ਕੋਈ ਮਾੜੀ ਚੀਜ਼ ਹੋਣ ਵਾਲੀ ਹੈ ਨਾ, ਤਾਂ ਉਸ ਨੂੰ ਆਪਾਂ ਕਹਿੰਦੇ ਆ, ਇਸ ਨੂੰ ਆਪਾਂ ਫੋਰ ਅਲਾਰਮਿੰਗ ਵੀ ਕਹਿ ਸਕਦੇ ਹਾਂ ਕਿ ਸਾਨੂੰ ਪਹਿਲਾਂ ਹੀ ਅਲਾਰਮ ਹੋ ਗਿਆ, ਉਹਨੂੰ ਆਪਾਂ ਹੈਰਲਡ ਜਾਂ ਹੈਰਲਡਿਕ ਕਹਿੰਦੇ ਆ। The vulture had the gloomy raddled look which I associate with the patriarch Noah. ਕਹਿੰਦੇ ਜਦੋਂ ਮੈਂ ਵਲਚਰ ਨੂੰ ਦੇਖਿਆ ਤਾਂ ਵਲਚਰ ਤੇ ਨਾ ਇੱਕ ਗਲੂਮੀ ਜੀ, ਰੈਡਲ ਜੀ ਲੁੱਕ ਸੀਗੀ ਉਹਦੀ, ਜਿਹੜੀ ਦੇਖਣੀ ਸੀਗੀ ਉਹਦੇ ਉੱਪਰ, ਚਿਹਰੇ ਦੇ ਉੱਪਰ, ਵਲਚਰ ਦੇ ਉੱਪਰ ਮੈਨੂੰ ਇੱਕ ਗਲੂਮੀ ਦਾ ਮਤਲਬ ਹੁੰਦਾ ਹੈ ਹੋਪਲੈਸ, ਜਿਹਦੀ ਕੋਈ ਆਸ ਜੀ ਨਾ ਹੋਵੇ ਨਾ, ਉਹਨੂੰ ਆਪਾਂ ਗਲੂਮੀ ਕਹਿੰਦੇ ਆ। ਡਾਰਕ ਵੀ ਕਹਿ ਸਕਦੇ ਹੋ ਵੀ ਸਾਨੂੰ ਕੋਈ ਰੌਣਕ ਜੀ ਨਾ ਦਿਖੇ, ਹੈ ਨਾ। ਤੇ ਰੈਡਲ ਦਾ ਮਤਲਬ ਹੁੰਦਾ ਕਨਫਿਊਜ਼ਡ, ਤੇ ਕਨਫਿਊਜ਼ ਜੀ ਮੈਨੂੰ ਲੁੱਕ ਦਿਖੀ ਉਸ ਵਲਚਰ ਦੇ ਉੱਪਰ। ਹੈਪੀ ਦਾ ਉਲਟ ਹੋ ਗਿਆ, ਜਦ ਆਪਾਂ ਖੁਸ਼
ਹੋਈਏ ਤਾਂ ਆਪਣੇ ਚਿਹਰੇ ਦੀ ਰੌਣਕ ਹੀ ਹੋਰ ਹੁੰਦੀ ਹੈ, ਪਰ ਬੇਰੰਗਾ ਜਿਹਾ ਚਿਹਰਾ ਹੋ ਜੇ ਤਾਂ ਆਪਾਂ ਉਹਨੂੰ ਗਲੂਮੀ ਰੈਡਲ ਲੁੱਕ ਕਹਿੰਦੇ ਆ। ਅਤੇ ਮੈਨੂੰ ਉਸ ਦੀ ਲੁੱਕ ਦੇਖ ਕੇ ਐਂ ਲੱਗਿਆ ਜਿਵੇਂ ਉਸ ਦੀ ਲੁੱਕ ਕਿਹਦੇ ਵਰਗੀ ਹੁੰਦੀ ਹੈ, ਪੈਟਰੀਆਰਕ ਨੋਆ ਵਰਗੀ। ਨੋਆ ਐਨ ਵੱਡਾ, ਧਿਆਨ ਦਿਓ। ਪੈਟਰੀਆਰਕ ਦਾ ਮਤਲਬ ਮੈਂ ਪਹਿਲਾਂ ਤੁਹਾਨੂੰ ਦੱਸਦਾ, ਪੈਟਰੀਆਰਕ ਦਾ ਮਤਲਬ ਹੁੰਦਾ ਬੇਟਾ ਹੈਡ ਆਫ ਦਾ ਫੈਮਿਲੀ। ਮੰਨ ਲਓ ਆਪਣੀ ਫੈਮਿਲੀ ਹੈ ਨਾ, ਤਾਂ ਜਿਹੜਾ ਸਾਡੀ ਫੈਮਿਲੀ ਦਾ ਸਭ ਤੋਂ ਵੱਡਾ ਮੈਂਬਰ ਹੈ ਉਸ ਨੂੰ ਅਸੀਂ ਪੈਟਰੀਆਰਕ ਕਹਿੰਦੇ ਹਾਂ। ਤਾਂ ਪੈਟਰੀਆਰਕ ਨੋਆ ਵਰਗੀ ਮੈਨੂੰ ਉਹ ਲੁੱਕ ਲੱਗੀ। ਐਸੋਸੀਏਟ ਦਾ ਮਤਲਬ ਮੈਂ ਉਸ ਨਾਲ ਉਹਨੂੰ ਜੋੜਿਆ ਕਿ ਉਸ ਦੀ ਜਿਹੜੀ ਵਲਚਰ ਦੀ ਲੁੱਕ ਸੀ ਮੈਨੂੰ ਪੈਟਰੀਆਰਕ ਨੋਆ ਦੇ ਫੇਸ ਵਰਗੀ ਲੱਗੀ। ਹੁਣ ਇੱਥੇ ਨੋਆ ਦਾ ਐਨ ਵੱਡਾ, ਦੈਟ ਮੀਨਸ ਇਹ ਕਿਸੇ ਦਾ ਨਾਮ ਹੈ। ਇਹ ਕਿਹਦਾ ਨਾਮ? ਨੋਆ, NOAH। ਤਾਂ ਨੋਆ ਇੱਕ ਪੀਰ ਪੈਗੰਬਰ ਕਹਿ ਸਕਦੇ ਹੋ, ਮੰਨਿਆ ਜਾਂਦਾ, ਜਿਹਦੀ ਇੱਕ ਸਟੋਰੀ ਹੈ, ਮੈਂ ਥੋੜੀ ਜਿਹੀ ਦੱਸ ਦਿੰਦਾ ਤੁਹਾਨੂੰ, ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਇਸ ਨੂੰ ਨਾ ਇੱਕ ਹੈਰਾਲਡਿੰਗ ਹੋ ਗਈ ਸੀਗੀ। ਹੈਰਾਲਡਿੰਗ ਸ਼ਬਦ ਹੈ ਨਾ ਫੋਰ ਅਲਾਰਮਿੰਗ, ਤਾਂ ਇਹਨੂੰ ਇੱਕ ਫੋਰ ਅਲਾਰਮਿੰਗ ਹੋ ਗਈ ਸੀ ਪਰਮਾਤਮਾ ਵੱਲੋਂ, ਤੇਰੇ ਇਲਾਕੇ 'ਚ ਆਊਗਾ ਹੜ੍ਹ, ਬਹੁਤ ਵੱਡਾ ਫਲੱਡ ਆਊਗਾ। ਇਹ ਵੀ ਦੱਸਦਾ, ਦਿਨ ਤਰੀਕ ਸਮਾਂ ਸਭ ਦੱਸਦਾ। ਤੂੰ ਆਪਣੀ ਫੈਮਿਲੀ ਨੂੰ ਬਚਾ ਸਕਦਾ, ਬਚਾ ਲੈ, ਸਾਰੇ ਬੰਦੇ ਮਰਨਗੇ, ਸਾਰਾ ਕੁਝ ਖਤਮ ਹੋ ਜੂ। ਤਾਂ ਨੋਆ ਨਾ ਵਧੀਆ ਬੰਦਾ ਸੀਗਾ, ਵਧੀਆ ਪਰਸਨ ਸੀ। ਉਹ ਸਿਰਫ ਆਪਣੀ ਫੈਮਿਲੀ ਨਹੀਂ, ਉਹ ਸਾਰੇ ਮਾਨਵਤਾ ਦੀ ਸੋਚਦਾ ਸੀ, ਸਾਰੇ ਸੰਸਾਰ ਦੇ ਜੰਗਲ ਜੀਵ ਸਭ ਨੂੰ ਉਹ ਸੋਚਦਾ ਸੀਗਾ ਕਿ ਇਹ ਵੀ ਬਚਣੇ ਚਾਹੀਦੇ। ਤਾਂ ਉਹਨੇ ਇੱਕ ਬਹੁਤ ਵੱਡੀ ਨਾ, ਬੋਟ ਤਾਂ ਨਹੀਂ ਕਹੂੰਗਾ ਮੈਂ, ਸ਼ਿਪ, ਉਹਨੇ ਇੱਕ ਸ਼ਿਪ ਤਿਆਰ ਕੀਤੀ ਜਿਸ ਨੂੰ ਉਹਨੇ ਨਾਮ ਦਿੱਤਾ ਆਰਕ, ARK। ਉਹਨੇ ਆਰਕ ਕਿਹਾ ਉਸਨੂੰ। ਉਹ ਸ਼ਿਪ ਐਡੀ ਵੱਡੀ ਸੀ ਕਿ ਉਹਦੇ 'ਚ ਕਿੰਨੇ ਹੀ ਬੰਦੇ, ਕਿੰਨੇ ਹੀ ਜਾਨਵਰ, ਕਿੰਨੇ ਹੀ ਪੰਛੀ ਸਵਾਰ ਹੋ ਗਏ, ਤੇ ਕਵਰਡ ਸੀਗੀ ਉਹ, ਵਾਜ਼ ਅ ਕਵਰਡ ਵੈਸਲ। ਉਹਦੇ 'ਚ ਸਵਾਰ ਹੋ ਗਏ ਜਿਨ੍ਹਾਂ ਨੇ ਉਸ 'ਤੇ ਬਿਲੀਵ ਕਰਿਆ ਵੀ ਹਾਂ ਇਹ ਬੰਦਾ ਸਹੀ ਕਹਿ ਰਿਹਾ, ਹੜ੍ਹ ਆਊਗਾ, ਕੁਛ ਨਹੀਂ ਬਚਦੇ। ਉਹਦੀ ਫੈਮਿਲੀ ਤਾਂ ਚਲੀ ਹੋ ਗਈ ਨਾਲ, ਲੇਕਿਨ ਹੋਰ ਵੀ ਬਹੁਤ ਸਾਰੇ ਜਾਨਵਰ। ਜੇ ਇੱਕ ਮੂਵੀ ਬਣੀ ਹੋਈ ਹੈ, ਤੁਸੀਂ ਮੂਵੀ ਵੀ ਦੇਖ ਸਕਦੇ ਹੋ, ਮੂਵੀ 'ਚ ਸਾਰਾ ਕੁਝ ਦੇਖ ਵੀ, ਹਾਥੀ, ਘੋੜੇ, ਤੇ ਉਹ ਉਹਦੇ 'ਚ ਸਾਰੇ ਸਵਾਰ ਹੋ ਗਏ। ਤਾਂ ਫਿਰ ਆਇਆ ਜੀ ਹੜ੍ਹ ਆਇਆ, ਜਿਹੜੇ ਨਹੀਂ ਗਏ ਉਹ ਡੁੱਬ ਡੱਬ ਗਏ, ਇਹ ਸਾਰਿਆਂ ਨੂੰ ਬਚਾ ਕੇ ਇੱਕ ਦੂਸਰੀ ਜਗ੍ਹਾ ਲੈ ਗਿਆ। ਤਾਂ ਇਹ ਹੈ ਜੀ ਸਟੋਰੀ ਨੋਆ ਦੀ। ਹੁਣ ਇਹਨੇ ਨੋਆ ਹੀ ਕਿਉਂ ਚੂਜ਼ ਕਰਿਆ ਪਰਸਨ ਇੱਥੇ ਉਸ ਵਲਚਰ ਦੇ ਨਾਲ ਕੰਪੈਰੀਜ਼ਨ ਕਰਨ ਲਈ? ਵਲਚਰ ਦੀ ਲੁੱਕ ਮੈਨੂੰ ਨੋਆ ਦੀ ਲੁੱਕ ਵਰਗੀ ਲੱਗੀ, ਕਿਉਂ ਬਈ? ਨੋਆ ਕਿਉਂ ਇਹਨੂੰ ਯਾਦ ਆਇਆ? ਇਹਦਾ ਸਾਨੂੰ ਆਨਸਰ ਅੱਗੇ ਮਿਲੂਗਾ ਜੀ। It belonged where it was a desert patriarch। ਬਿਲੋਂਗ ਦਾ ਮਤਲਬ ਸੰਬੰਧ ਰੱਖਣਾ, ਕਹਿੰਦੇ ਇਹ ਉੱਥੇ ਹੀ ਸੀ ਜਿੱਥੇ ਇਸ ਦਾ ਸੰਬੰਧ ਸੀ। ਇਟ ਦਾ ਮਤਲਬ ਇੱਥੇ ਵਲਚਰ ਤੋਂ ਹੈ, ਕਿ ਜਿਹੜਾ ਵਲਚਰ ਉੱਥੇ ਹੀ ਸੀ ਜਿੱਥੇ ਇਸ ਦਾ ਇਹਨੂੰ ਹੋਣਾ ਚਾਹੀਦਾ ਸੀ। ਤੇ ਕਿੱਥੇ ਸੀਗਾ ਇਹ? ਡੈਜ਼ਰਟ ਦੇ ਵਿੱਚ। ਤਾਂ ਡੈਜ਼ਰਟ ਦੇ ਵਿੱਚ ਹੋ ਕੇ ਸਾਨੂੰ ਕੀ ਲੱਗ ਰਿਹਾ ਸੀ? ਆ ਡੈਜ਼ਰਟ ਪੈਟਰੀਆਰਕ। ਇਹ ਸਾਨੂੰ ਡੈਜ਼ਰਟ ਪੈਟਰੀਆਰਕ ਵਰਗਾ ਨਜ਼ਰ ਆ ਰਿਹਾ ਸੀ। ਯਾਨੀ ਕਿ ਡੈਜ਼ਰਟ ਪੈਟਰੀਆਰਕ ਦਾ ਮਤਲਬ ਕੀ ਹੋ ਗਿਆ ਕਿ ਮਾਰੂਥਲ 'ਚ ਇਹ ਸਭ ਤੋਂ ਵੱਡਾ ਹੈੱਡ ਬਣਿਆ ਬੈਠਾ ਸੀ। ਪੈਟਰੀਆਰਕ ਦਾ ਮਤਲਬ ਮੈਂ ਕੀ ਦੱਸਿਆ ਸੀ? ਹੈਡ ਆਫ ਦਾ ਫੈਮਿਲੀ। ਤੇ ਡੈਜ਼ਰਟ ਪੈਟਰੀਆਰਕ ਦਾ ਮਤਲਬ ਕੀ ਹੋ ਗਿਆ ਕਿ ਮਾਰੂਥਲ ਦੇ ਵਿੱਚ ਜਿੰਨੇ ਹੈਗੇ ਨੇ ਉਹਨਾਂ ਦਾ ਸਭ ਤੋਂ ਵੱਡਾ ਹੈੱਡ ਇਹ ਲੱਗ ਰਿਹਾ ਸੀ ਬੈਠਾ ਉੱਥੇ ਉਸ ਸਟੇਜ ਤੇ। It did not know or care about dreams of destinations of the founding of a human city in the desert। It ਦਾ ਮਤਲਬ ਇੱਥੇ ਫੇਰ ਇਸੇ ਵਲਚਰ ਤੋਂ ਹੀ ਹੈ ਜੀ। ਕਹਿੰਦੇ ਇਸ ਨੂੰ ਇਹ ਨਹੀਂ ਸੀ ਜਾਣਦਾ, ਇਹ ਪਰਵਾਹ ਨਹੀਂ ਸੀ ਕਰਦਾ ਉਹਨਾਂ ਸੁਪਨਿਆਂ ਦੀ ਜਾਂ ਉਹਨਾਂ ਡੈਸਟੀਨੇਸ਼ਨਸ ਦੀ। ਡੈਸਟੀਨੇਸ਼ਨ ਦਾ ਮਤਲਬ ਮੰਜ਼ਿਲ, ਪੰਜਾਬੀ 'ਚ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਤਾਂ ਉਹਨਾਂ ਮੰਜ਼ਿਲਾਂ ਦੀ ਜਾਂ ਉਹਨਾਂ ਸੁਪਨਿਆਂ ਦੀ ਇਹਨੂੰ ਕੁਝ ਨਹੀਂ ਸੀ ਪਤਾ ਕਿ ਕੋਈ ਡੈਜ਼ਰਟ ਦੇ ਵਿੱਚ ਹਿਊਮਨ ਸਿਟੀ ਵੀ ਹੋ ਸਕਦੀ ਹੈ, ਮਾਰੂਥਲ ਦੇ ਵਿੱਚ ਆ ਹਿਊਮਨ ਸਿਟੀ ਵੀ ਹੋ ਸਕਦੀ ਹੈ, ਫਾਊਂਡਿੰਗ ਇਹੋ ਜਿਹੀ ਆਪਾਂ ਸਥਾਪਨਾ ਕਰ ਸਕਦੇ ਹਾਂ ਕਿਸੇ ਸਿਟੀ ਦੀ। ਇਹਨੂੰ ਕੁਝ ਨਹੀਂ ਪਤਾ। ਵਲਚਰ ਨੂੰ ਕੀ ਮਤਲਬ ਲੈਣਾ ਦੇਣਾ ਹਿਊਮਨ ਨਾਲੋਂ? ਵਲਚਰ ਨੂੰ ਕਿਹਦੇ ਤੋਂ ਮਤਲਬ ਹੈ ਵੀ? ਵਲਚਰ ਨੂੰ ਕਿਸ ਚੀਜ਼ ਤੋਂ ਮਤਲਬ ਹੈ? ਉਹਦਾ ਮਰੀਆਂ ਹੋਈਆਂ ਚੀਜ਼ਾਂ ਨਾਲ ਮਤਲਬ ਹੈ। ਗਿੱਧ ਨੂੰ ਉਹਨੇ ਜਿਉਂਦੀਆਂ ਚੀਜ਼ਾਂ ਤੋਂ ਕੀ ਲੈਣਾ? ਇੱਥੇ ਆਹ ਲਾਈਨ ਮਤਲਬ ਇਹ ਹੈ, ਸਿਟੀ ਕੌਣ ਬਣਾਊਗਾ? ਜਿਉਂਦੇ ਇਨਸਾਨ ਬਣਾਉਣਗੇ। ਇਹਨੇ ਕੀ ਲੈਣਾ ਵੀ ਇੱਥੇ ਡੈਜ਼ਰਟ 'ਚ ਇੱਕ ਵਧੀਆ ਜੀ ਸਿਟੀ ਹੋਵੇ, ਇੱਥੇ ਲੋਕ ਰਹਿੰਦੇ ਹੋਣ? ਇਹਨੇ ਕਿਉਂ ਸੁਪਨੇ ਇਹੋ ਜਿਹੇ ਲੈਣੇ ਨੇ? ਇਹਨੂੰ ਤਾਂ ਮਤਲਬ ਹੈ ਵੀ ਮੈਨੂੰ ਖਾਣ ਪੀਣ ਲਈ ਮਰੀਆਂ ਹੋਈਆਂ ਚੀਜ਼ਾਂ ਮਿਲਣ। ਗਿੱਧ ਦਾ ਤਾਂ ਮਤਲਬ ਇਹੀ ਹੈ ਵਲਚਰ ਦਾ। ਇਟ ਨਿਊ ਐਂਡ ਹੈਡ ਇਨਹੈਰੀਟਿਡ ਦਾ ਡੈਜ਼ਰਟ। ਹੁਣ ਇਸ ਨੂੰ ਪਤਾ ਸੀ ਇਹ ਗੱਲ ਦਾ ਕਿ ਡੈਜ਼ਰਟ 'ਚ ਮੇਰਾ ਖਾਣਾ ਪੀਣਾ ਵਧੀਆ ਹੋਊਗਾ, ਇੱਥੇ ਮੈਨੂੰ ਵਧੀਆ ਮਰੇ ਹੋਈਆਂ ਚੀਜ਼ਾਂ ਮਿਲਣਗੀਆਂ, ਮੇਰਾ ਗੁਜ਼ਾਰਾ ਵਧੀਆ ਹੋਊ। ਇਸ ਗੱਲ ਦਾ ਇਹਨੂੰ ਪਤਾ ਸੀ, ਇਟ ਨਿਊ, ਅਤੇ ਇਸ ਕਰਕੇ ਇਸਨੇ ਡੈਜ਼ਰਟ ਨੂੰ ਇਨਹੈਰਿਟ ਕਰ ਲਿਆ। ਇਨਹੈਰਿਟ ਦਾ ਮਤਲਬ ਅਪਣਾ ਲਿਆ। ਨਹੀਂ, ਡੈਜ਼ਰਟ 'ਚ ਜਿਹੜਾ ਇੱਕ ਇਨਸਾਨ ਰਹਿ ਕੇ ਰਾਜੀ ਨਹੀਂ ਹੈ, ਉੱਥੇ ਵਲਚਰ ਬੈਠਾ ਹੈ। ਕਿਉਂ? ਕਿਉਂਕਿ ਇਹਨੂੰ ਲੱਗਦਾ
ਕਿ ਇਹੀ ਮੇਰਾ ਟਿਕਾਣਾ ਹੈ, ਮੈਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਦਾ ਇਹਨੂੰ ਪਤਾ ਹੈ। Perched thereupon bones in its own country, it became suddenly terrible and symbolic. ਹੁਣ ਇਹ ਬੋਨਸ ਤੇ ਬੈਠਾ, ਦੇਖੋ ਬੈਠਾ ਵੀ ਕਿੱਥੇ ਹੈ, ਇਹ ਹੱਡੀਆਂ ਦੇ ਉੱਪਰ। ਹੁਣ ਹੱਡੀਆਂ ਕਿਸੇ ਜਾਨਵਰ ਦੀਆਂ ਹੋ ਸਕਦੀਆਂ ਨੇ, ਹੋ ਸਕਦਾ ਇਨਸਾਨ ਦੀਆਂ ਵੀ ਹੋਣ। ਉਹ ਹੱਡੀਆਂ ਦੇ ਉੱਪਰ ਬੈਠਾ ਹੈ, ਪਰਚ ਪਾਉਣ, ਆਪਣੇ ਦੇਸ਼ 'ਚ ਬੈਠਾ ਹੈ, ਇਟਸ ਓਨ ਕੰਟਰੀ। ਹੁਣ ਇੱਥੇ ਕੰਟਰੀ ਇਹਦਾ ਦੇਸ਼ ਕਿਹੜਾ ਕਿਹਾ ਗਿਆ ਵੀ? ਥਾਰ ਡੈਜ਼ਰਟ। ਥਾਰ ਡੈਜ਼ਰਟ ਇਹਦੀ ਕੰਟਰੀ ਹੈ। ਆਪਣੀ ਕੰਟਰੀ ਥਾਰ ਡੈਜ਼ਰਟ ਦੇ ਵਿੱਚ ਇਹ ਹੱਡੀਆਂ ਦੇ ਉੱਪਰ ਬੈਠਾ ਹੈ। ਅਤੇ ਜਦੋਂ ਇਹ ਏਦਾਂ ਦਾ ਲੱਗਦਾ, ਇਹ ਇਟ ਬਿਕੇਮ ਸਡਨਲੀ ਟੈਰੀਬਲ। ਕਹਿੰਦੇ ਇੰਨਾ ਟੈਰੀਬਲ, ਇੰਨਾ ਡੇਂਜਰਸ ਲੱਗਦਾ ਹੈ, ਖਤਰਨਾਕ ਲੱਗਦਾ ਹੈ, ਇਹ ਡਰਾਉਣਾ ਲੱਗਦਾ ਹੈ। ਐਂਡ ਸਿੰਬੋਲਿਕ, ਅਤੇ ਮੈਨੂੰ ਸਿੰਬੋਲਿਕ ਵੀ ਲੱਗਦਾ ਹੈ। ਸਿੰਬੋਲਿਕ ਸ਼ਬਦ ਸਿੰਬਲ ਤੋਂ ਬਣਿਆ। ਸਿੰਬਲ ਦਾ ਮਤਲਬ ਹੁੰਦਾ ਨਿਸ਼ਾਨ, ਚਿੰਨ। ਤਾਂ ਮੈਨੂੰ ਇਹ ਇੱਕ ਚਿੰਨ ਜਾਪਦਾ ਹੈ। ਕਾਹਦਾ ਚਿੰਨ ਜਾਪਦਾ ਇਹਨੂੰ? ਕਾਹਦਾ ਸਿੰਬਲ ਜਾਪਦਾ ਹੈ ਵੀ? ਡੈਥ ਦਾ, ਨੈਚੁਰਲੀ। ਵਲਚਰ ਕਾਹਦਾ ਸਿੰਬਲ ਹੈ ਵੀ? ਡੈਥ ਦਾ। ਜਿੱਥੇ ਵਲਚਰ ਹੋਣਗੇ, ਕਿੱਥੇ ਹੋਣਗੇ? ਮੈਨੂੰ ਗੱਲ ਦਾ ਜਵਾਬ ਦਿਓ। ਜੇ ਆਪਾਂ ਨੂੰ 8-10 ਵਲਚਰ ਨੀਚੇ ਐ ਘੁੰਮਦੇ ਨਜ਼ਰ ਆਉਣਗੇ ਤਾਂ ਦੈਟ ਮੀਨਸ ਉਹ ਥੱਲੇ ਕਿਉਂ ਆਏ ਨੇ? ਕਿਉਂਕਿ ਉਹਨਾਂ ਨੂੰ ਕੋਈ ਮਰੀ ਚੀਜ਼ ਦਿਖੀ ਹੈ। ਤਾਂ ਇਸ ਸਿੰਬਲ ਦੇ ਵੱਲ ਇਸ਼ਾਰਾ ਰਾਈਟਰ ਕਰਦਾ ਹੈ ਕਿ ਜਦੋਂ ਮੈਨੂੰ ਏਦਾਂ ਇਹ ਹੱਡੀਆਂ ਤੇ ਬੈਠਾ ਦਿਖਿਆ, ਮੈਨੂੰ ਇੰਨਾ ਡਰਾਉਣਾ ਲੱਗਿਆ ਤੇ ਇੰਨਾ ਸਿੰਬੋਲਿਕ ਲੱਗਿਆ। ਇਹ ਸਿੰਬਲ ਹੈ, ਡੈਥ ਦਾ ਸਿੰਬਲ ਹੈ, ਮਰੀਆਂ ਹੋਈਆਂ ਚੀਜ਼ਾਂ ਦਾ, ਲਾਸ਼ਾਂ ਦਾ ਸਿੰਬਲ ਹੈ ਇਹ। But it had heard our approach and like Noah seemed suddenly to be possessed by an idea. ਪਰ ਦੇਖੋ, ਚਾਹੇ ਉਹ ਡਰਾਉਣਾ ਹੈ, ਚਾਹੇ ਉਹ ਸਿੰਬੋਲਿਕ ਲੱਗ ਰਿਹਾ ਹੈ, ਚਾਹੇ ਉਸ ਨੂੰ ਗਲੂਮੀ ਲੱਗ ਰਿਹਾ ਹੈ, ਚਾਹੇ ਉਸ ਨੂੰ ਰੈਡਲ ਲੱਗ ਰਿਹਾ ਹੈ, ਇਟ ਇੱਥੇ ਫੇਰ ਮਤਲਬ ਵਲਚਰ ਤੋਂ ਹੀ ਹੈ। ਜਦੋਂ ਇਸ ਨੇ ਸਾਨੂੰ ਆਪਣੇ ਵੱਲ ਆਉਂਦੇ ਹੋਏ ਸੁਣਿਆ, ਇਟ ਹਰਡ ਅਵਰ ਅਪਰੋਚ। ਅਪਰੋਚ ਦਾ ਮਤਲਬ ਨੀਅਰ। ਅਸੀਂ ਇਸ ਦੇ ਜਦੋਂ ਨੇੜੇ ਜਾ ਰਹੇ ਸੀ ਕਾਰ ਦੇ ਵਿੱਚ, ਜਦੋਂ ਅਸੀਂ ਇਸ ਦੇ ਕੋਲੇ ਪਹੁੰਚ ਰਹੇ ਸੀ, ਜਦੋਂ ਇਸ ਨੇ ਸਾਨੂੰ ਆਪਣੇ ਕੋਲੇ ਆਉਂਦੇ ਸੁਣਿਆ ਤਾਂ ਨੋਆ ਦੀ ਤਰ੍ਹਾਂ, ਨੋਆ ਫੇਰ ਆ ਗਿਆ ਜੀ। ਕਹਿੰਦੇ ਨੋਆ ਦੀ ਤਰ੍ਹਾਂ ਇਸ ਦੇ ਦਿਮਾਗ 'ਚ ਇੱਕ ਫੁਰਨਾ ਪੁਰਿਆ। seemed suddenly to be possessed by an idea. To be possessed by an idea ਦਾ ਮਤਲਬ ਇੱਕਦਮ ਸਾਡੇ ਦਿਮਾਗ 'ਚ ਕੋਈ ਵਿਚਾਰ ਆਉਂਦਾ ਹੈ, ਅਸੀਂ ਉਸ ਨੂੰ ਕਹਿੰਦੇ ਹਾਂ ਜੀ ਇਟਸ ਐਨ ਇਡੀਅਮ। possessed by an idea। ਇਹਦੇ ਦਿਮਾਗ 'ਚ ਇੱਕ ਵਿਚਾਰ ਆਇਆ ਜੀ ਅਚਾਨਕ। ਕੀ ਵਿਚਾਰ ਆਇਆ? ਵਿਚਾਰ ਕਿਹਦੇ ਮਨ 'ਚ ਆਇਆ ਸੀ ਬਈ? ਨੋਆ ਦੇ ਮਨ 'ਚ ਵੀ ਆਇਆ ਸੀ। ਕਿਵੇਂ? ਨੋਆ ਦੇ ਮਨ 'ਚ ਆਇਆ ਲੈ ਵੀ ਕਿ ਹੜ੍ਹ ਦੇ ਵਿੱਚ ਜੇ ਆ ਗਿਆ, ਪਾਣੀ ਆ ਗਿਆ ਤਾਂ ਮੈਨੂੰ ਕੌਣ ਬਚਾਊ? ਮੇਰੇ ਪਰਿਵਾਰ ਨੂੰ ਕੌਣ ਬਚਾਊ? ਕਿਸ਼ਤੀ ਟਾਈਪ ਕੋਈ ਚੀਜ਼ ਹੀ ਬਚਾਊ, ਕੋਈ ਸ਼ਿਪ ਟਾਈਪ ਬਚਾਊਗੀ ਪਾਣੀ 'ਚੋਂ, ਕੋਈ ਹੋਰ ਚੀਜ਼ ਦਾ, ਬੱਸ, ਕਾਰ, ਗੱਡੀ ਇਹ ਤਾਂ ਬਚਾ ਨਹੀਂ ਸੀ ਸਕਦੀਆਂ। ਜੇ ਪਾਣੀ ਆ ਗਿਆ, ਪਾਣੀ ਦੇ ਉੱਪਰ ਕੋਈ ਤੈਰਨ ਵਾਲੀ ਚੀਜ਼ ਚਾਹੀਦੀ ਸੀ। ਤਾਂ ਨੋਆ ਨੂੰ ਜਿਵੇਂ ਇੱਕ ਵਿਚਾਰ ਆਇਆ ਵੀ ਜੇਕਰ ਹੜ੍ਹ ਆ ਗਿਆ, ਜਿਵੇਂ ਕਿ ਪਰਮਾਤਮਾ ਨੇ ਮੇਰੇ ਸੁਪਨੇ 'ਚ ਆ ਕੇ ਮੈਨੂੰ ਵਿਜ਼ਨ 'ਚ ਆ ਕੇ ਕਿਹਾ, ਤਾਂ ਮੈਂ ਇੱਕ ਵੱਡੀ ਸਾਰੀ ਇੱਕ ਸ਼ਿਪ ਕੋਈ ਬਣਾਵਾਂ, ਕਵਰਡ ਸ਼ਿਪ ਬਣਾਵਾਂ, ਜਿਹਨੂੰ ਉਹਨੇ ਆਰਕ ਕਿਹਾ ਸੀ। ਐਦਾਂ ਦੀ ਚੀਜ਼ ਮੈਂ ਬਣਾਵਾਂ ਤਾਂ ਮੈਂ ਬਚ ਜਾਊਂਗਾ, ਮੇਰਾ ਪਰਿਵਾਰ ਵੀ ਬਚ ਜੂ। ਤਾਂ ਜਿਵੇਂ ਨੋਆ ਦੇ ਮਨ 'ਚ ਵਿਚਾਰ ਆਇਆ ਸੀ, ਐਵੇਂ ਸਾਨੂੰ ਆਪਣੇ ਵੱਲ ਆਉਂਦੇ ਹੋਏ ਦੇਖ ਕੇ ਇਹਦੇ ਮਨ 'ਚ ਵੀ ਵਿਚਾਰ ਆ ਗਿਆ। ਕਿਹਦੇ ਭਲਾ? ਵਲਚਰ ਦੇ। ਨੋਆ ਨੂੰ ਤਾਂ ਐਂ ਲੱਗ ਰਿਹਾ ਸੀ ਮੇਰੇ ਕੰਨੀ ਹੜ੍ਹ ਆ ਰਿਹਾ ਹੈ। ਇਹਨੂੰ ਕੀ ਲੱਗਿਆ? ਮੇਰੇ ਕੰਨੀ ਕਾਰ ਆ ਰਹੀ ਹੈ, ਕਾਰ 'ਚ ਬੈਠੇ ਲੋਕ ਆ ਰਹੇ ਕਿ ਜਿਵੇਂ ਨੋਆ ਦੇ ਮਨ 'ਚ ਆਇਆ ਕਿ ਹੜ੍ਹ ਆ ਰਿਹਾ, ਮੈਂ ਭੱਜਾਂ ਕਿਸੇ ਚੀਜ਼ 'ਚ ਬਹਿ ਕੇ, ਤਾਂ ਇਹਦੇ ਮਨ 'ਚ ਵੀ ਵਿਚਾਰ ਆਇਆ। ਫਿਰ ਇਹਨੇ ਕੀ ਕਰਿਆ? ਇਟ ਸਪਰੈਡ ਇਟਸ ਇਮੈਂਸ ਐਂਡ ਰੀਕਿੰਗ ਵਿੰਗਸ, exclaimed laconically arc and he flew away। ਤਾਂ ਇਸ ਨੇ ਆਪਣੇ immense ਸ਼ਬਦ ਪਹਿਲਾਂ ਵੀ ਆਇਆ ਸੀ, ਇਹਦਾ ਮਤਲਬ ਹੁੰਦਾ very big, ਆਪਣੇ ਵੱਡੇ ਵੱਡੇ ਜਿਹੜੇ ਇਸਦੇ ਖੰਭ ਨੇ, ਵਿੰਗਸ। ਪਰ ਰੀਕਿੰਗ ਦਾ ਮਤਲਬ ਹੁੰਦਾ ਬੇਟਾ having foul smell। foul smell ਸਮਝਦੇ ਹੋ? ਭੈੜੀ ਜੀ ਸਮੈਲ, FOUL। ਜਦੋਂ ਬਹੁਤ ਹੀ ਭੈੜੀ ਜੀ ਸਮੈਲ ਆਵੇ ਉਸ ਨੂੰ ਆਪਾਂ ਫਾਊਲ ਸਮੈਲ ਕਹਿੰਦੇ। ਤਾਂ ਇਸ ਦੇ ਵਿੰਗਸ ਦੇ ਵਿੱਚੋਂ ਫਾਊਲ ਸਮੈਲ ਤਾਂ ਆਣੀ ਹੋਈ ਹੈ ਬੇਟਾ। ਬੈਠਦਾ ਕਿੱਥੇ ਹੈ ਇਹ? ਮਰੀਆਂ ਹੋਈਆਂ ਚੀਜ਼ਾਂ ਦੇ ਬੈਠਦਾ ਤਾਂ ਫਾਊਲ ਸਮੈਲ ਤਾਂ ਆਊਗੀ। ਇਹਦੇ ਵਿੰਗਸ ਜਿਹੜੇ ਕਿ ਬਹੁਤ ਹੀ ਵਿਸ਼ਾਲ ਸੀਗੇ ਤੇ ਸਮੈਲੀ ਸੀਗੇ, ਇਸ ਨੇ ਆਪਣੇ ਉਹ ਫੈਲਾਏ ਵਿੰਗਸ ਅਤੇ ਐਕਸਕਲੇਮਡ, ਹੈਰਾਨ ਹੁੰਦਾ ਹੋਇਆ। ਲੈਕੋਨਿਕਲੀ ਦਾ ਮਤਲਬ ਹੁੰਦਾ ਹੈ ਵੈਰੀ ਬਰੀਫ, ਮਤਲਬ ਆਪਾਂ ਸੰਖੇਪ ਤੌਰ ਤੇ ਕਹਿ ਦਿੰਦੇ ਨਾ ਵੀ ਥੋੜੇ ਜਿਹੇ ਸ਼ਬਦਾਂ 'ਚ, ਇਹਨੂੰ ਆਪਾਂ ਨਪੇ ਤੁਲੇ ਕਹਿ ਦਿੰਦੇ ਹਾਂ ਪੰਜਾਬੀ 'ਚ, ਨਪੇ ਤੁਲੇ ਹੈ ਨਾ। ਲੈਕੋਨਿਕਲੀ ਦਾ ਮਤਲਬ ਹੁੰਦਾ ਨਪਿਆ ਤੁਲਾ ਹੋਣਾ। ਤਾਂ ਉਸ ਤਰੀਕੇ ਦੇ ਨਾਲ ਇਹਨੇ ਐਕਸਕਲੇਮ ਕੀਤਾ। ਐਕਸਕਲੇਮ ਦਾ ਮਤਲਬ ਬੋਲਿਆ, ਹੈਰਾਨ ਹੋ ਕੇ ਬੋਲਿਆ। ਨਪੇ ਤੁਲੇ ਅੰਦਾਜ਼ 'ਚ ਕੀ ਬੋਲਿਆ? ARK, ਆਰਕ। ਐਂ ਬੋਲਦਾ ਨਾ ਗਿੱਧ, ਯਾਦ ਕਰੋ ਕਿਵੇਂ, ਕਾਂ ਕਿਵੇਂ ਬੋਲਦਾ ਹੁੰਦਾ? ਜਿਵੇਂ ਕਾਂ ਬੋਲਦਾ ਹੁੰਦਾ ਮੈਂ ਇਹ ਬੋਲਦਾ, ਤਾਂ ਇਹੋ ਜਿਹੀ ਆਵਾਜ਼ ਆਉਂਦੀ ਆ ਆਕ, ਹੈ ਨਾ। ਤਾਂ ਐਂ ਬੋਲਿਆ
ਐਂਡ ਫਲੂ ਅਵੇ ਅਤੇ ਉੜ ਗਿਆ। ਤਾਂ ਹੁਣ ਪਤਾ ਲੱਗ ਗਿਆ ਜੀ ਇਹਨੇ ਵਲਚਰ ਨੂੰ ਨੋਆ ਦੇ ਨਾਲ ਕਿਉਂ ਰਿਲੇਟ ਕਰਿਆ। ਨੋਆ ਵੀ ਤਾਂ ਭੱਜਿਆ ਸੀ ਆਪਣਾ ਪਰਿਵਾਰ ਲੈ ਕੇ ਕਿ ਮੈਂ ਬਚਣਾ ਹੈ ਹੜ੍ਹ ਤੋਂ, ਇਹ ਵੀ ਭੱਜ ਗਿਆ ਢੇਰ ਤੋਂ ਵੀ ਲੈ ਕੇ ਮੇਰਾ ਤਾਂ ਜਿਹੜਾ ਕੰਮ ਚੱਲਦਾ ਉਹ ਮਰੇ ਹੋਏ ਬੰਦਿਆਂ ਨਾਲ ਚੱਲਦਾ, ਇਹ ਤਾਂ ਜਿਉਂਦੇ ਬੰਦੇ ਆ ਗਏ ਭੱਜ ਲਓ, ਭੱਜ ਗਏ। ਆਏ ਜੀ ਰਾਈਟਰ ਨੇ ਨੋਆ ਦੇ ਨਾਲ ਵਲਚਰ ਨੂੰ ਇਸ ਤਰ੍ਹਾਂ ਰਿਲੇਟ ਕਰਕੇ ਤੁਹਾਨੂੰ ਦੱਸਿਆ। ਅੱਛਾ, ਆਪਾਂ ਇਸ ਪੈਰੇ ਦਾ ਨਾਮ ਦੇ ਸਕਦੇ ਹਾਂ, ਇਸ ਦਾ ਨਾਮ ਆਪਾਂ ਇਹ ਦੇਵਾਂਗੇ ਵਲਚਰ ਦਾ ਡੈਜ਼ਰਟ ਪੈਟਰੀਆਰਕ। ਆ ਲਿਖਿਆ ਹੋਇਆ ਨਾ ਪਿੱਛੇ ਲਿਖਿਆ ਹੋਇਆ ਦਾ ਡੈਜ਼ਰਟ ਪੈਟਰੀਆਰਕ, ਤਾਂ ਇਹ ਇਸ ਦਾ ਬੇਟਾ ਤੁਸੀਂ ਇਸ ਪੈਰੇ ਦਾ ਨਾਮ ਦੇ ਸਕਦੇ ਹੋ 8ਵੇਂ ਦਾ ਵਲਚਰ ਦਾ ਡੈਜ਼ਰਟ ਪੈਟਰੀਆਰਕ। ਮੈਂ ਮਤਲਬ ਦੱਸ ਚੁੱਕਿਆ ਕਿ ਵਲਚਰ ਨੂੰ ਮਾਰੂਥਲ ਦਾ ਸਭ ਤੋਂ ਵੱਡਾ ਹੈੱਡ ਕਿਹਾ ਗਿਆ ਫੈਮਿਲੀ ਦਾ, ਇਸ ਕਰਕੇ ਇਸ ਨੂੰ ਵਲਚਰ ਦਾ ਡੈਜ਼ਰਟ ਪੈਟਰੀਆਰਕ ਕਿਹਾ ਗਿਆ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 9th paragraph, Noah would have found peace of mind in the Thar desert. Nobody there has any fear of a flood. ਨੋਆ ਦੀ ਗੱਲ ਕੱਲ ਆ ਚੁੱਕੀ, ਤਾਂ ਨੋਆ ਜੇਕਰ ਥਾਰ ਡੈਜ਼ਰਟ ਚ ਹੁੰਦਾ ਤਾਂ ਉਸ ਨੂੰ ਪੀਸ ਆਫ ਮਾਈਂਡ ਮਿਲਦਾ। ਨਾ ਪੀਸ ਆਫ ਮਾਈਂਡ ਕੀ ਹੁੰਦਾ ਹੈ? ਇਹ ਫਰੇਜ਼ ਕਾਫੀ ਵਾਰੀ ਯੂਜ਼ ਹੁੰਦਾ ਹੈ। ਜਦੋਂ ਸਾਡਾ ਮਨ ਸ਼ਾਂਤ ਹੋਵੇ ਨਾ ਉਹਨੂੰ ਆਪਾਂ ਪੀਸ ਆਫ ਮਾਈਂਡ ਕਹਿੰਦੇ। ਪੀਸ ਦਾ ਮਤਲਬ ਸ਼ਾਂਤੀ। ਇੱਥੇ ਪੀਸ ਦੇ ਸਪੈਲਿੰਗ ਦੇਖੋ, PEACE ਹੈ, ਸ਼ਾਂਤੀ ਵਾਲੇ ਸਪੈਲਿੰਗ ਹੈ। ਤਾਂ ਜੇਕਰ ਨੋਆ ਥਾਰ ਡੈਜ਼ਰਟ ਚ ਹੁੰਦਾ, ਥਾਰ ਮਾਰੂਥਲ ਚ ਆਇਆ ਹੁੰਦਾ ਜਾਂ ਰਹਿੰਦਾ ਹੁੰਦਾ ਤਾਂ ਉਸ ਨੂੰ ਇੱਥੇ ਸ਼ਾਂਤੀ ਮਿਲਦੀ। ਕਿਉਂ? ਨੋਬਡੀ देयर हैज एनी ਫੀਅਰ ਆਫ ਅ ਫਲੱਡ, ਕਿਉਂਕਿ ਉੱਥੇ ਫਲੱਡ ਆਉਣ ਦਾ ਕੋਈ ਖਤਰਾ ਹੀ ਨਹੀਂ ਸੀ। ਉੱਥੇ ਫਲੱਡ ਆਣਾ ਹੀ ਨਹੀਂ ਸੀ। ਮਾਰੂਥਲ ਚ ਕਿਹੜਾ ਫਲੱਡ ਆ ਜੂ? ਹੁਣ ਆਪਾਂ ਕੱਲ ਸਟੋਰੀ ਜਿਹੜੀ ਪੜ੍ਹੀ ਸੀ ਨੋਆ ਦੀ, ਤਾਂ ਉਹਨੇ ਜੋ ਸਾਰਾ ਕਰਿਆ ਸੀਗਾ, ਆਰਕ ਬਣਾਈ ਸੀ, ਉਹ ਫਲੱਡ ਦੇ ਡਰ ਕਰਕੇ ਬਣਾਈ ਸੀ। ਇੱਥੇ ਤਾਂ ਉਸ ਨੂੰ ਕੋਈ ਡਰ ਹੀ ਨਹੀਂ ਸੀ ਫਲੱਡ ਦਾ, ਤਾਂ ਆਰਕ ਕਿਉਂ ਬਣਾਉਂਦਾ? Once upon a time, however, the sea waves chanted their psalms where the sand now is. Once upon a time ਤੁਹਾਡੀ ਇੱਕ ਪੋਇਮ ਵੀ ਹੈਗੀ ਆ। ਫਿਰ ਆ ਗਈ ਗੱਲ, ਇੱਕ ਵਾਰ ਦੀ ਗੱਲ ਹੈ। Once upon a time ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਜਿੱਥੇ ਹੁਣ ਸੈਂਡ ਹੁੰਦਾ ਸੀ, where the sand now is, ਜਿੱਥੇ ਹੁਣ ਸੈਂਡ ਹੈ ਉੱਥੇ ਕਿਸੇ ਸਮੇਂ sea waves, ਸਮੁੰਦਰ ਦੀਆਂ ਲਹਿਰਾਂ, chanted, chanted ਦਾ ਮਤਲਬ ਹੁੰਦਾ ਹੈ ਗਾਣੇ ਗਾਉਣਾ। ਸੈਂਗ, ਸਿੰਘ, ਸੈਂਗ, ਸੰਗ, ਇੱਥੇ ਆਪਾਂ ਦੂਜੀ ਵਰਬ ਲਾ ਦਿੰਦੇ ਹਾਂ ਕਿਉਂਕਿ ਚਾਂਟਿਡ ਪਿਆ ਹੋਇਆ। ਤਾਂ ਸੈਂਗ देयर ਸਾਮਸ, ਇੱਥੇ देयर ਦਾ ਮਤਲਬ ਸੀ ਵੇਵਸ ਨੂੰ ਕਿਹਾ ਗਿਆ। ਉਹ ਆਪਣੇ ਗੀਤ ਗਾਉਂਦੀਆਂ ਸੀ। ਸਾਮਸ ਸਪੈਲਿੰਗ ਹੈ ਦੇਖੋ, PSALMS, P ਸਾਇਲੈਂਟ ਹੈ, ਇਹਨੂੰ ਆਪਾਂ P ਨਹੀਂ ਬੋਲਦੇ, ਸਾਮਸ ਕਹਿੰਦੇ ਆ। ਸਾਮ ਦਾ ਮਤਲਬ ਹੁੰਦਾ ਹੈ ਸੈਕਰੇਡ ਸੌਂਗਸ, ਪਵਿੱਤਰ ਗਾਣੇ, ਧਾਰਮਿਕ ਗਾਣੇ। ਕਿਸੇ ਸਮੇਂ ਜਿੱਥੇ ਹੁਣ ਸੈਂਡ ਹੈ ਉੱਥੇ ਕੀ ਹੁੰਦਾ ਸੀ ਜੀ? ਕਿਸੇ ਸਮੇਂ ਸੀ ਵੇਵਸ ਹੁੰਦੀਆਂ ਸੀ। ਉਹਦਾ ਅੰਦਾਜ਼ਾ ਲਾਓ, ਰਾਜਸਥਾਨ ਦੀ ਗੱਲ ਕਰ ਰਹੇ ਕਿ ਇੱਥੇ ਹੁਣ ਰੇਤ ਹੀ ਰੇਤ ਦਿਖ ਰਿਹਾ ਸਾਨੂੰ, ਮਾਰੂਥਲ ਹੀ ਮਾਰੂਥਲ ਦਿਖ ਰਿਹਾ। ਆਪਾਂ ਚੈਪਟਰ 'ਚ ਮਾਰੂਥਲ ਹੀ ਪੜ੍ਹਿਆ, ਹੋਰ ਤਾਂ ਕੁਝ ਪੜ੍ਹਿਆ ਹੀ ਨਹੀਂ। ਉੱਥੇ ਕਿਸੇ ਸਮੇਂ ਕੀ ਸੀ ਜੀ? ਸਮੁੰਦਰ ਦੀਆਂ ਲਹਿਰਾਂ ਵੀ ਹੁੰਦੀਆਂ ਸੀ ਜੋ ਸ਼ੋਰ ਕਰਦੀਆਂ ਸੀ। ਇੱਥੇ ਚਾਂਟਿਡ ਦੇ ਸਾਮਸ ਦਾ ਮਤਲਬ ਇਹ ਵੀ ਹੈ ਕਿ ਜਿਵੇਂ ਸਮੁੰਦਰੀ ਲਹਿਰਾਂ ਚੱਲਦੀਆਂ ਨੇ, ਸ਼ੋਰ ਕਰਦੀਆਂ, ਉਹਨੂੰ ਕਿਹਾ ਗਿਆ। In that empty lunar landscape, the memory of those waves endures in the shape of frail white seashells marooned in the sand millions of years back by the receding tide. ਹੁਣ ਇੱਥੇ ਉਹ empty, emptiness, ਖਾਲੀ ਹੋਈ ਹੈ। ਰਾਜਸਥਾਨ ਹੈ ਕੋਣ? ਉੱਥੇ ਪੜ੍ਹਿਆ ਹੀ ਆਪਾਂ ਚੈਪਟਰ 'ਚ। ਕਹਿੰਦੇ ਉਸ empty space, ਇਸ ਖਾਲੀ
ਜਗ੍ਹਾ 'ਚ, ਜਿਹਨੂੰ ਕਿ ਉਸਨੇ ਲਿਊਨਰ ਲੈਂਡਸਕੇਪ ਕਿਹਾ ਨਾ। ਲਿਊਨਰ ਦਾ ਮਤਲਬ ਕੀ ਹੁੰਦਾ ਜੀ? ਮੂਨ, ਚੰਨ ਨੂੰ ਆਪਾਂ ਲਿਊਨਰ ਕਹਿੰਦੇ ਆ। ਲੈਂਡਸਕੇਪ ਜ਼ਮੀਨ ਦੀ ਕਾਫੀ ਵੱਡਾ ਸਾਨੂੰ ਵਿਊ ਦਿਖਦਾ, ਉਹਨੂੰ ਆਪਾਂ ਲੈਂਡਸਕੇਪ ਕਹਿੰਦੇ ਆ। ਤਾਂ ਲਿਊਨਰ ਲੈਂਡਸਕੇਪ ਦਾ ਮਤਲਬ ਜੇ ਆਪਾਂ ਚੰਦ ਤੇ ਜਾਈਏ ਤਾਂ ਉੱਥੇ ਸਾਨੂੰ ਸਾਰੇ ਕਿਤੇ ਖਾਲੀਪਨ ਨਜ਼ਰ ਆਉਂਦਾ, ਉੱਥੇ ਕੌਣ ਰਹਿੰਦਾ? ਕੋਈ ਵੀ ਨਹੀਂ। ਤਾਂ ਸੇਮ ਉਹਨੇ ਇੱਥੇ ਹੁਣ ਡੈਜ਼ਰਟ ਨੂੰ ਕੀ ਕਿਹਾ? ਲਿਊਨਰ ਲੈਂਡਸਕੇਪ ਕਿਹਾ। ਕਹਿੰਦੇ ਇਸ ਖਾਲੀ ਲਿਊਨਰ ਲੈਂਡਸਕੇਪ ਦੇ ਉੱਪਰ ਉਸ ਵੇਵਸ ਦੀਆਂ, ਉਹਨਾਂ ਵੇਵਸ ਦੀਆਂ ਜਿਹੜੀਆਂ, ਜਿਨ੍ਹਾਂ ਦੀ ਵੇਵਸ ਦੀ ਗੱਲ ਪਹਿਲਾਂ ਹੋਈ ਹੈ, ਉਹਨਾਂ ਲਹਿਰਾਂ ਦੀਆਂ ਮੈਮਰੀ, ਯਾਦਾਂ, ਐਂਡਿਓਰਸ ਦਾ ਮਤਲਬ ਕੰਟੀਨਿਊ, ਕਿ ਹਜੇ ਵੀ ਕੰਟੀਨਿਊ ਨੇ, ਹਜੇ ਵੀ ਜਾਰੀ ਨੇ। ਕਿਵੇਂ? ਇਨ ਦਾ ਸ਼ੇਪ ਆਫ ਫ੍ਰੇਲ ਵਾਈਟ ਸੀਸ਼ੈਲਸ। ਫ੍ਰੇਲ ਦਾ ਮਤਲਬ ਹੁੰਦਾ ਬੇਟਾ ਵੀਕ, ਬਹੁਤ ਹੀ ਕਮਜ਼ੋਰ। ਵਾਈਟ ਸੀਸ਼ੈਲ, ਸੀਸ਼ੈਲ ਸਿੱਪੀਆਂ ਮੋਤੀ ਨੂੰ ਕਹਿੰਦੇ ਆ ਆਪਾਂ, ਤੁਹਾਨੂੰ ਪਤਾ ਸੀਸ਼ੈਲਸ ਸਮੁੰਦਰ ਦੇ ਵਿੱਚ ਹੀ ਮਿਲਦੇ ਆ ਸਾਨੂੰ ਸੀਸ਼ੈਲਸ, ਹੋਰ ਤਾਂ ਕਿਤੋਂ ਮਿਲਦੇ ਨਹੀਂ। ਹੁਣ ਸਾਨੂੰ ਪੰਜਾਬ ਦੀ ਧਰਤੀ ਤੋਂ ਸੀਸ਼ੈਲ ਕਦੇ ਮਿਲਦਾ ਨਹੀਂ। ਅੱਜ ਵੀ ਕਹਿੰਦੇ ਉਹ ਜਿਹੜੀਆਂ ਵੀਕ ਜੀਆਂ, ਭਾਰੀ ਨਹੀਂ ਹੁੰਦੇ ਉਹ ਸੀਸ਼ੈਲ, ਵੀਕ ਜੇ ਹੁੰਦੇ ਨੇ, ਛੋਟੇ ਛੋਟੇ ਹੁੰਦੇ ਨੇ, ਪਤਲੇ ਪਤਲੇ ਜਿਹੇ ਹੁੰਦੇ ਨੇ, ਉਹ ਵਾਈਟ ਕਲਰ ਦੇ ਸੀਸ਼ੈਲਸ ਹਜੇ ਵੀ ਸਾਨੂੰ ਸੈਂਡ ਦੇ ਵਿੱਚ ਮਰੂਨ ਮਿਲਦੇ ਨੇ। ਮਰੂਨ ਦਾ ਮਤਲਬ ਹੁੰਦਾ ਬੇਟਾ, ਕੱਲ ਇੱਕ ਵਰਡ ਆਇਆ ਸੀ ਸ਼ਿਪਰੈਕ ਦੇ ਨਾਲ, ਸਟ੍ਰੈਂਡਡ ਆਇਆ ਸੀ ਨਾ। ਤਾਂ ਸਟ੍ਰੈਂਡਡ ਦਾ ਮਤਲਬ ਮੈਂ ਦੱਸਿਆ ਸੀ, ਜਦੋਂ ਕੋਈ ਬੰਦਾ ਇਹੋ ਜਿਹੀ ਜਗ੍ਹਾ ਤੇ ਚਲਾ ਜਾਂਦਾ ਜਿੱਥੇ ਆਪਾਂ ਪਹੁੰਚ ਹੀ ਨਹੀਂ ਸਕਦੇ, ਫਸ ਜਾਂਦਾ ਉੱਥੇ ਜਾ ਕੇ। ਮਰੂਨ ਦਾ ਮਤਲਬ ਇਹੀ ਹੈ ਵੀ ਇੱਕ ਅਜਿਹੀ ਜਗ੍ਹਾ ਤੇ ਪਹੁੰਚ ਜਾਣਾ ਜਿੱਥੋਂ ਤੁਸੀਂ ਵਾਪਸ ਹੀ ਨਾ ਆ ਸਕੋ, ਜਿੱਥੇ ਕੋਈ ਤੁਹਾਡੇ ਕੋਲੇ ਚਾਰਾ ਹੀ ਨਾ ਹੋਵੇ, ਉੱਥੋਂ ਉਸ ਜਗ੍ਹਾ ਤੋਂ ਬਚ ਕੇ ਨਿਕਲਣ ਦਾ, ਮਰੂਨ। ਤੇ ਇਹ ਕੰਮ ਕਦੋਂ ਹੋਇਆ ਜੀ? ਮਿਲੀਅਨਸ ਆਫ ਈਅਰਸ ਬੈਕ, ਲੱਖਾਂ ਸਾਲਾਂ ਪਹਿਲਾਂ ਹੋਇਆ। ਕਿਹਨਾਂ ਦੁਆਰਾ? ਬਾਏ ਦਾ ਰਿਸੀਡਿੰਗ ਟਾਈਡ। ਰਿਸੀਡ ਦਾ ਮਤਲਬ ਹੁੰਦਾ ਬੇਟਾ ਪਿੱਛੇ ਹਟਦੇ ਹੋਏ, ਜਿਹਨੂੰ ਆਪਾਂ ਸ਼ਰਿੰਕ ਵੀ ਕਹਿ ਸਕਦੇ ਹਾਂ, ਸ਼ਰਿੰਕਿੰਗ ਕਹਿ ਲਓ ਤੁਸੀਂ। ਟਾਈਡ ਦਾ ਮਤਲਬ ਹੁੰਦਾ ਬੇਟਾ ਵੇਵਸ, ਲਹਿਰਾਂ ਨੂੰ ਕਿਹਾ ਜਾਂਦਾ ਜਦੋਂ ਲਹਿਰ ਉੱਪਰ ਉੱਠਦੀ ਹੈ ਨਾ, ਛੱਲ ਮਾਰ ਕੇ ਉੱਪਰ ਉੱਠਦੀ, ਉਹਨੂੰ ਆਪਾਂ ਟਾਈਡ ਕਹਿੰਦੇ ਹਾਂ, ਵੇਵਸ। ਤਾਂ ਪੂਰੀ ਲਾਈਨ ਦਾ ਮਤਲਬ ਕੀ ਹੈ? ਪੂਰੀ ਲਾਈਨ ਦਾ ਮਤਲਬ ਇਹ ਹੈ ਕਿ ਇਸ ਐਮਪਟੀਨੈਸ ਦੇ ਵਿੱਚ, ਇਸ ਖਾਲੀਪਨ ਜਿਸ ਨੂੰ ਕਿ ਉਹਨੇ ਲੂਨਰ ਲੈਂਡਸਕੇਪ ਕਿਹਾ, ਇਸ ਦੇ ਵਿੱਚ ਸਾਨੂੰ ਹਜੇ ਵੀ ਉਹਨਾਂ ਵੇਵਸ ਦੀਆਂ ਯਾਦਾਂ ਮਿਲਦੀਆਂ ਨੇ। ਕਿਹਦੇ ਰੂਪ 'ਚ? ਫ੍ਰੇਲ ਵਾਈਟ ਸੀਸ਼ੈਲ ਦੇ ਰੂਪ 'ਚ ਮਿਲਦੀਆਂ ਨੇ, ਕਿਉਂਕਿ ਉੱਥੇ ਹੁਣ ਪਈਆਂ ਨੇ। ਪਈਆਂ ਕਿਵੇਂ ਰਹਿ ਗਈਆਂ? ਕਿਉਂਕਿ ਉਹ ਲਹਿਰਾਂ ਛੱਡ ਗਈਆਂ। ਕਿਹੜੀਆਂ ਲਹਿਰਾਂ ਛੱਡ ਗਈਆਂ? ਜਿਹੜੀਆਂ ਪਿੱਛੇ ਹਟ ਗਈਆਂ। ਕਿਸੇ ਸਮੇਂ ਸਮੁੰਦਰ ਦੀਆਂ ਲਹਿਰਾਂ ਇੱਥੇ ਚੱਲਦੀਆਂ ਸੀ ਨਾ, ਲਹਿਰਾਂ ਪਿੱਛੇ ਹਟਦੀਆਂ ਗਈਆਂ। ਲਹਿਰਾਂ ਦੇ ਵਿੱਚ ਜਿਹੜੀਆਂ ਸਿੱਪੀਆਂ ਮੋਤੀ ਸੀ ਉਹ ਪਿੱਛੇ ਰਹਿ ਗਏ, ਤਾਂ ਹੀ ਮਰੂਨ ਕਿਹਾ ਨਾ। ਮਰੂਨ ਦਾ ਮਤਲਬ ਕੀ ਮੈਂ ਦੱਸਿਆ ਤੁਹਾਨੂੰ? ਤੁਹਾਨੂੰ ਕੋਈ ਛੱਡ ਕੇ ਚਲਾ ਜਾਵੇ ਕਿਤੇ, ਜਾਂ ਤੁਸੀਂ ਗਲਤੀ ਨਾਲ ਕਿਤੇ ਰਹਿ ਜਾਓ, ਉਹਨੂੰ ਕਹਿੰਦੇ ਆ। ਤਾਂ ਹੁਣ ਉਹ ਮਰੂਨ ਹੋ ਗਿਆ, ਉੱਥੇ ਉਹ ਲਹਿਰਾਂ ਛੱਡ ਕੇ ਉਹਨਾਂ ਨੂੰ ਚਲੀਆਂ ਗਈਆਂ, ਪਿੱਛੇ ਹਟ ਗਈਆਂ। ਤੇ ਕੰਮ ਕਦੋਂ ਹੋਇਆ? ਲੱਖਾਂ ਸਾਲ ਪਹਿਲਾਂ ਹੋਇਆ। Recent archaeological discoveries have revealed that when the tide had finally receded, the Rajasthan plain was watered by a broad, slow river, the Saraswati, and a prosperous culture flourished there. Recent, ਹੁਣੇ archaeological discoveries, archaeological ਸ਼ਬਦ archaeology ਤੋਂ ਬਣਿਆ ਹੈ। ਇਹਦਾ ਮਤਲਬ ਇਹ ਇੱਕ ਸਾਇੰਸ ਹੈ, ਸਟੱਡੀ ਹੈ। ਇਹ ਕਾਹਦੀ ਸਟੱਡੀ ਹੈ ਜੀ? ਸਟੱਡੀ ਆਫ ਰੈਲਿਕਸ, ਐਂਟੀਕੁਇਟੀਜ਼। ਐਂਟੀਕੁਇਟੀ ਸ਼ਬਦ ਪਹਿਲਾਂ ਵੀ ਆਇਆ ਸੀਗਾ। ਪੁਰਾਤੱਤਵ ਵਿਭਾਗ ਜਾਣਿਆ ਤੁਸੀਂ, ਸੁਣਿਆ ਹੋਣਾ, ਪੁਰਾਤੱਤਵ, ਪੁਰਾਤਨ ਚੀਜ਼ਾਂ। ਪੁਰਾਤਨ ਚੀਜ਼ਾਂ ਦੀ ਜਿਹੜੀ ਸਟੱਡੀ ਹੁੰਦੀ ਹੈ ਉਹਨੂੰ ਆਪਾਂ ਆਰਕਿਓਲੋਜੀ ਕਹਿੰਦੇ ਹਾਂ। ਉਹਨੂੰ ਆਪਾਂ ਆਰਕਿਓਲੋਜੀ ਸਟੱਡੀ ਨੂੰ ਕਿਹਾ ਜਾਂਦਾ ਹੈ, ਆਰਕਿਓਲੋਜੀਕਲ ਉਹਦਾ ਐਡਜੈਕਟਿਵ ਹੋ ਗਿਆ। ਕਹਿੰਦੇ ਹੁਣੇ ਜਿਹੜੀਆਂ ਆਰਕਿਓਲੋਜੀਕਲ ਡਿਸਕਵਰੀਜ਼ ਹੋਈਆਂ, ਖੋਜਾਂ ਹੋਈਆਂ, ਪੁਰਾਣੀਆਂ ਚੀਜ਼ਾਂ ਸੰਬੰਧੀ ਖੋਜਾਂ ਹੋਈਆਂ, ਉੱਥੋਂ ਸਾਨੂੰ ਇਹ ਪਤਾ ਲੱਗਿਆ, ਰਿਵੀਲ, ਇਹ ਜ਼ਾਹਿਰ ਹੋਇਆ ਕਿ ਜਦੋਂ ਜਿਹੜੀ ਟਾਈਡ ਸੀ, ਵੇਵਸ ਪੂਰੀ ਤਰ੍ਹਾਂ ਪਿੱਛੇ ਹਟ ਗਈਆਂ, ਫਾਈਨਲੀ ਰਿਸੀਡਡ, ਪੂਰੀ ਤਰ੍ਹਾਂ ਪਿੱਛੇ ਹਟ ਗਈਆਂ, ਤਾਂ ਜਿਹੜਾ ਰਾਜਸਥਾਨ ਦਾ ਪਲੇਨ ਏਰੀਆ ਸੀ, ਦੇਖੋ ਹੁਣ ਪਲੇਨ ਕਿਹਾ, ਇੱਥੇ ਡੈਜ਼ਰਟ ਨਹੀਂ ਕਿਹਾ, ਆਪਣਾ ਇੱਥੇ ਪਲੇਨ ਏਰੀਆ ਹੈ। ਆਪ ਨਾਰਥ ਦਾ ਏਰੀਆ, ਪੰਜਾਬ ਹਰਿਆਣਾ ਦਾ ਪਲੇਨ ਏਰੀਆ, ਤਾਂ ਉਸ ਟਾਈਮ ਰਾਜਸਥਾਨ ਦਾ ਪਲੇਨ ਏਰੀਆ ਸੀ ਤੇ ਉਸ ਨੂੰ ਵਾਟਰਡ ਕਿਹਨੇ ਕਰਿਆ ਸੀ ਜੀ? ਪਾਣੀ ਦਿੱਤਾ ਇੱਕ ਚੌੜੀ ਪਰ ਸਲੋ, ਹੌਲੀ ਚੱਲਣ ਵਾਲੀ ਰਿਵਰ ਨੇ। ਉਹਦਾ ਨਾਂ ਕੀ ਸੀ ਜੀ? ਸਰਸਵਤੀ। ਨਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਕਿਹੜੀ ਰਿਵਰ ਦਾ ਨਾਮ ਇਸ ਚੈਪਟਰ 'ਚ ਆਇਆ ਹੈ। ਤਾਂ ਸਰਸਵਤੀ ਕਿਸੇ ਟਾਈਮ ਰਾਜਸਥਾਨ 'ਚ ਹੁੰਦੀ ਸੀ। ਇਹ ਕਦੋਂ ਸੀ? ਜਦੋਂ ਉਹ ਵੇਵਸ ਪਿੱਛੇ ਹਟ ਗਈਆਂ ਸੀ, ਤਾਂ ਇੱਕ ਨਦੀ ਰਹਿ ਗਈ ਸੀ, ਸਲੋ ਸੀ ਲੇਕਿਨ ਬ੍ਰੌਡ ਸੀ। ਉਸਨੇ ਇਸ ਪਲੇਨ ਨੂੰ ਵਾਟਰਡ ਕੀਤਾ ਅਤੇ ਫਿਰ ਉਹਦੇ ਨਾਲ ਕੀ ਹੋਇਆ? ਆ ਪ੍ਰੋਸਪਰਸ, ਪ੍ਰੋਸਪਰਸ ਦਾ ਮਤਲਬ ਹੁੰਦਾ ਹੈ ਉੱਨਤੀ ਕਰਨ ਵਾਲਾ, ਜਿਹਨੂੰ ਆਪਾਂ ਫਲਰਿਸ਼ ਕਹਿੰਦੇ ਆ। ਫਲਰਿਸ਼ ਸ਼ਬਦ
ਆ ਦੇਖੋ ਇੱਧਰ ਆਇਆ ਹੈ ਨਾ, ਆ ਪ੍ਰੋਸਪਰਸ ਤੇ ਫਲਰਿਸ਼ਡ ਇੱਕੋ ਮਤਲਬ ਹੈ। ਇਹਦਾ ਮਤਲਬ ਹੈ ਕਿ ਇੱਕ ਵਧੀਆ ਕਲਚਰ ਪਨਪਿਆ ਉੱਥੇ, ਇੱਕ ਸੱਭਿਆਚਾਰ ਪਨਪਿਆ ਸੀ ਉੱਥੇ, ਪੈਦਾ ਹੋਇਆ, ਵਿਕਸਿਤ ਹੋਇਆ, ਕਿਉਂਕਿ ਨਦੀ ਦੇ ਕਿਨਾਰੇ ਹੀ ਹੁੰਦਾ ਨਾ ਸਾਰਾ ਕੁਝ। ਆਪਣਾ ਹੁਣ ਪੰਜਾਬ ਹਰਿਆਣਾ, ਸਤਲੁਜ, ਬਿਆਸ, ਰਾਵੀ, ਇਹਨਾਂ ਦੇ ਕਰਕੇ ਹੀ ਇੱਥੇ ਇੰਨਾ ਪਲੇਨ ਏਰੀਆ ਹੈ, ਨਦੀਆਂ ਕਰਕੇ ਪਲੇਨ ਏਰੀਆ ਹੁੰਦਾ। ਰਾਜਸਥਾਨ 'ਚ ਵੀ ਕਿਸੇ ਸਮੇਂ ਸਰਸਵਤੀ ਨਦੀ ਨੇ ਆਹੀ ਕੰਮ ਕਰਿਆ ਸੀ ਜੋ ਪੰਜਾਬ ਦੇ ਵਿੱਚ ਸਤਲੁਜ, ਬਿਆਸ ਦਰਿਆਵਾਂ ਨੇ ਕੀਤਾ ਸੀ। ਇਹ ਉਦੋਂ ਹੋਇਆ ਜਦੋਂ ਵੇਵਸ ਪਿੱਛੇ ਹਟ ਗਈਆਂ, ਇੱਕ ਸਲੋ ਤੇ ਬ੍ਰੌਡ ਰਿਵਰ ਰਹਿ ਗਈ ਸੀ ਜਿਸ ਨੇ ਕਿ ਪੂਰੇ ਰਾਜਸਥਾਨ ਨੂੰ ਵਾਟਰਡ ਕਰਿਆ, ਤੇ ਰਾਜਸਥਾਨ ਪਲੇਨ ਸੀ ਉਦੋਂ, ਡੈਜ਼ਰਟ ਨਹੀਂ ਸੀ। ਤੇ ਹੋਇਆ ਕੀ? Then changing weather baked the Saraswati dry, turned the prosperous plain to a desert and dedicated it to the bald and ironic vulture. पर फिर weather change होया, changing weather change होया, मौसम change होया। उस changing weather ने सरस्वती नदी नू bake करता। baked की हुंदा बेकरी च, बेकरी शब्द बेकरी च बेक ही करते हैं आपां, केक नू बेक ही करते, ਬਿਸਕੁਟਾਂ ਨੂੰ ਬੇਕ ਹੀ ਕਰਦੇ ਆ। ਉਹ ਜਿਹੜੇ ਬਿਸਕੁਟ ਆਪਾਂ ਖਾਧੇ ਸੀ ਪਿੱਛੇ ਜੇ, ਮੈਂ ਵੀ ਬਣਾ ਕੇ ਘਰੇ ਲੈ ਕੇ ਗਿਆ, ਉਹ ਪਾ ਕੇ ਭੱਠੀ 'ਚ, ਅੱਗ ਵਰਗੀ ਤਪਦੀ ਭੱਠੀ 'ਚ, ਉਹ ਆਪਾਂ ਕੀ ਕਰਿਆ? ਬੇਕ ਕਰਿਆ। ਤਾਂ ਬੇਕ ਦਾ ਮਤਲਬ ਐਨ ਗਰਮ ਤਪਦੀ ਭੱਠੀ 'ਚ ਜਦੋਂ ਕਿਸੇ ਚੀਜ਼ ਨੂੰ ਪਾਇਆ ਜਾਂਦਾ ਉਹਨੂੰ ਬੇਕ ਕਰਨਾ ਕਹਿੰਦੇ ਆ। ਸਰਸਵਤੀ ਨਦੀ ਨੂੰ ਕੀ ਕਰਤਾ ਜੀ? ਉਸ ਚੇਂਜਿੰਗ ਵੇਦਰ ਨੇ ਬੇਕ ਕਰਤਾ, ਤੇ ਬੇਕ ਕਰਕੇ ਕੀ ਕਰਤੀ? ਉਹ ਡਰਾਈ, ਸਾਰਾ ਪਾਣੀ ਖਿੱਚ ਲਿਆ ਉਹਦਾ, ਡਰਾਈ ਕਰਤਾ ਜਮੀ। ਅਤੇ ਫਿਰ ਜਿਹੜਾ ਇੱਕ ਪ੍ਰੋਸਪਰਸ ਪਲੇਨ ਸੀ ਰਾਜਸਥਾਨ ਦਾ, ਫਲਰਿਸ਼ਡ ਪਲੇਨ ਸੀਗਾ, ਉਪਜਾਊ ਮੈਦਾਨ ਸੀ, ਉਹ ਕਿਹਦੇ ਚ ਟਰਨਡ ਹੋ ਗਿਆ? ਡੈਜ਼ਰਟ ਚ ਟਰਨਡ ਹੋ ਗਿਆ, ਮਾਰੂਥਲ ਚ ਟਰਨਡ ਹੋ ਗਿਆ। ਅਤੇ ਫਿਰ ਇੱਥੇ ਕਿਹਨਾਂ ਦਾ ਰਾਜ ਹੋ ਗਿਆ ਜੀ? ਬॉल्ड ਐਂਡ ਆਇਰੋਨਿਕ ਵਲਚਰ। ਵਲਚਰ ਕੱਲ ਆਪਾਂ ਪੂਰਾ ਪੈਰਾ ਪੜਿਆ, ਵਲਚਰ ਦਾ ਡੈਜ਼ਰਟ ਪੈਟਰੀਆਰਕ ਪੜਿਆ ਸੀ ਆਪਾਂ ਨੇ। ਵਲਚਰਾਂ ਦੇ ਹਵਾਲੇ ਕਰਤਾ ਵੀ ਤੁਸੀਂ ਰਹੋ ਜੀ ਇੱਥੇ, ਬੰਦੇ ਤਾਂ ਰਹਿ ਨਹੀਂ ਸਕਦੇ। Dedicated it to the bald and ironic। bald ਦਾ ਮਤਲਬ ਕੀ ਆ? ਵੈਸੇ ਤਾਂ ਗੰਜੇ ਨੂੰ ਕਿਹਾ ਜਾਂਦਾ ਹੈ bald। ਤਾਂ ਵਲਚਰ ਜੇ ਤੁਸੀਂ ਦੇਖੋ ਤਾਂ ਵਾਲ ਵੂਲ ਤਾਂ ਹੁੰਦੇ ਹੀ ਨਹੀਂ। ਆਇਰੋਨਿਕ ਦਾ ਮਤਲਬ ਇੱਥੇ ਵੈਸੇ ਆਇਰੋਨਿਕ ਕਹਿੰਦੇ ਆ ਕਿ ਜਦੋਂ ਆਪਾਂ ਲਿਖਦੇ ਕੁਛ ਹੈ ਲੇਕਿਨ ਸਾਡਾ ਮਤਲਬ ਕੁਛ ਹੋਰ ਹੁੰਦਾ, ਉਹਨੂੰ ਆਇਰੋਨਿਕ ਵਲਚਰ। ਇੱਥੇ ਆਇਰੋਨਿਕ ਵਲਚਰ ਦਾ ਮਤਲਬ ਉਹਨਾਂ ਗਿੱਧਾਂ ਤੋਂ ਹੀ ਹੈ, ਬਸ ਜਿਨ੍ਹਾਂ ਦੇ ਹਵਾਲੇ ਇਹ ਡੈਜ਼ਰਟ ਕਰਤਾ ਕੁਦਰਤ ਨੇ ਵੀ ਤੁਸੀਂ ਰਹੋ ਇੱਥੇ, ਹੋਰ ਤਾਂ ਕੋਈ ਇੱਥੇ ਰਹਿ ਨਹੀਂ ਸਕਦਾ। ਆ ਆਇਰਨੀ ਇੱਥੇ ਇਹ ਕਿਸੇ ਟਾਈਮ ਦੇਖੋ ਪਲੇਨ ਏਰੀਆ ਹੁੰਦਾ ਸੀ, ਮਨੁੱਖ ਵਸਦੇ ਸੀਗੇ। ਸਰਸਵਤੀ ਨਦੀ ਜਦ ਤੱਕ ਰਹੀ ਹੈ ਇੱਥੇ ਪਲੇਨ ਏਰੀਆ ਦੇ ਉੱਪਰ ਮਨੁੱਖ ਰਹਿੰਦੇ ਸੀ। ਹੁਣ ਉੱਥੇ ਕੌਣ ਰਹਿ ਰਿਹਾ ਵੀ? ਵਲਚਰ। ਦਿਸ ਇਜ਼ ਯੋਰ 9th ਪੈਰਾਗ੍ਰਾਫ। ਪਹਿਲਾਂ ਇਸ ਪੈਰੇ ਦਾ ਹੈਡਿੰਗ ਦੇਖ ਲਈਏ ਜਿਹੜਾ 9th ਕੀਤਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਹਿਸਟਰੀ ਦੱਸੀ ਗਈ ਹੈ ਰਾਜਸਥਾਨ ਦੀ, ਤਾਂ ਆਪਾਂ ਇਹਦਾ ਪੈਰਾਗ੍ਰਾਫ ਦਾ ਨੇਮ ਪਾ ਸਕਦੇ ਹਾਂ ਦਾ ਹਿਸਟਰੀ ਆਫ ਰਾਜਸਥਾਨ। ਇੱਕ ਤਰ੍ਹਾਂ ਨਾਲ ਇਹ ਹੋ ਸਕਦੀ ਹੈ, ਇਹਦਾ ਹੈਡਿੰਗ ਇਹ ਹੋ ਸਕਦਾ। 10th ਪੈਰਾਗ੍ਰਾਫ। The relics of the sea include the salt and bitter soil। relics ਦਾ ਮਤਲਬ ਕੀ ਹੁੰਦਾ ਬੇਟਾ? ਪੰਜਾਬੀ ਚ ਆਪਾਂ ਨੂੰ ਕਹਿੰਦੇ ਆ ਅਵਸ਼ੇਸ਼। ਅਵਸ਼ੇਸ਼ ਸਮਝਦੇ ਹੋ? ਜਦੋਂ ਕੋਈ ਬੰਦਾ ਮਰ ਜਾਂਦਾ ਹੈ, ਉਹਦੀਆਂ ਜਿਹੜੀਆਂ ਹੱਡੀਆਂ ਬਚ ਜਾਂਦੀਆਂ ਉਹਨਾਂ ਨੂੰ ਆਪਾਂ relics ਕਹਿੰਦੇ, ਅਵਸ਼ੇਸ਼ ਹੁੰਦੇ ਆ। ਤਾਂ ਇੱਥੇ ਵੀ ਅਵਸ਼ੇਸ਼ ਰਹਿ ਗਏ ਕਾਹਦੇ? ਸੀ ਦੇ, ਸਮੁੰਦਰ ਦੇ, ਜਿਹੜਾ ਕਿਸੇ ਸਮੇਂ ਹੁੰਦਾ ਸੀ ਰਾਜਸਥਾਨ ਚ, ਤਾਂ ਉਹ ਸਮੁੰਦਰ ਦੇ relics ਰਹਿ ਗਏ। ਉਹ ਕਿਹੜੇ ਨੇ ਜੀ? ਸਾਲਟ, ਨਮਕ, ਐਂਡ ਬਿਟਰ ਸੋਇਲ, ਅਤੇ ਬਹੁਤ ਹੀ ਖਾਰੀ ਜ਼ਮੀਨ। ਬਿਟਰ ਦਾ ਮਤਲਬ ਖਾਰੀ, ਖਾਰਾਪਨ। ਰਾਜਸਥਾਨ ਦੀ ਭੂਮੀ ਖਾਰੀ ਕਿਉਂ ਹੈ? ਉਸ 'ਚ ਨਮਕ ਕਿਉਂ ਹੈ? ਕਿਸੇ ਸਮੇਂ ਇੱਥੇ ਸਮੁੰਦਰ ਹੁੰਦਾ ਸੀ, ਸਮੁੰਦਰ ਦਾ ਪਾਣੀ ਖਾਰਾ ਸੀ, ਉਸ ਖਾਰੇ ਪਾਣੀ ਦੇ ਕਰਕੇ ਹੀ ਰਾਜਸਥਾਨ ਦੀ ਭੂਮੀ ਜਿਹੜੀ ਹੈ ਉਹ ਬਿਟਰ ਹੈ ਐਂਡ ਸਾਲਟੀ ਹੈ। ਤਾਂ ਹੀ ਕਿਹਾ ਗਿਆ ਹੈ ਕਿ ਇਹ ਰੈਲਿਕਸ ਨੇ ਉਸ ਸਮੁੰਦਰ ਦੇ, ਜਿਵੇਂ ਇੱਕ ਬੰਦਾ ਮਰ ਜਾਂਦਾ ਉਹਦੇ ਅਵਸ਼ੇਸ਼ ਹੱਡੀਆਂ ਰਹਿ ਜਾਂਦੀਆਂ ਨੇ, ਇੱਥੇ ਉਹ ਸਮੁੰਦਰ ਦੇ ਅਵਸ਼ੇਸ਼ ਕਿਹੜੇ ਨੇ? ਸਾਲਟ and bitter soil। This and the unpredictable nature of the rains on which the population depends for its supply of water have led for centuries to conditions in which drought and famine are commonplaces of existence। ਕਹਿੰਦੇ ਇੱਕ ਤਾਂ ਆ ਚੀਜ਼ ਹੈ this ਦਾ ਮਤਲਬ ਕਿ salt and bitter soil। ਇੱਕ ਤਾਂ ਆ ਚੀਜ਼ ਹੈ ਕਿ ਇੱਥੇ ਖਾਰਾਪਨ ਹੈ ਜ਼ਮੀਨ 'ਚ ਤੇ ਨਮਕੀਨ ਜ਼ਮੀਨ ਹੈ, ਨਮਕ ਹੈ ਇੱਥੇ। ਇੱਕ ਰੇਂਜ ਦੀ ਕੋਈ प्रिडिक्टेबल नेचर नहीं है। इत्थे लिखा हुआ है अनप्रिडिक्टेबल, जो प्रिडिक्टेबल का उल्ट होंदा है। अनप्रिडिक्टेबल का मतलब होंदा है दैट कैन नॉट बी नोन, जिन्हों आपां जान नहीं सकते, पता ही नहीं, दैट कांट बी नोन, पता नहीं लग सकता। प्रिडिक्टेबल का मतलब होंदा है कैन बी नोन, जिहड़ा जानिया जा सकता। हुण रेंज की नेचर का पता ही नहीं,
ਸੰਭਾਵਨਾ ਤਾਂ ਹੈ ਹੀ ਨਹੀਂ ਇੱਥੇ। ਹੁਣ ਇਹਦੇ ਤੇ ਡਿਪੈਂਡ ਕੀ ਕਰਦੀ ਹੈ ਜੀ, ਇੱਥੇ ਦੀ ਪੋਪੂਲੇਸ਼ਨ, ਜਨਸੰਖਿਆ। ਕਾਹਦੇ ਲਈ? ਫॉर ਸਪਲਾਈ ਆਫ ਵਾਟਰ, ਕਿਉਂਕਿ ਉਹਨਾਂ ਨੂੰ ਵਾਟਰ ਦੀ ਸਪਲਾਈ ਚਾਹੀਦੀ ਹੈ। ਤਾਂ ਫਿਰ ਸਦੀਆਂ ਤੋਂ ਹੈਵ ਲੈਡ ਫॉर ਸੈਂਚਰੀਜ਼, ਸਦੀਆਂ ਤੋਂ ਫਿਰ ਇਸ ਕੰਡੀਸ਼ਨ ਤੇ ਆ ਗੱਲ ਆ ਗਈ, ਇਸ ਹਾਲਤ 'ਚ ਇਹ ਗੱਲ ਆ ਗਈ ਕਿ ਇੱਥੇ ਡਰਾਟ ਤੇ ਫੈਮਿਨ ਆਮ ਹੁੰਦੇ ਨੇ, ਹੁੰਦੇ ਹੀ ਰਹਿੰਦੇ ਨੇ। ਕਾਮਨ ਪਲੇਸਿਸ ਆਫ ਐਗਜ਼ਿਸਟੈਂਸ ਦਾ ਮਤਲਬ ਇੱਥੇ ਆਮ ਸਾਨੂੰ ਇਹ ਵਰਤਾਰਾ ਦੇਖਣ ਨੂੰ ਮਿਲਦਾ ਦੋ ਚੀਜ਼ਾਂ ਦਾ, ਇੱਕ ਦਾ ਡਰਾਟ, ਇੱਕ ਫੈਮਿਨ। ਡਰਾਟ ਦਾ ਮਤਲਬ ਹੁੰਦਾ ਬੇਟਾ ਸੋਕਾ, ਤੇ ਫੈਮਿਨ ਦਾ ਮਤਲਬ ਹੁੰਦਾ ਹੈ ਅਕਾਲ। ਪਾਣੀ ਦੀ ਜਦੋਂ ਕਮੀ ਹੋ ਜਾਏ ਉਹਨੂੰ ਆਪਾਂ ਸੋਕਾ ਕਹਿੰਦੇ ਹਾਂ, ਡਰਾਟ। ਖਾਣੇ ਦੀ ਕਮੀ ਜਦੋਂ ਹੋ ਜਾਂਦੀ ਉਹਨੂੰ ਆਪਾਂ ਫੈਮਿਨ ਕਹਿੰਦੇ ਹਾਂ, ਅਕਾਲ ਕਹਿੰਦੇ ਹਾਂ। ਇੱਥੇ ਇਸ ਲਾਈਨ ਦਾ ਮਤਲਬ ਇਹ ਹੈ ਕਿ ਇੱਥੇ ਦੋ ਤਿੰਨ ਚੀਜ਼ਾਂ ਹੋ ਗਈਆਂ ਜੀ ਰਾਜਸਥਾਨ 'ਚ। ਪਹਿਲੀ ਚੀਜ਼ ਹੋਈ ਕਿ ਇੱਥੇ ਦੀ ਭੂਮੀ ਸਾਲਟੀ ਹੈ, ਬਿਟਰ ਹੈ। ਦੂਸਰੀ ਗੱਲ, ਰੇਨ ਦੀ ਕੋਈ ਪਤਾ ਹੀ ਨਹੀਂ, ਪਊ ਨਹੀਂ ਪਊ। ਉਹਦੇ ਨਾਲ ਕੀ ਹੋ ਰਿਹਾ ਹੈ, ਸਦੀਆਂ ਤੋਂ ਇਹ ਵਰਤਾਰਾ ਹੁੰਦਾ ਆ ਰਿਹਾ ਹੈ। ਫॉर ਮੈਨੀ ਸੈਂਚਰੀਜ਼ ਜਿਹੜੀ ਇੱਥੇ ਪੋਪੂਲੇਸ਼ਨ ਹੈ ਉਹਨੂੰ ਪਾਣੀ ਦਾ ਚਾਹੀਦਾ ਨਾ, ਇਟ ਨੀਡ ਅ ਸਪਲਾਈ ਆਫ ਵਾਟਰ, ਕੰਟੀਨਿਊ ਸਪਲਾਈ ਆਫ ਵਾਟਰ ਉਹਨੂੰ ਚਾਹੀਦਾ, ਉਹ ਆਂਦੀ ਨਹੀਂ ਕਿਉਂਕਿ ਰੇਨ ਹੁੰਦੀ ਨਹੀਂ। ਉਹਦੇ ਨਾਲ ਕੀ ਹੋ ਗਿਆ ਕਿ ਇੱਥੇ ਦੋ ਚੀਜ਼ਾਂ ਆਮ ਮਿਲਦੀਆਂ ਸਾਨੂੰ, ਕਾਮਨ ਹੋ ਗਈਆਂ, ਐਗਜ਼ਿਸਟੈਂਸ ਮਤਲਬ ਹੁੰਦੀਆਂ ਹੀ ਨੇ, ਇੱਕ ਡਰਾਟ, ਦੂਜੀ ਫੈਮਿਨ। ਡਰਾਟ ਤੇ ਫੈਮਿਨ ਵਰਡ ਯਾਦ ਰੱਖਿਓ, ਆਂਸਰ ਤੁਹਾਨੂੰ ਯਾਦ ਕਰਨੇ ਪੈਣਗੇ। The rainfall even at best is meager between 4 and 10 inches annually. ਕਹਿੰਦੇ ਇੱਥੇ ਜੇ ਰੇਨਫਾਲ ਹੁੰਦੀ ਹੈ, ਬਾਰਿਸ਼ ਹੁੰਦੀ ਹੈ, even at best ਜੇ ਵਧੀਆ ਬਾਰਿਸ਼ ਹੋ ਜੇ, even at best ਜੇ ਵਧੀਆ ਬਾਰਿਸ਼ ਵੀ ਹੋ ਜੇ ਤਾਂ ਵੀ ਉਹ ਇੰਨੀ ਥੋੜੀ ਹੈ। ਮੀਗਰ ਦਾ ਮਤਲਬ ਥੋੜੀ, ਲਿਟਲ। ਉਹ ਇੰਨੀ ਥੋੜੀ ਹੈ, ਕਿੰਨੀ? 4 ਤੋਂ 10 ਇੰਚ ਸਾਲਾਨਾ। ਸਾਲਾਨਾ 4 ਤੋਂ 10 ਇੰਚ ਬਾਰਿਸ਼ ਹੁੰਦੀ ਹੈ, ਬਸ, ਇਸ ਤੋਂ ਜ਼ਿਆਦਾ ਨਹੀਂ ਹੁੰਦੀ। If it fails, as it usually does, and the walls are dry, the people have to carry water in leather flasks and on camelback from the nearest source, sometimes 20 or 30 miles away. ਜੇ ਇਹ ਵੀ ਫੇਲ ਹੋ ਜੇ, ਇਟ ਦਾ ਮਤਲਬ ਇੱਥੇ ਰੇਨਫਾਲ, ਕਿਹੜੀ ਰੇਨਫਾਲ? ਜਿਹੜੀ 4 ਤੋਂ 10 ਇੰਚ ਹੁੰਦੀ ਹੈ ਐਨੂਅਲੀ, ਸਾਲਾਨਾ। ਜੇ ਇਹ ਵੀ ਨਾ ਹੋਵੇ, ਇਫ ਇਟ ਫੇਲਸ, ਜਿਵੇਂ ਕਿ ਆਮ ਤੌਰ ਤੇ ਹੁੰਦੀ ਹੈ, ਮਤਲਬ ਕਿ ਆਮ ਤੌਰ ਤੇ ਫੇਲ ਹੋ ਜਾਂਦੀ ਹੈ, 4 ਤੋਂ 10 ਇੰਚ ਰੇਨ ਵੀ ਨਹੀਂ ਹੁੰਦੀ, ਤਾਂ ਫਿਰ ਕੀ ਹੁੰਦਾ? ਜਿਹੜੇ ਵੈਲਜ਼ ਨੇ ਡਰਾਈ ਹੋ ਜਾਂਦੇ ਨੇ, ਖੂਹ ਸੁੱਕ ਜਾਂਦੇ ਨੇ, ਕੱਲ ਆਪਾਂ ਪੜ੍ਹਿਆ ਸੀ। ਤੇ ਜਿਹੜੇ ਲੋਕ ਨੇ ਉਹਨਾਂ ਨੂੰ ਫਿਰ ਪਾਣੀ ਕੈਰੀ ਕਰਨ ਦੇ ਲਈ ਲੈਦਰ ਫਲਾਸਕ, ਲੈਦਰ ਫਲਾਸਕ ਮਸ਼ਕਾਂ ਨੂੰ ਕਿਹਾ ਜਾਂਦਾ ਹੈ ਜੀ, ਚਮੜੇ ਦੀਆਂ ਮਸ਼ਕਾਂ, ਉਹਨਾਂ ਨੂੰ ਲੈਦਰ ਫਲਾਸਕ ਕਿਹਾ ਜਾਂਦਾ ਹੈ। ਉਹਦੇ ਵਿੱਚ ਪਾਣੀ ਲਿਆਉਣਾ ਪੈਂਦਾ ਹੈ, ਜਾਂ ਫਿਰ ਕੈਮਲ ਬੈਗ ਤੇ, ਊਂਠਾਂ ਦੀ ਬੈਗ ਤੇ ਬੰਨ ਕੇ ਪਾਣੀ ਨੂੰ ਲਿਆਉਣਾ ਪੈਂਦਾ ਹੈ, ਫਲਾਸਕਾਂ 'ਚ ਪਾ ਕੇ। ਕਿੱਥੋਂ? ਫਰੋਮ ਦਾ ਨੀਅਰੈਸਟ ਸੋਰਸ, ਨੇੜੇ ਤੋਂ ਕਿਤੋਂ ਵੀ ਜਿਹੜਾ ਸੋਰਸ ਮਿਲੇ, ਕੋਈ ਛੱਪੜ, ਕੋਈ ਲੇਕ, ਉੱਥੋਂ ਪਾਣੀ ਲਿਆਉਣਾ ਪੈਂਦਾ ਹੈ, ਪੀਣ ਯੋਗ ਪਾਣੀ ਲਿਆਉਣਾ ਪੈਂਦਾ ਹੈ। ਤੇ ਉਹ ਆਮ ਤੌਰ ਤੇ ਉਹ ਨੀਅਰੈਸਟ ਸੋਰਸ ਕਿੱਥੇ ਹੁੰਦਾ ਹੈ ਜੀ? 20 to 30 ਮਾਈਲਸ ਅਵੇ, ਉਹਨਾਂ ਦੇ ਘਰ ਤੋਂ 20 ਤੋਂ 30 ਮੀਲ ਦੂਰ ਹੁੰਦਾ ਹੈ। ਤੁਸੀਂ ਅੰਦਾਜ਼ਾ ਲਾਓ ਕਿੰਨੀ ਔਖੀ ਲਾਈਫ ਹੈ ਉਹਨਾਂ ਦੀ। ਤੁਹਾਡੇ ਘਰੇ ਤਾਂ ਪਾਣੀ ਪਹੁੰਚਦਾ ਹੈ, ਚਾਹੇ ਟੈਪਸ ਦੇ ਜ਼ਰੀਏ, ਚਾਹੇ ਟੂਟੀਆਂ ਦੇ ਜ਼ਰੀਏ, ਇਹਨਾਂ ਨੂੰ ਲਿਆਉਣਾ ਪੈਂਦਾ ਹੈ। 20 ਤੋਂ 30 ਮਾਈਲ ਚੱਲ ਕੇ, ਤਪਦੀ ਗਰਮੀ 'ਚ ਮਾਰੂਥਲ ਦੇ ਵਿੱਚੋਂ ਦੀ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ। ਇੰਨੀ ਹਾਰਡ ਲਾਈਫ ਹੈ ਰਾਜਸਥਾਨ ਦੇ ਲੋਕਾਂ, ਕਿਉਂਕਿ ਆਮ ਤੌਰ ਤੇ ਉੱਥੇ ਬਾਰਿਸ਼ ਹੁੰਦੀ ਨਹੀਂ, ਵੈਲਜ਼ ਡਰਾਈ ਹੋ ਜਾਂਦੇ ਹੈ, ਤਾਂ ਫਿਰ ਜੀਵਨ ਲਈ ਪਾਣੀ ਤਾਂ ਜ਼ਰੂਰੀ ਹੈ। ਇਫ ਦੇयर इज नो ਸੋਰਸ ਨੀਅਰ ਬਾਏ, ਦੇਖੋ ਜੇਕਰ 20 ਤੋਂ 30 ਮੀਲ ਦੇ ਡਿਸਟੈਂਸ ਤੇ ਕੋਈ ਵੀ ਸੋਰਸ ਨਹੀਂ ਹੈ, ਨੀਅਰ ਬਾਏ ਸੋਰਸ ਨਹੀਂ ਹੈ, ਦੇ ਐਮੀਗ੍ਰੇਟ। ਐਮੀਗ੍ਰੇਟ ਦਾ ਮਤਲਬ ਉਹ ਜਗ੍ਹਾ ਛੱਡ ਕੇ ਚਲੇ ਜਾਂਦੇ ਨੇ। ਜਿਵੇਂ ਆਪਾਂ ਪੜ੍ਹਿਆ ਸੀ, ਸਾਊਥ ਵੱਲ ਜਾ ਰਹੇ ਸੀ, ਨਾਰਥ ਤੋਂ, ਹਰਡਸ ਦੇ ਹਰਡਸ ਦਿਖਦੇ ਆ ਸਾਨੂੰ, ਸਾਰੇ ਚੈਪਟਰ 'ਚ ਆਪਾਂ ਪੜ੍ਹਿਆ। ਦੇ ਐਮੀਗ੍ਰੇਟ, ਐਮੀਗ੍ਰੇਟ ਦਾ ਮਤਲਬ ਜਗ੍ਹਾ ਛੱਡ ਕੇ ਚਲੇ ਜਾਣਾ, ਕਿਸੇ ਦੂਸਰੀ ਜਗ੍ਹਾ ਚਲੇ ਜਾਣਾ ਉਹਨੂੰ ਕਹਿੰਦੇ ਆ। ਵਾਕ ਇਨ ਸਰਚ ਆਫ ਵਨ, ਅਜਿਹੇ ਇੱਕ ਸੋਰਸ ਦੀ ਸਰਚ, ਇੱਕ ਖੋਜ, ਇੱਕ ਅਜਿਹੇ ਪਾਣੀ ਦੇ ਸੋਰਸ ਦੀ ਖੋਜ ਦੇ ਲਈ ਉਹ ਤੁਰ ਪੈਂਦੇ ਨੇ ਭਾਈ। ਔਰ ਜਾਂ ਫਿਰ ਉਹਨਾਂ ਕੋਲੇ, ਦੇਖੋ ਦੋ ਹੀ ਉਹਨਾਂ ਕੋਲੇ ਆਪਸ਼ਨਸ ਨੇ, ਜਾਂ ਤਾਂ ਫਿਰ ਉਹ ਜਗ੍ਹਾ ਛੱਡ ਕੇ ਚਲੇ ਜਾਣ, ਐਮੀਗ੍ਰੇਟ ਇਨ ਸਰਚ ਆਫ ਵਨ, ਪਾਣੀ ਦੇ ਸੋਰਸ ਦੇ ਲਈ ਉਹ ਆਪਣੀ ਜਗ੍ਹਾ ਛੱਡ ਕੇ ਚਲੇ ਜਾਣ, ਜਾਂ ਔਰ ਪਾਇਆ ਹੋਇਆ ਸਟੇ ਔਨ, ਕਾਇਮ ਰਹਿਣ ਉੱਥੇ, ਸਟੇ ਉੱਥੇ ਹੀ ਰਹਿਣ। ਫਿਰ ਉਹ ਕੀ ਕਰਨ? ਟੂ ਫਾਈਟ ਇਟ ਆਊਟ, ਲੜਨ ਇਹਦੇ ਖਿਲਾਫ। ਫਾਈਟ ਦਾ ਮਤਲਬ ਲੜਨਾ, ਫਾਈਟ ਆਊਟ ਫ੍ਰੇਜ਼ਲ ਵਰਬ ਹੈ। ਫਾਈਟ ਆਊਟ ਦਾ ਮਤਲਬ ਕਿਸੇ ਦੇ ਵਿਰੁੱਧ ਲੜਨਾ, ਜਾਂ ਇਹਨੂੰ ਕੰਬੈਟ ਵੀ ਕਹਿ ਦਿੰਦੇ ਨੇ, COMBAT, ਕਿ ਉਹ ਲੜਾਈ ਕਰਨ। ਤੇ ਉਸ ਪ੍ਰੋਸੈਸ 'ਚ ਫਿਰ ਹੁੰਦਾ ਕੀ ਹੈ? ਐਂਡ ਇਨ ਦਾ ਪ੍ਰੋਸੈਸ, ਉਸ ਲੜਾਈ 'ਚ ਹੁੰਦਾ ਕੀ ਹੈ? ਪੋਸੀਬਲੀ ਡਾਈ, ਮਰ ਜਾਣ। ਅਲਟੀਮੇਟਲੀ ਤਾਂ ਹਾਰ ਇਨਸਾਨ ਦੀ ਹੋਊਗੀ ਉੱਥੇ, ਗਰਮੀ ਦੀ ਤਾਂ ਹੋਣੀ ਨਹੀਂ।
ਤਾਂ ਉੱਥੇ ਇੱਕ ਫਾਈਟ ਚੱਲਦੀ ਰਹਿੰਦੀ ਹੈ ਜੀ ਰਾਜਸਥਾਨ 'ਚ ਇਨਸਾਨਾਂ ਦੀ ਗਰਮੀ ਦੇ ਨਾਲ। ਉਹ ਇਨਸਾਨਾਂ ਦੀ ਜਿਹੜੇ ਕਹਿੰਦੇ ਨੇ ਕਿ ਨਹੀਂ ਆਪਾਂ ਨਹੀਂ ਆਪਣੀ ਜਗ੍ਹਾ ਛੱਡਣੀ, ਆਪਾਂ ਤਾਂ ਇੱਥੇ ਹੀ ਰਹਾਂਗੇ, ਤੇ ਉਸ ਫਾਈਟ 'ਚ ਅਲਟੀਮੇਟਲੀ ਹਾਰ ਇਨਸਾਨ ਦੀ ਹੁੰਦੀ ਹੈ। ਤਾਂ ਜਿਹੜਾ 10ਵਾਂ ਪੈਰਾ ਹੈ ਇਸ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿ ਪਾਣੀ ਦੀ ਕਿੰਨੀ ਕਿੱਲਤ ਹੈ ਰਾਜਸਥਾਨ 'ਚ। ਤਾਂ ਇਸ ਦਾ ਇੱਕ ਆਪਾਂ ਹੈਡਿੰਗ ਬਣਾ ਸਕਦੇ ਹਾਂ, ਦ ਸਕੈਰਸਿਟੀ, ਸਕੈਰਸਿਟੀ ਦਾ ਮਤਲਬ ਕਮੀ, ਆਫ ਵਾਟਰ। ਇਹ ਤੁਹਾਡਾ ਹੈਡਿੰਗ ਬਣਦਾ ਹੈ ਜੀ ਪੈਰੇ ਦਾ। 11th paragraph, under the dun skin of the desert 2 to 300 feet down, pockets of moisture sleep darkly in the sand and dream of the time when they were part of a river। ਕਹਿੰਦੇ ਜੇ ਡੈਜ਼ਰਟ ਦੇ ਅਸੀਸ ਮਾਰੂਥਲ ਦੇ ਡਨ ਸਕਿਨ ਚ ਦੇਖੀਏ, ਡਨ ਦਾ ਮਤਲਬ ਹੁੰਦਾ ਬੇਟਾ ਡਾਰਕ ਬਰਾਊਨ ਕਲਰ ਨੂੰ ਡਨ ਕਿਹਾ ਜਾਂਦਾ ਹੈ, ਡਾਰਕ ਬਰਾਊਨ ਕਲਰ। ਇੱਥੇ ਨਾ ਕਈ ਸਾਰੇ ਇਸ ਚੈਪਟਰ ਚ ਕਲਰਸ ਦੇ ਨੇਮ ਆਏ ਹੈ, ਟਾਨੀ, ਔਖਰ, ਐਮਰਲਡ, ਡਨ, ਮੈਨੂੰ ਵੀ ਯਾਦ ਹੋ ਗਈ। ਤਾਂ ਡੈਜ਼ਰਟ ਦੀ ਇਸ ਮਾਰੂਥਲ ਦੀ ਜੇ ਆਪਾਂ ਸਕਿਨ ਦਾ ਮਤਲਬ ਇੱਥੇ ਚਮੜੀ ਤਾਂ ਦੇਖੋ ਇਨਸਾਨ ਦੀ ਹੁੰਦੀ ਹੈ, ਜਾਨਵਰ ਦੀ ਹੁੰਦੀ ਹੈ, ਬਟ ਇੱਥੇ ਜਿਹੜੀ ਡਨ ਸਕਿਨ ਕਿਹਨੂੰ ਕਿਹਾ ਗਿਆ, ਉਸ ਡੈਜ਼ਰਟ ਦੇ ਕਲਰ ਨੂੰ ਕਿਹਾ ਗਿਆ ਕਿ ਜਿਹੜਾ ਉਹ ਡਾਰਕ ਬਰਾਊਨ ਦੇ ਕਲਰ ਦੇ ਆਪਾਂ ਨੀਚੇ ਦੇਖੀਏ, 2 ਤੋਂ 300 ਫੀਟ ਨੀਚੇ ਜਾਈਏ, 2 to 300 ਫੀਟ ਡਾਊਨ, 200 ਤੋਂ 300 ਫੀਟ ਆਪਾਂ ਨੀਚੇ ਜਾਈਏ, ਪੁੱਟੀਏ ਜ਼ਮੀਨ ਨੂੰ, ਇੱਥੋਂ ਦੀ ਮਾਰੂਥਲੀ ਜ਼ਮੀਨ ਨੂੰ, ਤਾਂ ਸਾਨੂੰ ਮੋਇਸਚਰ ਦਿਖਦਾ ਹੈ, ਨਮੀ, ਮੋਇਸਚਰ, ਪੌਕਟਸ ਆਫ ਮੋਇਸਚਰ, ਸਲੀਪ ਮਤਲਬ ਉੱਥੇ ਪਏ ਨੇ, ਮੋਇਸਚਰ ਹੈਗਾ, ਨਮੀ ਹੈਗੀ ਹੈ। ਡਾਰਕਲੀ ਇਨ ਦਾ ਸੈਂਡ, ਸੈਂਡ ਦੇ ਵਿੱਚ ਨੀਚੇ ਨਮੀ ਪਈ ਹੈ। ਅਤੇ ਫਿਰ ਉਸ ਸਮੇਂ ਦਾ ਡ੍ਰੀਮ ਕਰ ਰਹੀ ਲੱਗਦੀ ਹੈ ਜਦੋਂ ਉਹ ਇੱਕ ਰਿਵਰ ਦਾ ਪਾਰਟ ਹੁੰਦੇ ਸੀ। ਉਹ ਰਿਵਰ ਕਿਹੜੀ ਸੀ ਜੀ? ਸਰਸਵਤੀ। ਤਾਂ ਯਾਨੀ ਕਿ ਅੱਜ ਵੀ ਜੇ 200-300 ਫੀਟ ਆਪਾਂ ਡਾਊਨ ਜ਼ਮੀਨ ਪੁੱਟੀਏ ਤਾਂ ਸਾਨੂੰ ਨਮੀ ਦਿਖਦੀ ਹੈ। ਉਹ ਨਮੀ ਫਿਰ ਉਹ ਕਿਹਦੇ ਕਰਕੇ ਸੀ? ਉਸੇ ਸਰਸਵਤੀ ਰਿਵਰ ਦੇ ਕਰਕੇ ਸੀਗੀ, ਜਿਹੜੀ ਹੁਣ ਹੈ ਨਹੀਂ। Very occasionally a tubewell, the salvation of so many arid areas of India, has been sunk to them from the sunlight, but the liquid that rises is cloudy and brackish, fit neither for human consumption nor for the nurture of crops। ਕਹਿੰਦੇ very occasionally, ਕਦੇ ਕਦੇ, ਬਹੁਤ ਘੱਟ ਸਮੇਂ, ਮਤਲਬ ਕਦੇ ਕਦੇ ਆ ਟਿਊਬਵੈਲ ਪੱਟਿਆ ਜਾਂਦਾ ਹੈ ਜੀ, ਖੂਹ ਪੱਟਿਆ ਜਾਂਦਾ ਹੈ ਰਾਜਸਥਾਨ 'ਚ। ਹੁਣ ਉਹ ਟਿਊਬਵੈਲ ਕੀ ਹੈ ਜੀ? ਸਾਲਵੇਸ਼ਨ ਹੈ। ਸਾਲਵੇਸ਼ਨ ਦਾ ਮਤਲਬ ਹੁੰਦਾ ਬੇਟਾ ਮੁਕਤੀ ਪੰਜਾਬੀ 'ਚ। ਇਹ ਮੁਕਤੀ ਦਾ ਕੰਮ ਕਰਦਾ ਟਿਊਬਵੈਲ ਸਾਡੇ ਭਾਰਤ ਦੇ ਕਈ ਬਹੁਤ ਸਾਰੇ ਐਰਿਡ ਏਰੀਆਜ਼ ਦੇ ਵਿੱਚ। ਐਰਿਡ ਦਾ ਮਤਲਬ ਹੁੰਦਾ ਬੇਟਾ ਐਕਸਟ੍ਰੀਮਲੀ ਡਰਾਈ, ਬਹੁਤ ਜ਼ਿਆਦਾ ਖੁਸ਼ਕ ਏਰੀਆ ਨੂੰ ਆਪਾਂ ਐਰਿਡ ਕਹਿੰਦੇ ਆ, ਐਕਸਟ੍ਰੀਮਲੀ ਡਰਾਈ। ਹੁਣ ਸਾਡੇ ਪੰਜਾਬ 'ਚ ਦੇਖੋ ਕਿੰਨੇ ਸਾਰੇ ਟਿਊਬਵੈਲ ਹੈ, ਸਾਡੇ ਲਈ ਇਹ ਸਾਲਵੇਸ਼ਨ ਦਾ ਕੰਮ ਕਰਦੇ। ਜੇ ਟਿਊਬਵੈਲ ਨਾ ਹੋਣ ਤਾਂ ਤੁਸੀਂ ਅੰਦਾਜ਼ਾ ਲਾਓ ਕਿੰਨਾ ਔਖਾ ਹੈ ਖੇਤਾਂ 'ਚ ਸਿੰਜਾਈ ਕਰਨਾ। ਤਾਂ ਇੱਥੇ ਤਾਂ ਹੀ ਕਿਹਾ ਗਿਆ ਕਿ ਜਿਹੜੇ ਟਿਊਬਵੈਲ ਨੇ ਇਹ ਸਾਡੇ ਭਾਰਤ ਦੇ ਕਈ ਬਹੁਤ ਸਾਰੇ ਡਰਾਈ ਏਰੀਆ ਦੇ ਵਿੱਚ ਸਾਲਵੇਸ਼ਨ ਦਾ ਕੰਮ ਕਰਦੇ ਆ। ਜੇਕਰ ਉਹੀ ਟਿਊਬਵੈਲ ਇੱਥੇ ਪੱਟਿਆ ਜਾਵੇ, has been sunk to them, ਇੱਥੇ ਪੁੱਟਿਆ ਜਾਵੇ, from the sunlight ਮਤਲਬ ਉੱਪਰੋਂ ਜਿੱਥੋਂ ਸਨਲਾਈਟ ਪੈਂਦੀ ਹੈ ਉਸ ਏਰੀਆ ਤੋਂ ਲੈ ਕੇ ਨੀਚੇ ਤੱਕ ਜਾਇਆ ਜਾਵੇ, ਟਿਊਬਵੈਲ ਪੁੱਟਿਆ ਜਾਵੇ, ਤਾਂ ਜਿਹੜਾ ਲਿਕੁਇਡ ਨਿਕਲਦਾ ਜੀ, ਬਟ ਦਾ ਲਿਕੁਇਡ that rises, ਜਿਹੜਾ ਲਿਕੁਇਡ ਨਿਕਲਦਾ, ਲਿਕੁਇਡ ਦਾ ਨਿਕਲਦਾ, ਪਾਣੀ ਦਾ ਨਿਕਲਦਾ। ਲਿਕੁਇਡ ਇੱਥੇ ਕਿਹਨੂੰ ਕਿਹਾ ਗਿਆ? ਵਾਟਰ ਨੂੰ ਹੀ ਕਿਹਾ ਗਿਆ। ਲਿਕੁਇਡ ਤਾਂ ਨਿਕਲਦਾ ਹੈ, ਵਾਟਰ ਤਾਂ ਨਿਕਲਦਾ ਹੈ, ਪਰ ਉਹ ਵਾਟਰ ਹੈ ਕਿਹੜਾ? ਕਲਾਉਡੀ ਐਂਡ ਬ੍ਰੈਕਿਸ਼। ਕਲਾਉਡੀ ਦਾ ਮਤਲਬ ਜੀ ਗੰਦਲਾ, ਜਿਹੜਾ ਸਾਫ਼ ਨਹੀਂ ਹੈ। ਬ੍ਰੈਕਿਸ਼ ਦਾ ਮਤਲਬ ਸਾਲਟੀ, ਪਾਣੀ ਵੀ ਕੌੜਾ ਇੱਥੇ ਦਾ ਜਿਹੜਾ ਨਿਕਲਦਾ ਟਿਊਬਵੈਲਾਂ ਦੇ ਜ਼ਰੀਏ, ਤੇ ਉਹ ਸਾਫ਼ ਨਹੀਂ ਹੈ, ਗੰਦਲਾ ਪਾਣੀ ਹੈ। ਅੱਗੇ ਲਿਖਿਆ ਫਿਟ ਨੀਦਰ ਫॉर ਹਿਊਮਨ ਕੰਜ਼ੰਪਸ਼ਨ, ਇਹ ਫਿਟ ਨਹੀਂ ਹੈ ਨਾ ਤਾਂ ਹਿਊਮਨ ਕੰਜ਼ੰਪਸ਼ਨ ਦੇ ਲਈ। ਕੰਜ਼ੰਪਸ਼ਨ ਦਾ ਮਤਲਬ ਹੁੰਦਾ ਬੇਟਾ ਖਪਤ, ਮਤਲਬ ਕਿ ਇਨਸਾਨ ਇਹਨੂੰ ਪੀ ਨਹੀਂ ਸਕਦੇ। ਨॉर ਫॉर ਦਾ ਨਰਚਰ ਆਫ ਕ੍ਰੌਪਸ, ਨਾ ਹੀ ਇਸ ਦੇ ਨਾਲ ਅਸੀਂ ਫਸਲਾਂ ਦੀ ਨਰਚਰਿੰਗ ਕਰ ਸਕਦੇ ਹਾਂ, ਫਸਲਾਂ ਦੀ ਬਿਜਾਈ ਕਰ ਸਕਦੇ ਹਾਂ, ਉਹਨਾਂ ਦੀ ਦੇਖਭਾਲ ਕਰ ਸਕਦੇ ਹਾਂ। ਇੱਥੇ ਦੇਖੋ ਨੀਦਰ ਨॉर ਆਇਆ ਹੋਇਆ ਨਾ ਤਾਂ ਕਹਿੰਦੇ ਹਿਊਮਨ ਕੰਜ਼ੰਪਸ਼ਨ ਲਈ ਠੀਕ ਹੈ, ਨਾ ਹੀ ਇਹ ਕ੍ਰੌਪਸ ਦੀ ਨਰਚਰਿੰਗ ਲਈ ਠੀਕ ਹੈ ਪਾਣੀ, ਕਿਉਂਕਿ ਇੱਕ ਪਾਸੇ ਤਾਂ ਗੰਦਲਾ ਹੈ, ਸਾਫ਼ ਨਹੀਂ ਹੈ, ਦੂਸਰਾ ਇਹ ਖਾਰਾ ਹੈ, तो ਤੁਸੀਂ ਖਾਰਾ ਪਾਣੀ ਥੋੜੀ ਪਾਓਗੇ ਕ੍ਰੌਪਸ 'ਚ। The desert could only recover from its stupor of sun and sand if it were fed by canals। ਹੁਣ ਇੱਥੇ ਰਾਈਟਰ ਨਾ ਇੱਕ ਤੁਹਾਨੂੰ ਵੇ ਆਊਟ ਦੇ ਰਿਹਾ ਹੈ ਕਿ ਰਾਜਸਥਾਨ 'ਚ ਪਾਣੀ ਕਿਸ ਤਰੀਕੇ ਦੇ ਨਾਲ ਆਪਾਂ ਅਵੇਲੇਬਲ ਕਰ ਸਕਦੇ। ਤਾਂ ਰਾਈਟਰ ਤੁਹਾਨੂੰ ਇੱਕ ਸਲਾਹ ਦੇ ਰਿਹਾ ਜਾਂ ਰੀਡਰਸ ਨੂੰ ਸਲਾਹ ਦੇ ਰਿਹਾ, ਕਹਿੰਦੇ ਜਿਹੜਾ ਡੈਜ਼ਰਟ ਹੈ ਇਹ ਆਪਣੇ ਸਨ ਤੇ ਸੈਂਡ ਦੀ ਸਟੂਪਰ ਤੋਂ ਸਿਰਫ ਇੱਕ ਤਰੀਕੇ ਨਾਲ ਰਿਕਵਰ ਕੀਤਾ ਜਾ ਸਕਦਾ।
ਰਿਕਵਰ ਦਾ ਮਤਲਬ ਹੁੰਦਾ ਜਦ ਆਪਾਂ ਠੀਕ ਹੋ ਜਾਂਦੇ ਹਾਂ ਨਾ, ਆਪਾਂ ਮੰਨ ਲਓ ਬਿਮਾਰ ਹੋ ਗਏ, ਸਿੱਕ ਹੋ ਗਏ, ਆਪਾਂ ਉਸ ਤੋਂ ਬਾਅਦ ਠੀਕ ਹੋ ਗਏ ਤਾਂ ਆਪਾਂ ਕਹਿੰਦੇ ਹਾਂ ਮੈਂ ਰਿਕਵਰ ਕਰ ਲਈ ਜੀ, ਆਪਣੀ ਬਿਮਾਰੀ ਤੋਂ ਮੈਂ ਰਿਕਵਰ ਹੋ ਗਿਆ। ਹੁਣ ਇੱਥੇ ਡੈਜ਼ਰਟ ਨੂੰ ਕਿਹੜੀ ਬਿਮਾਰੀ ਲੱਗੀ ਵੀ ਹੈ ਵੀ? ਸਨ ਤੇ ਸੈਂਡ ਦੀ, ਸਨੀ ਬਹੁਤ ਜ਼ਿਆਦਾ ਉੱਥੇ, ਸਨੀ ਧੁੱਪੀ ਬਹੁਤ ਜ਼ਿਆਦਾ ਹੈ, ਸੈਂਡ ਬਹੁਤ ਜ਼ਿਆਦਾ ਹੈ। ਹੁਣ ਇਹ ਜਿਹੜਾ ਸਨ ਤੇ ਸੈਂਡ ਦਾ ਸਟੂਪਰ, ਇੱਕ ਸ਼ਬਦ ਹੈ ਤੁਹਾਡਾ ਸਟੂਪਰ, ਸਟੂਪਰ ਦਾ ਮਤਲਬ ਹੁੰਦਾ ਹੈ ਕੋਈ ਬੰਦਾ ਮੰਨ ਲਓ ਸੈਂਸ 'ਚ ਨਾ ਹੋਵੇ, ਨਾਟ ਇਨ ਸੈਂਸਿਸ, ਮੂਰਛਿਤ ਪਿਆ ਹੋਵੇ, ਬੇਹੋਸ਼। ਹੁਣ ਕਹਿੰਦੇ ਜਿਹੜਾ ਡੈਜ਼ਰਟ ਹੈ ਨਾ ਇਹ ਵਿਚਾਰਾ ਬੇਹੋਸ਼ ਪਿਆ, ਇਹ ਸਟੂਪਰ 'ਚ ਹੈ। ਕਿਹਦੀ ਸਟੂਪਰ 'ਚ ਹੈ? ਸਨ ਐਂਡ ਸੈਂਡ ਦੀ ਸਟੂਪਰ 'ਚ। ਕੋਈ ਬੰਦੇ ਤਾਂ ਹੁੰਦੇ ਨੇ ਜਿਹੜੇ ਖਾ ਕੇ ਫੀਮ ਸਟੂਪਰ 'ਚ ਚਲੇ ਜਾਂਦੇ ਨੇ, ਅੱਧੀ ਫੀਮ ਆਪਾਂ ਸਟੂਪਰ 'ਚ ਚਲੇ ਗਏ। ਇੱਥੇ ਹੁਣ ਡੈਜ਼ਰਟ ਕਿਹੜੀ ਸਟੂਪਰ 'ਚ ਗਿਆ ਹੋਇਆ? ਉਹਨੂੰ ਸਨ ਨੇ ਪਾ ਕੇ, ਧੁੱਪ ਪਾ ਕੇ ਉਹਦੇ ਤੇ ਗਰਮੀ, ਉਹਨੂੰ ਵਿਚਾਰੀ ਨੂੰ ਡੈਜ਼ਰਟ ਨੂੰ ਸਟੂਪਰ 'ਚ ਪਾਇਆ ਹੋਇਆ। ਦੇਖੋ ਕਿੰਨੇ ਵਧੀਆ ਵਰਡਸ ਰਾਈਟਰ ਨੇ ਯੂਜ਼ ਕਰੇ। ਕਹਿੰਦੇ ਜੇ ਸਾਨੇ ਇਸ ਡੈਜ਼ਰਟ ਨੂੰ ਇਸ ਸਟੂਪਰ 'ਚੋਂ ਕੱਢਣਾ ਹੈ, ਇੱਕੋ ਹੀ ਹੱਲ ਹੈ ਕਿ ਇਸ ਨੂੰ ਕੈਨਾਲਸ ਦੁਆਰਾ ਫੀਡ ਕੀਤਾ ਜਾਵੇ। ਕੈਨਾਲਸ ਕੀ ਹੁੰਦੀਆਂ ਜੀ? ਨਹਿਰਾਂ। ਨਹਿਰਾਂ ਬਣਾਈਆਂ ਜਾਣ ਜੀ, ਕੈਨਾਲ, ਕਈ ਨੂੰ ਕੈਨਲ ਕਹਿੰਦੇ, ਇਟਸ ਨਾਟ ਕੈਨਲ, ਇਟਸ ਕੈਨਾਲਸ। But the barrens of the Western Thar comprise some 20 million acres, and the construction of canals to feed them is an immense and expensive task. ਪਰ ਪ੍ਰੋਬਲਮ ਕੀ ਹੈ ਇੱਥੇ? ਫਿਰ ਅਸੀਂ ਨਹਿਰਾਂ ਕਿਉਂ ਨਹੀਂ ਬਣਾ ਸਕਦੇ ਰਾਜਸਥਾਨ 'ਚ? ਮੈਨੂੰ ਵੀ ਨਹੀਂ ਨਹਿਰਾਂ ਦਿਖੀਆਂ ਰਾਜਸਥਾਨ 'ਚ, ਕਿਉਂ ਨਹੀਂ ਬਣਾ ਸਕਦੇ? ਕਹਿੰਦੇ ਜਿਹੜਾ ਵੈਸਟਰਨ ਥਾਰ ਹੈ, ਥਾਰ ਦੋ ਹਿੱਸੇ ਦਾ, ਈਸਟਰਨ ਵੈਸਟਰਨ, ਤਾਂ ਜਿਹੜਾ ਪੱਛਮ ਵਾਲੇ ਪਾਸੇ ਦਾ ਥਾਰ ਹੈ ਵੈਸਟਰਨ ਥਾਰ, ਉਹ 20 ਮਿਲੀਅਨ ਏਕੜ 'ਚ ਫੈਲਿਆ ਹੋਇਆ। ਕੰਪਰਾਈਜ਼ ਦਾ ਮਤਲਬ ਹੁੰਦਾ ਹੈ ਮੇਡ ਅਪ ਆਫ, ਬਣਿਆ ਹੋਣਾ, ਕਿਸੇ ਚੀਜ਼ ਤੋਂ ਬਣਿਆ ਹੋਣਾ। ਤਾਂ ਜਿਹੜਾ ਵੈਸਟਰਨ ਥਾਰ ਹੈ ਉਹਦੀ ਜਿਹੜੀ ਬੈਰਨਨੈਸ, ਬੈਰਨ ਦਾ ਮਤਲਬ ਬੰਜਰ, ਵੈਸਟਰਨ ਥਾਰ ਦੀ ਜਿਹੜੀ ਬੰਜਰ ਜ਼ਮੀਨ ਹੈ ਉਹ 20 ਮਿਲੀਅਨ ਏਕੜ ਤੱਕ ਫੈਲੀ ਹੋਈ ਹੈ। 20 ਮਿਲੀਅਨ ਏਕੜ, 1 ਮਿਲੀਅਨ 'ਚ 10 ਲੱਖ ਹੁੰਦੇ ਆ, ਉਹਨੂੰ 20 ਨਾਲ ਗੁਣਾ ਕਰ ਲਓ, ਦੇਖ ਲਓ ਕਿੰਨਾ ਹੋ। ਐਨੇ ਜ਼ਿਆਦਾ ਏਰੀਏ 'ਚ ਬੰਜਰ ਜ਼ਮੀਨ ਫੈਲੀ ਹੋਈ ਹੈ। ਇਸ ਏਰੀਆ ਦੇ ਵਿੱਚ ਜੇ ਆਪਾਂ ਕਨਾਲਸ ਦੀ ਕੰਸਟਰਕਸ਼ਨ ਕਰੀਏ, ਉਸਾਰੀ ਕਰੀਏ, ਤਾਂ ਕਿ ਅਸੀਂ ਉਸ ਨੂੰ ਫੀਡ ਕਰ ਸਕੀਏ ਪਾਣੀ ਨਾਲ, ਉਸ ਡੈਜ਼ਰਟ ਨੂੰ, ਇਹ ਬਹੁਤ ਹੀ ਵੱਡਾ, ਇਮੈਂਸ ਸ਼ਬਦ ਫੇਰ ਆਇਆ, ਕੱਲ ਵੀ ਆਇਆ ਸੀ, ਵੈਰੀ ਬਿਗ, ਇਹ ਬਹੁਤ ਹੀ ਵੱਡਾ ਅਤੇ ਐਕਸਪੈਂਸਿਵ, ਕੋਸਟਲੀ, ਬਹੁਤ ਹੀ ਖਰਚੀਲਾ ਕੰਮ ਹੈ। ਐਡੇ ਵਿਸ਼ਾਲ ਏਰੀਏ 'ਚ ਜਿਹੜਾ ਕਿ ਬੈਰਨ ਹੈ, ਬੰਜਰ ਹੈ, ਉਹਦੇ ਉੱਪਰ ਆਪਾਂ ਕੈਨਾਲਸ ਬਣਾਈਏ ਤਾਂ ਕੰਮ ਐਕਸਪੈਂਸਿਵ ਹੈ। ਦੂਜਾ ਕੀ ਹੈ ਜੀ? ਬਹੁਤ ਹੀ ਵੱਡਾ ਕੰਮ ਹੈ ਇਹ, ਬਹੁਤ ਹੀ ਵੱਡੇ ਲਾਰਜ ਸਕੇਲ ਵਾਲਾ ਕੰਮ, ਪੈਸਾ ਵੀ ਲੱਗੂ, ਮਿਹਨਤ ਵੀ ਲੱਗੂ, ਤੇ ਬਹੁਤ ਔਖਾ ਕੰਮ ਹੈ। ਇਸ ਕਰਕੇ ਸਾਨੂੰ ਰਾਜਸਥਾਨ 'ਚ ਨਹਿਰਾਂ ਵੀ ਘੱਟ ਦਿਖਦੀਆਂ। ਨਵੀਆਂ ਬੁੱਕਸ ਦੇ ਵਿੱਚ ਬੈਰਨਸ ਦੀ ਥਾਂ ਤੇ ਕਰੰਟਸ ਲਿਖਿਆ ਹੋਇਆ ਹੈ। ਕਰੰਟਸ ਜਾਂ ਬੈਰਨਸ ਇੱਕੋ ਗੱਲ ਹੀ ਹੈ। ਤਾਂ ਇਹਦਾ ਆਪਾਂ ਹੈਡਿੰਗ ਕੀ ਬਣਾ ਸਕਦੇ ਹਾਂ ਜੀ ਇਸ ਪੈਰੇ ਦਾ? ਕਿ ਡਿਫਿਕਲਟੀ ਆਫ ਅਵੇਲੇਬਿਲਿਟੀ ਆਫ ਵਾਟਰ, ਕਿ ਵਾਟਰ ਜੇ ਸਾਨੂੰ ਅਵੇਲੇਬਲ ਕਰਨਾ ਹੈ ਉਹਦੀ ਕੀ ਸਾਨੂੰ ਮੁਸ਼ਕਲਾਂ। ਤਾਂ ਬੇਟਾ ਇਹ ਸੀ ਤੁਹਾਡਾ ਚੈਪਟਰ, ਵੀ ਹੈਵ ਕੰਪਲੀਟਡ ਦਾ ਚੈਪਟਰ। ਤਾਂ ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰਾ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਹ ਚੈਪਟਰ ਸਟੂਡੈਂਟਸ ਨੂੰ ਕਾਫੀ ਔਖਾ ਲੱਗਦਾ ਹੈ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਇਸ ਚੈਪਟਰ ਦੀ ਹਰ ਇੱਕ ਲਾਈਨ, ਹਰ ਇੱਕ ਟਰਮ ਤੁਹਾਨੂੰ ਮੈਂ ਈਜ਼ੀਲੀ ਐਕਸਪਲੇਨ ਕਰ ਸਕਾਂ, ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਮੈਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਡਿਫਿਕਲਟੀ ਨਹੀਂ ਆਏਗੀ, ਕਿਉਂਕਿ ਜੇਕਰ ਸਾਡਾ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਨਾ ਆਇਆ ਤਾਂ ਇਸ ਦੇ ਕੁਐਸਚਨ ਆਨਸਰ ਸਮਝਣੇ, ਯਾਦ ਕਰਨੇ ਬਹੁਤ ਔਖੇ ਨੇ। ਫਿਰ ਵੀ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਚੈਪਟਰ ਦੇ ਐਂਡ ਤੇ ਮੈਂ ਤੁਹਾਨੂੰ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਮੇਰੇ ਦੁਆਰਾ ਬਣਾਏ ਹੋਏ ਹੋਰ ਬਹੁਤ ਸਾਰੇ ਐਸੇਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।